हाँ जी स्टूडेंट्स वेलकम करते हैं ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ। ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ BA ਸਮੈਸਟਰ ਫਸਟ ਦੇ ਲਈ ਜਿਹੜੇ ਕਿ ਹਿਸਟਰੀ ਸਬਜੈਕਟ ਦੇ ਜਿਹੜੇ ਕਿ ਇੰਪੋਰਟੈਂਟ ਸ਼ਾਰਟ ਕੁਐਸਚਨ ਲੈ ਕੇ ਆਏ ਆ। ਤੇ ਇਹ ਵਾਲੀ ਵੀਡੀਓ ਜਿਹੜੇ ਕਿ ਰੈਗੂਲਰ ਸਟੂਡੈਂਟਸ ਤੇ ਪ੍ਰਾਈਵੇਟ ਸਟੂਡੈਂਟਸ ਦੋਨਾਂ ਸਟੂਡੈਂਟਸ ਦੇ ਲਈ ਇੰਪੋਰਟੈਂਟ ਆ। ਰੈਗੂਲਰ ਸਟੂਡੈਂਟਸ ਤੇ ਪ੍ਰਾਈਵੇਟ ਸਟੂਡੈਂਟਸ, ਠੀਕ ਹੈ। ਤੇ ਇਸ ਵੀਡੀਓ ਦੇ ਵਿੱਚ ਆਪਾਂ ਸ਼ਾਰਟ ਕੁਐਸਚਨ ਕਰਾਂਗੇ। ਸਟੂਡੈਂਟਸ ਸ਼ਾਰਟ ਕੁਐਸਚਨ ਦੇ ਵਿੱਚ ਤੁਹਾਨੂੰ ਕੋਈ ਚੁਆਇਸ ਨਹੀਂ ਹੋਊਗੀ ਤੇ ਜਿਸ ਕਰਕੇ ਸ਼ਾਰਟ ਕੁਐਸਚਨ ਤੁਹਾਡੇ ਲਈ ਸਾਰੇ ਕਰਨੇ ਜ਼ਰੂਰੀ ਹੋਣਗੇ। ਤੇ ਫਸਟ ਇਹਦੇ ਵਿੱਚੋਂ ਜਿਵੇਂ ਪ੍ਰਾਚੀਨ, ਦੇਖੋ ਸਾਰੇ ਕੁਐਸਚਨ ਨਾ ਬਾਰ-ਬਾਰ ਈਅਰਸ ਦੇ ਵਿੱਚ ਆਏ ਹੋਏ ਨੇ, ਆਪਾਂ ਸਾਰੇ ਉਹੀ ਕਰਾਂਗੇ। ਹਾਂਜੀ ਫਸਟ ਚੈਪਟਰ ਹੈਗਾ ਜਿਹੜਾ ਪ੍ਰਾਚੀਨ ਭਾਰਤ ਦੇ ਭੂਗੋਲਿਕ ਵਿਸ਼ੇਸ਼ਤਾਵਾਂ ਦੋਨਾਂ ਦੇ ਪ੍ਰਮੁੱਖ ਸਮੇਂ। ਤੇ ਸਟੂਡੈਂਟਸ ਜਿਹੜੇ ਕਿ ਪ੍ਰਾਈਵੇਟ ਵਾਲੇ ਸਟੂਡੈਂਟਸ ਨੇ ਉਹ ਇਹਨਾਂ ਦੀ ਥੋੜੀ ਲੈਂਥ ਜਿਹੜੀ ਕਿ ਵਧਾ ਦੇਣਗੇ, ਮੈਂ ਤੁਹਾਨੂੰ ਦੱਸੂਗੀ, ਠੀਕ ਹੈ। ਸੋ ਧਿਆਨ ਦੇ ਨਾਲ ਵੀਡੀਓ ਦੇਖਣਾ ਤੇ ਐਂਡ ਤੱਕ ਦੇਖਣਾ, ਸ਼ੇਅਰ ਜ਼ਰੂਰ ਕਰਨਾ। ਪ੍ਰਾਚੀਨ ਭਾਰਤ ਦਾ ਅਰਥ ਦੱਸਣਾ, ਪ੍ਰਾਚੀਨ ਸ਼ਬਦ ਦੀ ਪਰਿਭਾਸ਼ਾ ਦੇਣੀ ਹੈ ਜਾਂ ਪ੍ਰਾਚੀਨ ਸ਼ਬਦ ਦੀ ਵਿਆਖਿਆ ਦੇਣੀ ਹੈ। ਹਾਂਜੀ ਪ੍ਰਾਚੀਨ ਤੋਂ ਭਾਵ ਕੀ ਹੈ? ਪੂਰਵ ਇਤਿਹਾਸਿਕ ਕਾਲ, ਠੀਕ ਹੈ। ਪੂਰਵ ਇਤਿਹਾਸਿਕ ਕਾਲ ਤੋਂ ਲੈ ਕੇ 8ਵੀਂ ਸਦੀ ਤੱਕ ਦੇ ਪ੍ਰਾਚੀਨ ਭਾਰਤ ਤੋਂ ਕੀ ਭਾਵ ਆ? ਪੂਰਵ ਇਤਿਹਾਸਿਕ ਕਾਲ ਤੋਂ ਲੈ ਕੇ 8ਵੀਂ ਸਦੀ ਤੱਕ ਦਾ ਸਮਾਂ। ਪੂਰਵ ਇਤਿਹਾਸਿਕ ਕਾਲ ਤੋਂ ਲੈ ਕੇ 8ਵੀਂ ਸਦੀ ਤੱਕ ਦਾ ਸਮਾਂ। ਇਸ ਦੇ ਵਿੱਚ ਦੇ ਲੋਕਾਂ ਦਾ ਰਾਜਨੀਤਿਕ, ਸਮਾਜਿਕ, ਆਰਥਿਕ, ਧਾਰਮਿਕ, ਸੱਭਿਆਚਾਰਕ ਜੀਵਨ ਦੇ ਵਿਕਾਸ ਦਾ ਅਧਿਐਨ ਹੁੰਦਾ ਪ੍ਰਾਚੀਨ ਭਾਰਤ ਦੇ ਵਿੱਚ, ਠੀਕ ਹੈ। ਮਤਲਬ ਕਿ ਪੂਰਵ ਇਤਿਹਾਸਿਕ ਕਾਲ ਤੋਂ ਲੈ ਕੇ 8ਵੀਂ ਸਦੀ ਤੱਕ ਦੇ ਲੋਕਾਂ ਦਾ ਸਮਾਜਿਕ, ਰਾਜਨੀਤਿਕ, ਧਾਰਮਿਕ, ਆਰਥਿਕ, ਸੱਭਿਆਚਾਰਕ ਜੀਵਨ ਦਾ ਅਧਿਐਨ। ਤੇ ਕੁਝ ਇਤਿਹਾਸਕਾਰ ਆ ਜਿਹੜੇ ਕਿ ਪ੍ਰਾਚੀਨ ਭਾਰਤ ਦਾ ਸਮਾਂ ਸਿੰਧ ਘਾਟੀ ਸਭਿਅਤਾ ਤੋਂ ਲੈ ਕੇ 1000 ਈਸਵੀ ਤੱਕ ਮੰਨਦੇ ਨੇ। ਕੁਝ ਕਹਿੰਦੇ ਨੇ ਕਿ ਸਿੰਧ ਘਾਟੀ ਸਭਿਅਤਾ ਤੋਂ ਲੈ ਕੇ 1000 ਈਸਵੀ ਤੱਕ ਹੈ। ਤੇ ਜਦੋਂ ਕਿ ਮਹਿਮੂਦ ਗਜ਼ਨਵੀ ਦੇ ਅਧੀਨ ਜਿਹੜੇ ਕਿ ਤੁਰਕਾਂ ਨੇ ਭਾਰਤ ਤੇ ਹਮਲੇ ਸ਼ੁਰੂ ਕੀਤੇ, ਠੀਕ ਹੈ। ਤੇ ਇੱਥੋਂ ਤੱਕ ਦਾ ਮੰਨਦੇ ਨੇ, ਭਾਵ ਕਿ 1000 ਈਸਵੀ ਤੱਕ ਦਾ ਮੰਨਦੇ ਨੇ ਕੁਝ ਇਤਿਹਾਸਕਾਰ ਸਿੰਧ ਘਾਟੀ ਤੋਂ ਲੈ ਕੇ। ਅਗਲਾ ਹੈਗਾ ਪ੍ਰਾਚੀਨ ਭਾਰਤੀ ਇਤਿਹਾਸ ਦਾ ਮਹੱਤਵ। ਇਸ ਤੋਂ ਇਲਾਵਾ ਸਟੂਡੈਂਟਸ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੀ ਹਾਂ, ਸਟਾਰਟਿੰਗ ਦੇ ਵਿੱਚ ਹੀ ਦੱਸ ਦਿੰਦੀ ਹਾਂ ਕਿ ਤੁਹਾਨੂੰ ਕੁਐਸਚਨ ਖੁੱਲ੍ਹੇ ਆਉਂਦੇ ਹੁੰਦੇ ਨੇ। ਜਿਵੇਂ ਪ੍ਰਾਚੀਨ ਭਾਰਤ, ਇਹ ਤਾਂ ਪਰਿਭਾਸ਼ਾ ਪੁੱਛ ਲਈ। ਇਤਿਹਾਸ ਜਿਵੇਂ ਹਿਮਾਲਿਆ ਪਰਬਤ ਖੁੱਲ੍ਹਾ ਕੁਐਸਚਨ ਹੈ ਨਾ, ਮਾਊਂਟ ਐਵਰੈਸਟ ਖੁੱਲ੍ਹਾ, ਤਟਵਰਤੀ ਮੈਦਾਨ ਭਾਰਤ ਦਾ ਪ੍ਰਵੇਸ਼ ਦੁਆਰ, ਐਵੇਂ ਤੁਹਾਨੂੰ ਖੁੱਲ੍ਹੇ ਆਉਂਦੇ ਹੁੰਦੇ ਨੇ। ਜਿਵੇਂ ਕਿ ਮੋਹਨਜੋਦੜੋ ਆ ਗਿਆ, ਵੈਦਿਕ ਸਾਹਿਤ ਆ ਗਿਆ, ਠੀਕ ਹੈ। ਕੱਲੇ ਹੁਣ ਜਿਵੇਂ ਇਹਦੇ 'ਚ ਪੁੱਛ ਲਿਆ, ਵੇਦ ਪੁੱਛ ਲਏ ਕੱਲੇ, ਠੀਕ ਹੈ। ਐਵੇਂ ਸਾਰੇ ਕੁਐਸਚਨ ਖੁੱਲ੍ਹੇ, ਵੇਦਾਂਗ ਪੁੱਛ ਲਏ, ਸਾਰੇ ਕੁਐਸਚਨ ਖੁੱਲ੍ਹੇ ਆਉਂਦੇ ਹੁੰਦੇ ਨੇ। ਇਹਨਾਂ ਦੇ ਵਿੱਚ ਜੋ ਵੀ ਤੁਹਾਨੂੰ ਇਸ ਟੌਪਿਕ ਬਾਰੇ, ਜਿਵੇਂ ਕਿ ਸਿੰਧ ਘਾਟੀ, ਕੱਲਾ ਸਿੰਧ ਘਾਟੀ ਦਾ ਕਾਲ ਪਾਤਾ, ਠੀਕ ਹੈ, ਜਾਂ ਹੜੱਪਾ ਪਾਤਾ, ਮੋਹਨਜੋਦੜੋ ਪਾਤਾ, ਇਹਨਾਂ ਕੁਐਸਚਨਾਂ ਬਾਰੇ ਜਿੰਨੀ ਵੀ ਤੁਹਾਨੂੰ ਨੌਲੇਜ ਹੈਗੀ, ਤੁਸੀਂ ਚੈਪਟਰਾਂ ਦੇ ਵਿੱਚੋਂ, ਕੁਐਸਚਨਾਂ ਦੇ ਵਿੱਚੋਂ, ਲੌਂਗ ਕੁਐਸਚਨਾਂ ਦੇ ਵਿੱਚੋਂ ਪੜ੍ਹੀ ਵੀ ਹੁੰਦੀ ਆ। ਖੁੱਲ੍ਹੇ ਕੁਐਸਚਨ ਦਾ ਇਹ ਫਾਇਦਾ ਹੁੰਦਾ, ਤੁਸੀਂ ਉਹਨਾਂ ਦੇ ਵਿੱਚ ਐਡ ਕਰ ਸਕਦੇ ਹੋ, ਠੀਕ ਹੈ। ਜਿਵੇਂ ਹੜੱਪਾ ਹੀ ਆ ਗਿਆ ਹੈ ਨਾ, ਹੜੱਪਾ ਦੀ ਖੋਜ ਕਦੋਂ ਕੀਤੀ ਗਈ, ਕਿੱਥੇ ਹੈ ਇਹ, ਤੇ ਇਹਦੇ ਵਿੱਚ ਕਿਹੜੇ ਜਿਹੜੇ ਕਿ ਚੀਜ਼ਾਂ ਮਿਲੀਆਂ ਨੇ, ਤੇ ਕਿੰਨਾ ਇਹਦਾ ਘੇਰਾ ਸੀ, ਤੁਸੀਂ ਸਾਰੇ ਟੋਟਲੀ ਇਹਦੇ ਵਿੱਚ ਜਿਹੜੇ ਕਿ ਚੀਜ਼ਾਂ ਐਡ ਕਰ ਸਕਦੇ ਇਹਦੇ ਨਾਲ ਰਿਲੇਟਿਡ, ਠੀਕ ਹੈ। ਖੁੱਲ੍ਹੇ ਕੁਐਸਚਨ ਦਾ ਇਹ ਫਾਇਦਾ ਹੁੰਦਾ, ਓਕੇ। ਤੇ ਤੁਸੀਂ ਇਹਨੂੰ ਮੀਟਰ ਦੇ ਵਿੱਚ ਲਿਖ ਸਕਦੇ ਹੋ। ਮੀਟਰ ਦੇ ਵਿੱਚ ਹੈਗੀ ਸੀ 8848 ਮੀਟਰ, ਠੀਕ ਹੈ। ਮਾਊਂਟ ਐਵਰੈਸਟ ਦੀ ਉਚਾਈ ਮੀਟਰਾਂ ਦੇ ਵਿੱਚ ਹੈਗੀ 8848 ਮੀਟਰ, ਠੀਕ ਹੈ। ਤੇ ਭਾਰਤ ਦੇ ਵਿੱਚ ਹਿਮਾਲਿਆ ਪਰਬਤ ਦੀ ਸਭ ਤੋਂ ਉੱਚੀ ਚੋਟੀ ਭਾਰਤ ਦੇ ਵਿੱਚ, ਇਹ ਤਾਂ ਜਿਹੜੇ ਕਿ ਸੰਸਾਰ ਦੇ ਵਿੱਚ ਆ ਮਾਊਂਟ ਐਵਰੈਸਟ ਦਾ, ਭਾਰਤ ਦੇ ਵਿੱਚ ਹੈਗੀ ਹੈ ਕੰਚਨਜੰਗਾ। ਤੁਸੀਂ ਇਹ ਵੀ ਇਹਦੇ ਵਿੱਚ ਐਡ ਕਰ ਸਕਦੇ ਹੋ। ਜਿੰਨੀ ਵੀ ਐਕਸਟਰਾ ਨੌਲੇਜ ਹੋਊਗੀ ਮੈਂ ਤੁਹਾਨੂੰ ਨਾਲ ਦੀ ਨਾਲ ਦੱਸੂਗੀ, ਕਿਉਂਕਿ ਪ੍ਰਾਈਵੇਟ ਵਾਲਿਆਂ ਨੇ ਥੋੜੀ ਜਿਹੀ ਲੈਂਥ ਵਧਾਉਣੀ ਇਹਨਾਂ ਦੀ, ਠੀਕ ਹੈ। ਕੰਚਨਜੰਗਾ ਨੂੰ K2 ਵੀ ਕਹਿੰਦੇ ਨੇ, ਠੀਕ ਹੈ। ਤੇ ਇਸ ਤੋਂ ਇਲਾਵਾ ਇਹਨਾਂ ਦੇ ਵਿੱਚ ਹਿਮਾਲਿਆ ਪਰਬਤ ਦੇ ਵਿੱਚ ਖੈਬਰ ਬੁਲਾਨ, ਗੋਮਲ ਵਰਗੇ ਜਿਹੜੇ ਕਿ ਦਰੇ ਵੀ ਸਥਿਤ ਨੇ। ਤੇ ਹਿਮਾਲਿਆ ਪਰਬਤ ਲਈ ਅਨੇਕਾਂ ਪੱਖਾਂ ਤੋਂ ਬੜਾ ਲਾਹੇਵੰਦ ਸਿੱਧ ਹੋਇਆ। ਲਾਹੇਵੰਦ ਕਿਵੇਂ ਸਿੱਧ ਹੋਇਆ? ਕਿ ਹਮੇਸ਼ਾ ਬਰਫ਼ ਦੇ ਨਾਲ ਢਕਿਆ ਰਹਿੰਦਾ, ਜਿਸ ਕਰਕੇ ਉੱਤਰ ਵਾਲੀ ਸਾਈਡ ਤੋਂ ਕੋਈ ਵੀ ਹਮਲਾਵਰ ਆ ਜਿਹੜੇ ਕਿ ਭਾਰਤ ਦੇ ਵਿੱਚ ਹਮਲਾ ਕਰਨ ਤੋਂ ਪਹਿਲਾਂ ਉਹਨੂੰ ਮਤਲਬ ਕਿ 100 ਵਾਰ ਸੋਚਣਾ ਪੈਂਦਾ। ਭਾਵ ਕਿ ਜਿਹੜੇ ਕਿ ਭਾਰਤੀ ਉੱਤਰ ਵਾਲੀ ਸਾਈਡ ਤੋਂ ਭਾਰਤ ਆ ਜਿਹੜੇ ਕਿ ਸੁਰੱਖਿਅਤ ਆ, ਭਾਰਤ ਦੇ ਵਿੱਚ ਕੋਈ ਵੀ ਜਿਹੜੇ ਕਿ ਬਾਹਰੀ ਹਮਲਾ ਉੱਤਰ ਵਾਲੀ ਸਾਈਡ ਤੋਂ ਨਹੀਂ ਹੁੰਦਾ। ਤੇ ਦੂਜਾ ਕੀ ਹੈ ਇਹਦੇ ਵਿੱਚ ਕਿ ਹਿਮਾਲਿਆ ਪਰਬਤ ਆ ਜਿਹੜੇ ਕਿ ਬਰਫ਼ ਦੇ ਨਾਲ ਢੱਕਿਆ ਰਹਿੰਦਾ। ਤੇ ਜਦੋਂ ਬਰਫ਼ ਪਿਘਲਦੀ ਹੈ ਤਾਂ ਉਹਦੇ ਨਾਲ ਨਦੀਆਂ ਦੇ ਵਿੱਚ ਜਿਹੜੇ ਕਿ ਪਾਣੀ ਆਉਂਦਾ, ਤੇ ਪਾਣੀ ਜਿਹੜੇ ਕਿ ਭੂਮੀ ਨੂੰ ਜਿਹੜੇ ਕਿ ਉਪਜਾਊ ਕਰਦਾ। ਇਹ ਤੁਸੀਂ ਇਹਦੇ ਲਾਭ ਲਿਖ ਸਕਦੇ ਹੋ। ਇਸ ਤੋਂ ਇਲਾਵਾ ਇਹਦੇ ਵਿੱਚ ਜਿਹੜੇ ਕਿ ਸੁੰਦਰਵਰਧਿਕ, ਜਿਵੇਂ ਸ਼ਿਮਲਾ, ਕੁੱਲੂ, ਡਲਹੌਜੀ, ਇਹ ਜਿਹੜੇ ਕਿ ਸਥਾਨ ਵੀ ਦਿੱਤੇ ਗਏ ਨੇ। ਅਗਲਾ ਹੈਗਾ ਮਾਊਂਟ ਐਵਰੈਸਟ। ਹਾਂਜੀ ਹੁਣੇ ਆਪਾਂ ਨੇ ਕੁਐਸਚਨ ਕਰੇ ਲਿਆ ਮਾਊਂਟ ਐਵਰੈਸਟ ਵਾਲਾ, ਅਗਰ ਤੁਹਾਨੂੰ ਪੁੱਛਿਆ ਜਾਵੇ। ਮਾਊਂਟ ਐਵਰੈਸਟ ਜਿਹੜੇ ਕਿ ਨੇਪਾਲ ਦੇ ਵਿੱਚ ਸਥਿਤ ਹੈ ਤੇ ਹਿਮਾਲਿਆ ਪਰਬਤ ਦੀਆਂ ਚੋਟੀਆਂ ਦੇ ਵਿੱਚੋਂ ਸਭ ਤੋਂ ਉੱਚੀ ਚੋਟੀ ਹੈ ਇਹ, ਠੀਕ ਹੈ। ਇਹਦੀ ਉਚਾਈ 8848 ਮੀਟਰ ਹੈ, ਮੀਟਰਾਂ ਦੇ ਵਿੱਚ ਹੈ। ਤੇ ਹਮੇਸ਼ਾ ਬਰਫ਼ ਨਾਲ ਢਕੀ ਰਹਿੰਦੀ ਹੈ ਤੇ ਸੰਸਾਰ ਦੀ ਉੱਚੀ ਚੋਟੀ ਹੋਣ ਕਰਕੇ ਇਹ ਸਦਾ ਹੀ ਪਰਬਤ ਰੋਹੀਆਂ, ਭਾਵ ਕਿ ਜਿਹੜੇ ਕਿ
ਇਹ ਦੇਖਣ ਵਾਲਿਆਂ ਦੇ ਲਈ ਇੱਕ ਹਮੇਸ਼ਾ ਖਿੱਚ ਦਾ ਕੇਂਦਰ ਰਹੀ ਹੈ। ਠੀਕ ਹੈ, ਤੇ ਇਸ ਦੇ ਆਲੇ ਦੁਆਲੇ ਟੂਰਿਸਟਾਂ ਲਈ, ਠੀਕ ਹੈ, ਇਸ ਦੇ ਆਲੇ ਦੁਆਲੇ ਦੇ ਖੇਤਰਾਂ ਦਾ ਮੌਸਮ ਜਿਹੜੇ ਕਿ ਸੁਹਾਵਣਾ ਬਣਾਉਣ ਦੇ ਵਿੱਚ ਵੀ ਵਿਸ਼ੇਸ਼ ਯੋਗਦਾਨ ਹੈ। ਅਗਲਾ ਹੈ ਦੱਖਣੀ ਪਠਾਰ। ਇਹ ਗੰਗਾ ਤੇ ਸਿੰਧ ਦੇ ਮੈਦਾਨਾਂ ਦੇ ਵੱਲ ਸਥਿਤ ਨੇ। ਦੱਖਣੀ ਪਠਾਰ ਗੰਗਾ ਤੇ ਸਿੰਧ ਦੇ ਮੈਦਾਨਾਂ ਦੇ ਵਿੱਚ ਸਥਿਤ ਨੇ। ਇਹਦਾ ਆਕਾਰ ਹੈ ਜਿਹੜੇ ਕਿ ਤਿਕੋਣਾ, ਠੀਕ ਹੈ, ਇਹਨਾਂ ਦਾ ਆਕਾਰ ਤਿਕੋਣਾ, ਤੇ ਤਿੰਨ ਪਾਸਿਓਂ ਤੇ ਪਹਾੜਾਂ ਨਾਲ ਘਿਰੇ ਹੋਏ ਨੇ, ਤਿੰਨਾਂ ਪਾਸਿਆਂ ਤੋਂ। ਤੇ ਇਸ ਪਠਾਰ ਦੀ ਜਿਹੜੀ ਕਿ ਉਚਾਈ 300 ਤੋਂ ਲੈ ਕੇ 900 ਮੀਟਰ ਤੱਕ ਹੈ, ਤੇ ਇੱਥੋਂ ਦੀ ਜਿਹੜੀ ਕਿ ਧਰਤੀ ਉਹ ਪਥਰੀਲੀ ਆ, ਤੇ ਇਸ ਕਰਕੇ ਇਹ ਉਪਜਾਊ ਨਹੀਂ ਹੈਗੇ। ਮਤਲਬ ਕਿ ਦੱਖਣੀ ਪਠਾਰ ਦੇ ਜਿਹੜੇ ਕਿ ਹਮੇਸ਼ਾ ਪਰਬਤਾਂ ਨਾਲ, ਪਹਾੜਾਂ ਨਾਲ ਢੱਕੀ ਹੋਈ ਹੈ ਤਿੰਨਾਂ ਪਾਸਿਆਂ ਤੋਂ, ਤੇ ਇਹਨਾਂ ਦੀ ਜਿਹੜੀ ਧਰਤੀ ਆ ਉਹ ਵੀ ਪਥਰੀਲੀ ਹੈ, ਤੇ ਇਹ ਉਪਜਾਊ ਨਹੀਂ ਹੈਗੀ। ਤੇ ਇੱਥੇ ਜਿਹੜੇ ਕਿ ਨਦੀਆਂ ਜਿਹੜੇ ਵਹਿੰਦੇ ਨੇ ਉਹ ਬਰਸਾਤੀ ਸੁਭਾਅ ਦੇ ਨੇ, ਭਾਵ ਕਿ ਉਹ ਵਰਖਾ 'ਤੇ ਡਿਪੈਂਡ ਕਰਨ ਵਾਲੀਆਂ ਨੇ। ਤੇ ਇੱਥੇ ਸਿੰਚਾਈ ਜਿਹੜੇ ਕਿ ਤਲਾਬਾਂ ਦੁਆਰਾ ਹੁੰਦੀ ਹੈ, ਤੇ ਇੱਥੋਂ ਦੀ ਪ੍ਰਮੁੱਖ ਫਸਲ ਹੈਗੀ ਕਪਾਹ। ਦੱਖਣੀ ਪਠਾਰ ਵਾਲੇ ਏਰੀਏ ਦੀ ਫਸਲ ਹੈਗੀ ਕਪਾਹ, ਤੇ ਇੱਥੇ ਅਨੇਕਾਂ ਖਣਿਜ ਪਦਾਰਥ ਵੀ ਮਿਲਦੇ ਨੇ, ਤੇ ਆਵਾਜਾਈ ਦੇ ਸਾਧਨਾਂ ਦੀ ਘੱਟ ਕਾਰਨ ਇੱਥੇ ਵਸੋਂ ਘੱਟ ਹੈ। ਅੱਗੇ ਹੈਗਾ ਤਟਵਰਤੀ ਮੈਦਾਨ। ਹਾਂਜੀ, ਤਟਵਰਤੀ ਮੈਦਾਨਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ, ਪੱਛਮੀ ਤਟਵਰਤੀ ਤੇ ਪੂਰਬੀ। ਪੱਛਮੀ ਦੇ ਵਿੱਚ ਅਰਬ ਸਾਗਰ ਤੇ ਪੱਛਮੀ ਘਾਟ ਦੇ ਮੱਧ ਦੇ ਵਿੱਚ ਸਥਿਤ ਹੈ। ਅਰਬ ਸਾਗਰ ਤੇ ਪੱਛਮੀ ਘਾਟ ਦੇ ਮੱਧ ਦੇ ਵਿੱਚ ਸਥਿਤ ਹੈ, ਤੇ ਉੱਤਰ ਨੂੰ ਆਪਾਂ ਕਹਿੰਦੇ ਇਹਦੇ ਵਿੱਚ ਕੋਂਕਣ, ਤੇ ਦੱਖਣੀ ਭਾਰਤ ਨੂੰ ਮਾਲਾਬਾਰ ਕਿਹਾ ਜਾਂਦਾ, ਤੇ ਇਹ ਮੈਦਾਨ ਬਹੁਤ ਉਪਜਾਊ ਹੈ। ਪੂਰਬੀ ਦੇ ਵਿੱਚ ਜਿਹੜੇ ਕਿ ਬੰਗਾਲ ਦੀ ਖਾੜੀ ਤੋਂ ਲੈ ਕੇ ਪੂਰਬੀ ਘਾਟ ਦੇ ਮੱਧ ਦੇ ਵਿੱਚ ਸਥਿਤ ਹੈ, ਉਹ ਸੀ ਅਰਬ ਸਾਗਰ ਤੋਂ ਪੱਛਮੀ ਘਾਟ ਦੇ। ਇਹ ਹੈਗਾ ਬੰਗਾਲ ਦੀ ਖਾੜੀ ਤੋਂ ਲੈ ਕੇ ਪੂਰਬੀ ਘਾਟ ਦੇ, ਤੇ ਇਹ ਇਹਦਾ ਉੱਤਰੀ ਭਾਗ ਨੂੰ ਕਰਨਾਟਕਾ ਤੇ ਦੱਖਣੀ ਭਾਗ ਨੂੰ ਕੋਰੋਮੰਡਲ ਕਹਿੰਦੇ ਨੇ। ਤੇ ਇਹ ਮੈਦਾਨ ਤਟਵਰਤੀ ਮੈਦਾਨਾਂ ਦੇ ਮੁਕਾਬਲੇ ਵਧੇਰੇ ਚੌੜਾਈ ਦੇ ਵਿੱਚ ਜ਼ਿਆਦਾ ਚੌੜਾ ਹੈ। ਠੀਕ ਹੈ, ਅੱਗੇ ਹੈਗਾ ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦਵਾਰ ਕਿਹਾ ਜਾਂਦਾ, ਜਾਂ ਭਾਰਤ ਦਾ ਪ੍ਰਵੇਸ਼ ਦਵਾਰ ਕੌਣ ਹੈ? ਤਾਂ ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦਵਾਰ ਕਿਹਾ ਜਾਂਦਾ ਕਿਉਂਕਿ ਸਦੀਆਂ ਤੋਂ ਹੀ ਜਿਹੜੇ ਕਿ ਹਮਲਾਵਰ ਆ ਉਹ ਸਭ ਤੋਂ ਪਹਿਲਾਂ ਜਿਹੜੇ ਕਿ ਉੱਤਰ ਵਾਲੀ ਸਾਈਡ ਤੋਂ ਤਾਂ ਨਹੀਂ ਆਉਂਦੇ ਸੀ, ਕਿਉਂਕਿ ਉੱਤਰ ਵਾਲੀ ਸਾਈਡ ਤੇ ਤਾਂ ਹਿਮਾਲਿਆ ਪਰਬਤ ਸੀ, ਤਾਂ ਜਿਹੜਾ ਆਹ ਵਾਲਾ ਏਰੀਆ ਸੀ ਉੱਤਰ ਪੱਛਮ, ਠੀਕ ਹੈ, ਇੱਧਰਲੀ ਸਾਈਡ ਤੋਂ ਹਮਲਾ ਕਰਦੇ ਸੀ। ਤਾਂ ਉੱਥੇ ਸੀ ਜਿਹੜੇ ਕਿ ਇੱਧਰ ਦਰੇ ਸੀ ਖੈਬਰ ਕੁਰਮ ਟੋਚੀ ਤੇ ਬੁਲਾਨ, ਇਹਨਾਂ ਦਰਿਆਂ ਨੂੰ ਪਾਰ ਕਰਨਾ ਬਹੁਤ ਜ਼ਿਆਦਾ ਈਜ਼ੀ ਸੀ। ਤਾਂ ਹਮਲਾਵਰ ਸਭ ਤੋਂ ਪਹਿਲਾਂ ਜਿਹੜੇ ਕਿ ਇਹਨਾਂ ਦਰਿਆਂ ਨੂੰ ਜਿਹੜੇ ਕਿ ਪਾਰ ਕਰਕੇ ਹਮਲਾ ਕਰਦੇ ਸੀ। ਤੇ ਜਦੋਂ ਹਮਲਾ ਕਰਦੇ ਸੀ ਤਾਂ ਸਭ ਤੋਂ ਪਹਿਲਾਂ ਜਿਹੜੇ ਕਿ ਦੇਖੋ, ਜਿਵੇਂ ਕਿ ਇਹ ਭਾਰਤ ਦਾ ਜਿਹੜੇ ਕਿ ਨਕਸ਼ਾ, ਠੀਕ ਹੈ, ਇੱਥੋਂ ਹੋਏ ਆਉਂਦੇ ਸੀ, ਤਾਂ ਇੱਥੇ ਜਿਹੜੇ ਕਿ ਪੰਜਾਬ ਆ, ਜਿਸ ਕਰਕੇ ਉਹਨਾਂ ਨੂੰ ਸਭ ਤੋਂ ਪਹਿਲਾਂ ਪੰਜਾਬੇ ਦੇ ਨਾਲ ਸੰਘਰਸ਼ ਕਰਨਾ ਪੈਂਦਾ ਸੀ। ਮਤਲਬ ਕਿ ਜਿਹੜੇ ਵੀ ਵਿਦੇਸ਼ੀ ਹਮਲਾਵਰ ਦਰਿਆਂ ਦੇ ਰਾਹੀਂ ਹਮਲਾ ਕਰਕੇ ਇੱਧਰ ਆਉਂਦੇ ਸੀ, ਸਭ ਤੋਂ ਪਹਿਲਾਂ ਉਹਨਾਂ ਨੂੰ ਪੰਜਾਬੇ ਨਾਲ ਟੱਕਰ ਲੈਣੀ ਪੈਂਦੀ ਸੀ, ਤੇ ਜਿਸ ਕਰਕੇ ਜਿਹੜੇ ਕਿ ਪੰਜਾਬ ਹਮੇਸ਼ਾ ਲਈ ਉਹਨਾਂ ਦਾ ਪ੍ਰਵੇਸ਼ ਦਵਾਰ ਰਿਹਾ, ਤੇ ਪੰਜਾਬ ਤੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਹੀ ਉਹ ਅੱਗੇ ਜਿਹੜੇ ਕਿ ਵੱਧ ਸਕਦੇ ਸੀ, ਜਿਸ ਕਰਕੇ ਇਹਨੂੰ ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦਵਾਰ ਕਿਹਾ ਜਾਂਦਾ ਹੈ। ਅੱਗੇ ਹੈਗਾ ਦਰਿਆ ਤੇ ਉਹਨਾਂ ਦਾ ਭਾਰਤੀ ਇਤਿਹਾਸ ਤੇ ਕੀ ਪ੍ਰਭਾਵ ਪਿਆ, ਜਾਂ ਦਰਿਆ ਦੇ 4 ਪ੍ਰਭਾਵ ਦੱਸਣੇ ਨੇ। ਦਰਿਆ, ਹਾਂਜੀ, ਭਾਰਤ ਦੇ ਵਿੱਚ ਜਿਹੜੇ ਦਰਿਆ ਵਹਿੰਦੇ ਨੇ ਉਹਨਾਂ ਨੇ ਵੀ ਇਤਿਹਾਸ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ। ਇਹਨਾਂ ਦਰਿਆਵਾਂ ਨੇ ਵਿਸ਼ੇਸ਼ ਤੌਰ ਤੇ ਉਹਨਾਂ ਦਿਨਾਂ ਦੇ ਵਿੱਚ ਜਦੋਂ ਇਹਨਾਂ ਦੇ ਵਿੱਚ ਹੜ੍ਹ ਆਇਆ ਵਾ ਹੁੰਦਾ ਸੀ, ਤਾਂ ਵਿਦੇਸ਼ੀ ਹਮਲਾਵਰਾਂ ਨੂੰ ਅੱਗੇ ਵਧਣ ਤੋਂ ਰੋਕਿਆ, ਭਾਵ ਕਿ ਜਦੋਂ ਦਰਿਆਵਾਂ ਦੇ ਵਿੱਚ ਹੜ੍ਹ ਆ ਜਾਣਾ ਸੀ ਤਾਂ ਕੋਈ ਵੀ ਹਮਲਾਵਰ ਜਿਹੜੇ ਕਿ ਦਰਿਆਵਾਂ ਨੂੰ ਪਾਰ ਨਹੀਂ ਕਰ ਸਕਦੇ, ਜਿਸ ਕਰਕੇ ਉਹ ਜਿਹੜੇ ਕਿ ਹਮਲਾ ਕਰਨ ਤੋਂ ਰੁਕ ਜਾਂਦੇ ਸੀ, ਤੇ ਦੇਸ਼ ਦੀ ਰੱਖਿਆ ਹੁੰਦੀ ਸੀ। ਤੇ ਇਸ ਤੋਂ ਇਲਾਵਾ ਜਿਹੜੇ ਕਿ ਇਹ ਦਰਿਆ ਨੇ ਹਮਲਾਵਰਾਂ ਲਈ ਮਾਰਗ ਨਿਰਧਾਰਿਤ ਵੀ ਬਣੇ ਨੇ, ਤੇ ਕੁਦਰਤੀ ਸੇਵਾਵਾਂ ਜਿਹੜੇ ਕਿ ਨਿਰਧਾਰਿਤ ਕਰਨ ਵਿੱਚ ਵੀ ਸਹਾਇਕ ਸਿੱਧ ਹੋਏ ਨੇ, ਬਾਉਂਡਰੀ ਫਿਕਸ ਕਰਨ ਦੇ ਵਿੱਚ ਵੀ ਸਹਾਇਕ ਸਿੱਧ ਹੋਏ ਨੇ। ਤੇ ਇਹ ਦਰਿਆ ਦੇ ਕਾਰਨ ਖੇਤੀਬਾੜੀ ਦੇ ਵਪਾਰ ਨੂੰ ਵੀ ਉਤਸ਼ਾਹਿਤ ਮਿਲਿਆ, ਕਿਉਂਕਿ ਜਿਹੜੇ ਕਿ ਸਮੁੰਦਰੀ ਮਾਰਗਾਂ ਰਾਹੀਂ ਜਿਹੜੇ ਕਿ ਵਪਾਰ ਵੀ ਕੀਤਾ ਜਾਂਦਾ ਸੀ, ਤੇ ਜਿਸ ਕਰਕੇ ਭਾਰਤ ਦੇ ਲੋਕ ਆ ਜਿਹੜੇ ਕਿ ਹਮੇਸ਼ਾ ਖੁਸ਼ਹਾਲ ਹੋਏ ਨੇ। ਅਗਲਾ ਹੈਗਾ ਤੁਹਾਡਾ ਪਹਾੜਾਂ ਦੇ ਜੰਗਲਾਂ ਨੇ ਕੀ ਪ੍ਰਭਾਵ ਪਾਇਆ। ਹਾਂਜੀ, ਪਹਾੜਾਂ ਦੇ ਜੰਗਲਾਂ ਨੇ ਵੀ ਭਾਰਤੀ ਇਤਿਹਾਸ ਤੇ ਡੂੰਘਾ ਪ੍ਰਭਾਵ ਪਾਇਆ। ਪੰਜਾਬ ਦੇ ਵਿੱਚ ਸਿੱਖਾਂ ਨੇ ਜਿਹੜੇ ਕਿ ਮੁਗਲਾਂ ਤੇ ਅਫਗਾਨਾਂ ਦੇ ਜ਼ੁਲਮਾਂ ਤੋਂ ਬਚਣ ਦੇ ਲਈ ਪਹਾੜਾਂ ਤੇ ਜੰਗਲਾਂ ਦੀ ਸ਼ਰਨ ਲਈ ਆ, ਠੀਕ ਹੈ, ਤੇ ਉਹ ਪਹਾੜਾਂ ਤੇ ਜੰਗਲਾਂ ਵਿੱਚ ਰਹਿ ਕੇ ਉਹਨਾਂ ਨੇ ਗੁਰੀਲਾ ਯੁੱਧ ਪ੍ਰਣਾਲੀ ਨੂੰ ਜਿਹੜੇ ਕਿ ਆਪਣੇ ਦੁਸ਼ਮਣਾਂ ਨੂੰ ਟੱਕਰ ਦਿੱਤੀ ਗੁਰੀਲਾ ਯੁੱਧ ਪ੍ਰਣਾਲੀ ਦੇ ਰਾਹੀਂ। ਤੇ ਗੁਰੀਲਾ ਯੁੱਧ ਪ੍ਰਣਾਲੀ ਕੀ ਹੁੰਦੀ ਹੈ ਕਿ ਜਿਹੜੇ ਕਿ ਹਮਲਾਵਰ ਜਦੋਂ ਨਹੀਂ ਹੈਗੇ ਤਾਂ ਅਚਾਨਕ ਜਿਹੜੇ ਕਿ ਹਮਲਾ ਕਰਨਾ, ਜਦੋਂ ਹਮਲਾਵਰ ਇੱਕੋ ਦਮ ਆ ਗਏ ਤਾਂ ਜੰਗਲਾਂ ਤੇ ਪਹਾੜਾਂ ਦੀ ਸ਼ਰਨ ਲੈ ਲੈਣਾ। ਤਾਂ ਇਹਦੇ ਵਿੱਚ ਇਸ ਦੇ ਰਾਹੀਂ ਹੀ ਜਿਹੜੇ ਕਿ ਸਿੱਖ ਆਪਣਾ ਸੁਤੰਤਰ ਰਾਜ ਸਥਾਪਿਤ ਕਰਨ ਦੇ ਵਿੱਚ ਸਫਲਤਾ ਪ੍ਰਾਪਤ ਕੀਤੀ, ਠੀਕ ਹੈ। ਤੇ ਇਸੇ ਤਰ੍ਹਾਂ ਮਹਾਰਾਸ਼ਟਰ ਜਿਹੜੇ ਕਿ ਇੱਕ ਪਰਬਤੀ ਪ੍ਰਦੇਸ਼ ਹੈ, ਜਿਹਦੇ ਵਿੱਚ ਸ਼ਿਵਾਜੀ ਦੇ ਅਧੀਨ ਮਰਾਠਿਆਂ ਨੇ ਵੀ ਮੁਗਲਾਂ ਨੂੰ ਕਦੇ ਸੁੱਖ ਦਾ ਸਾਹ ਨਹੀਂ ਲੈਣ ਦਿੱਤਾ, ਕਿਉਂਕਿ ਉੱਧਰ ਵੀ ਜਿਹੜੇ ਕਿ ਪਹਾੜ ਸੀ, ਜਿਸ ਕਰਕੇ ਪਰਬਤੀ ਇਲਾਕਾ ਸੀ, ਉਹ ਜਿਹੜੇ ਕਿ ਉਹਨਾਂ ਦੀ ਸ਼ਰਨ ਲੈਂਦੇ ਸੀ। ਤੇ ਮੁਗਲਾਂ ਨੇ ਆਪਣੇ ਵਿਸ਼ਾਲ ਸਾਧਨਾਂ ਦੇ ਬਾਵਜੂਦ ਵੀ ਮਰਾਠਿਆਂ ਦੇ ਵਿਰੁੱਧ ਜਿਹੜੇ ਕਿ ਉਹ ਸਫਲ ਨਹੀਂ ਹੋ ਸਕੇ ਸੀ, ਭਾਵ ਕਿ ਪਹਾੜਾਂ ਤੇ ਜੰਗਲਾਂ ਨੂੰ ਹਮੇਸ਼ਾ ਸ਼ਰਨ ਦੇਣ ਦਾ ਕੰਮ ਕੀਤਾ। ਹਾਂਜੀ, ਅੱਗੇ ਰਾਜਨੀਤਿਕ ਵਿਸ਼ੇਸ਼ਤਾਵਾਂ ਦਾ ਭਾਰਤ ਦੇ ਭੂਗੋਲਿਕ ਵਿਸ਼ੇਸ਼ਤਾਵਾਂ ਦਾ ਰਾਜਨੀਤਿਕ ਪ੍ਰਭਾਵ, ਇਹ ਆਪਣੇ ਲੌਂਗ ਕੁਐਸਚਨ ਕੀਤਾ ਹੋਇਆ, ਉਹ ਲੌਂਗ ਕੁਐਸਚਨ ਤੁਸੀਂ ਸਾਰੇ ਕਰੋ। ਲੌਂਗ ਕੁਐਸਚਨ ਦੇ ਵਿੱਚੋਂ ਹੀ ਸ਼ਾਰਟ ਨਿਕਲ ਜਾਂਦੇ ਨੇ ਵੈਸੇ ਤਾਂ, ਠੀਕ ਹੈ।
ਭਾਰਤ ਦੇ ਉੱਤਰ ਵਿੱਚ ਵਿਸ਼ਾਲ ਹਿਮਾਲਿਆ ਪਰਬਤ ਸਥਿਤ ਹੋਣ ਕਰਕੇ ਸਦੇ ਤੱਕ ਵਿਦੇਸ਼ੀ ਹਮਲਾਵਰ ਇਸ ਪਾਸੇ ਤੋਂ ਹਮਲਾ ਨਹੀਂ ਕਰ ਸਕੇ ਤੇ ਆਪਣੀ ਭੂਗੋਲਿਕ ਸਥਿਤੀ ਕਾਰਨ ਜਿਹੜੇ ਕਿ ਪੰਜਾਬ ਪ੍ਰਵੇਸ਼ ਦੁਆਰ ਰਿਹਾ ਹਮੇਸ਼ਾ ਤੇ ਦਿੱਲੀ ਸਦੀਆਂ ਤੋਂ ਭਾਰਤ ਦੀ ਰਾਜਧਾਨੀ ਰਿਹਾ ਤੇ ਗੰਗਾ ਦੇ ਸਿੰਧ ਦੇ ਮੈਦਾਨਾਂ ਜਿਹੜੇ ਕਿ ਉਪਜਾਊ ਹੋਣ ਕਰਕੇ ਅਨੇਕਾਂ ਪ੍ਰਸਿੱਧ ਸਾਮਰਾਜ ਦਾ ਜਿਹੜੇ ਕਿ ਇੱਥੇ ਉਦੈ ਹੋਇਆ। ਠੀਕ ਹੈ, ਤੇ ਆਪਣੀ ਭੂਗੋਲਿਕ ਸਥਿਤੀ ਦੇ ਕਾਰਨ ਹੀ ਭਾਰਤ ਦੇ ਦੱਖਣ ਪੂਰਬੀ ਏਸ਼ੀਆ ਦੇ ਦੇਸ਼ਾਂ ਦੇ ਨਾਲ ਗੂੜੇ ਸੰਬੰਧ ਰਹੇ। ਹਾਂਜੀ, ਅਗਲਾ ਕੁਐਸਚਨ ਹੈਗਾ ਭਿੰਨਤਾ ਵਿੱਚ ਏਕਤਾ ਤੋਂ ਕੀ ਭਾਵ ਹੈ ਜਾਂ ਏਕਤਾਵਾਂ ਵਿੱਚ ਭਿੰਨਤਾਵਾਂ ਠੀਕ ਹੈ ਜਾਂ ਏਕਤਾ ਵਿੱਚ ਅਨੇਕਤਾ। ਭਾਰਤ ਇੱਕ ਵਿਸ਼ਾਲ ਦੇਸ਼ ਹੈ ਤੇ ਜਿਸ ਕਰਕੇ ਇੱਥੇ ਭੂਗੋਲਿਕ, ਸਮਾਜਿਕ, ਧਾਰਮਿਕ, ਰਾਜਨੀਤਿਕ, ਧਾਰਮਿਕ, ਕਲਾ, ਭਾਸ਼ਾ ਦੇ ਵਿੱਚ ਭਿੰਨਤਾ ਪਾਈ ਜਾਂਦੀ ਹੈ ਤੇ ਇਹਨਾਂ ਭਿੰਨਤਾਵਾਂ ਦੇ ਹੁੰਦੇ ਹੋਏ ਵੀ ਇੱਥੇ ਵਿਭਿੰਨ ਜਾਤੀਆਂ, ਠੀਕ ਹੈ, ਧਰਮਾਂ ਤੇ ਭਾਸ਼ਾਵਾਂ ਦੇ ਲੋਕ ਸਦੀਆਂ ਤੋਂ ਇਕੱਠੇ ਰਹਿੰਦੇ ਨੇ ਤੇ ਭਾਰਤ ਦੇ ਵਿੱਚ ਜਿਹੜੀ ਸੰਸਕ੍ਰਿਤਿਕ ਤੌਰ ਤੇ ਸਾਂਝ ਹੈ ਤੇ ਸਾਰੇ ਭਾਰਤ ਦੇ ਵਿੱਚ ਬਜ਼ੁਰਗਾਂ ਦਾ ਸਤਿਕਾਰ ਕਰਨਾ ਤੇ ਸਾਂਝਾ ਪਰਿਵਾਰ ਪ੍ਰਣਾਲੀ ਸਦੀਆਂ ਤੋਂ ਪ੍ਰਚਲਿਤ ਰਹੀ, ਜਿਸ ਕਰਕੇ ਆਪਾਂ ਕਹਿ ਸਕਦੇ ਕਿ ਭਾਰਤ ਦੇ ਵਿੱਚ ਅਨੇਕਤਾਵਾਂ ਦੇ ਹੁੰਦੇ ਹੋਏ ਵੀ ਏਕਤਾ। ਹਾਂਜੀ, ਅਗਲਾ ਦੇਖੋ ਕੁਐਸਚਨ ਹੁਣ ਹੈਗਾ ਖੁੱਲਾ ਵੈਦਿਕ ਸਾਹਿਤ। ਵੈਦਿਕ ਸਾਹਿਤ ਦੇ ਵਿੱਚ ਸਾਰਾ ਕੁਝ ਵੇਰਵਾ ਆ ਜਾਊਗਾ। ਠੀਕ ਹੈ, ਵੈਦਿਕ ਸਾਹਿਤ ਨੂੰ ਭਾਰਤੀ ਇਤਿਹਾਸ ਦੇ ਵਿੱਚ ਵਿਸ਼ੇਸ਼ ਸਥਾਨ ਪ੍ਰਾਪਤ ਹੈ। ਇਹ ਉਹ ਸਾਹਿਤ ਹੈ ਜਿਸ ਦੀ ਰਚਨਾ ਆਰੀਆ ਲੋਕਾਂ ਨੇ ਕੀਤੀ ਸੀ ਸੰਸਕ੍ਰਿਤ ਭਾਸ਼ਾ ਦੇ ਵਿੱਚ। ਵੈਦਿਕ ਸਾਹਿਤ ਉਹ ਸਾਹਿਤ ਆ ਜਿਸ ਦੀ ਰਚਨਾ ਸੰਸਕ੍ਰਿਤ ਭਾਸ਼ਾ ਦੇ ਵਿੱਚ ਕੀਤੀ ਗਈ ਸੀ ਆਰੀਆ ਲੋਕਾਂ ਨੇ ਤੇ ਇਹਦੇ ਵਿੱਚ 4 ਵੇਦ ਨੇ। ਹੁਣ ਇੱਥੇ 4 ਵੇਦਾਂ ਦਾ ਤੁਸੀਂ ਨਾਮ ਲਿਖ ਸਕਦੇ ਹੋ, ਰਿਗਵੇਦ, ਸਾਮਵੇਦ, ਯਜੁਰਵੇਦ, ਅਥਰਵੇਦ ਤੇ ਇਹਨਾਂ ਦੇ ਵਿੱਚੋਂ ਸਭ ਤੋਂ ਪ੍ਰਾਚੀਨ ਤੇ ਮਹੱਤਵਪੂਰਨ ਵੇਦ ਹੈਗਾ ਰਿਗਵੇਦ। ਠੀਕ ਹੈ, ਤੇ ਰਿਗਵੇਦ ਦੀ ਰਚਨਾ 1500 ਤੋਂ ਲੈ ਕੇ 1000 ਈਸਵੀ ਪੂਰਵ ਦੇ ਵਿੱਚ ਹੋਈ ਤੇ ਸਾਮਵੇਦ ਹੈ ਜਿਹੜੇ ਕਿ ਮਿੱਠੇ ਗੀਤਾਂ ਦਾ ਸੰਗ੍ਰਹਿ ਕਿਹਾ ਜਾਂਦਾ ਇਹਨੂੰ। ਯਜੁਰਵੇਦ ਦੇ ਵਿੱਚ ਜਾਗਾਂ ਦੇ ਸਮੇਂ ਪੜ੍ਹੇ ਜਾਣ ਵਾਲੇ ਮੰਤਰ ਨੇ। ਅਥਰਵੇਦ ਦੇ ਵਿੱਚ ਜਿਹੜੇ ਕਿ ਜਾਦੂ ਟੂਣੇ ਤੇ ਇਸ ਤੋਂ ਇਲਾਵਾ ਬਿਮਾਰੀਆਂ ਤੋਂ ਬਚਾਅ ਦੇ ਲਈ ਦਵਾਈਆਂ ਦਾ ਵਰਣਨ ਕੀਤਾ। ਤੁਸੀਂ ਐਵੇਂ ਦੇਖ ਸਕਦੇ ਹੋ ਇਹਦੇ ਵਿੱਚ ਸਾਰਾ ਵਰਣਨ। ਤੇ ਇਸ ਤੋਂ ਇਲਾਵਾ ਆਇਰਨਿਕ ਜਿਨ੍ਹਾਂ ਦੀ ਰਚਨਾ ਜੰਗਲਾਂ ਦੇ ਵਿੱਚ ਕੀਤੀ ਗਈ, ਬ੍ਰਾਹਮਣ ਗ੍ਰੰਥ ਨੇ। ਠੀਕ ਹੈ, ਉਪਨਿਸ਼ਦਾਂ ਦੀ ਗਿਣਤੀ ਹੈਗੀ ਆ ਤੇ 108 ਉਪਨਿਸ਼ਦ ਨੇ। ਠੀਕ ਹੈ, ਤੇ ਬ੍ਰਾਹਮਣ ਗ੍ਰੰਥ ਨੇ ਇਹਨਾਂ ਦੀ ਰਚਨਾ ਵੇਦਾਂ ਤੋਂ ਬਾਅਦ ਹੋਈ ਸੀ। ਠੀਕ ਹੈ, ਤੇ ਇਹਨਾਂ ਦੇ ਵਿੱਚ ਵੇਦਾਂ ਦੀ ਸਰਲ ਵਿਆਖਿਆ ਦਿੱਤੀ ਹੋਈ ਆ ਬ੍ਰਾਹਮਣ ਗ੍ਰੰਥਾਂ ਦੇ ਵਿੱਚ। ਇਸ ਤੋਂ ਇਲਾਵਾ ਵੇਦਾਂਗ ਨੇ। ਠੀਕ ਹੈ, ਵੇਦਾਂਗਾਂ ਦੀ ਗਿਣਤੀ ਹੈਗੀ 6 ਤੇ ਇਸ ਤੋਂ ਇਲਾਵਾ ਸੂਤਰ, ਉਪਵੇਦ, ਧਰਮ ਸ਼ਾਸਤਰ, ਪੁਰਾਣ, ਠੀਕ ਹੈ, ਮਹਾਕਾਵ ਤੇ ਪੁਰਾਣਾਂ ਦੀ ਗਿਣਤੀ ਹੈਗੀ 18। ਤੁਸੀਂ ਐਵੇਂ ਵਧਾ ਸਕਦੇ ਹੋ। ਠੀਕ ਹੈ ਕੁਐਸਚਨ। ਤੇ ਇਹ ਸਾਰਾ ਸਾਹਿਤ ਹਿੰਦੂਆਂ ਤੇ ਵੱਖ-ਵੱਖ ਰਿਸ਼ੀਆਂ ਦੁਆਰਾ ਲਿਖਿਆ ਗਿਆ ਤੇ ਇਹ ਸਾਹਿਤ ਪ੍ਰਾਚੀਨ ਕਾਲ ਦੇ ਭਾਰਤ ਦੇ ਇਤਿਹਾਸ ਦੇ ਸੰਸਕ੍ਰਿਤੀ ਨੂੰ ਜਾਣਨ ਦਾ ਬਹੁਮੁੱਲਾ ਸੋਮਾ। 4 ਵੇਦ ਹੁਣੀ ਆਪਾਂ ਨੇ ਕੀਤਾ, 4 ਵੇਦ ਰਿਗਵੇਦ, ਸਾਮਵੇਦ, ਯਜੁਰਵੇਦ, ਅਥਰਵੇਦ। ਇਹਨਾਂ ਵਿੱਚ ਸਭ ਤੋਂ ਪੁਰਾਣਾ ਹੈਗਾ ਰਿਗਵੇਦ। ਸਭ ਤੋਂ ਪੁਰਾਣਾ ਤੇ ਮਹੱਤਵਪੂਰਨ ਵੇਦ ਆ ਰਿਗਵੇਦ ਤੇ ਇਹ ਸਾਨੂੰ ਆਰੀਆ ਦੇ ਮੁੱਢਲੇ ਜੀਵਨ ਦੇ ਵਿਸ਼ੇ ਬਾਰੇ ਦੇ ਵਿੱਚ ਦੱਸਦਾ। ਯਜੁਰਵੇਦ ਜੱਗ ਬਲੀਆਂ ਬਾਰੇ ਦੱਸਦਾ। ਠੀਕ ਹੈ, ਤੇ ਸਾਮਵੇਦ ਦੇ ਵਿੱਚ ਸਾਨੂੰ ਮੰਤਰਾਂ ਤੋਂ ਸਾਨੂੰ ਸਾਮਵੇਦ ਦੇ ਵਿੱਚ ਜਿਹੜੇ ਕਿ ਸੰਗੀਤ, ਇੱਥੇ ਲਾਈਨ ਗਲਤ ਲਿਖੀ ਹੋਈ ਹੈ। ਠੀਕ ਹੈ, ਯਜੁਰਵੇਦ ਦੇ ਵਿੱਚ ਜੱਗ ਵਿਧੀਆ ਕਿਵੇਂ ਹੋ ਸਕਦੇ ਨੇ, ਜੱਗਾਂ ਬਾਰੇ ਨੌਲੇਜ ਦਿੱਤੀ ਗਈ ਹੈ ਤੇ ਸਾਮਵੇਦ ਦੇ ਵਿੱਚ ਸੰਗੀਤ, ਸਾਮਵੇਦ ਤੋਂ ਭਾਵ ਸੰਗੀਤ ਬਾਰੇ ਜਿਹੜੀ ਕਿ ਜਿਹਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ। ਠੀਕ ਹੈ, ਇਹਦੇ ਵਿੱਚ ਸਾਮਵੇਦ ਨੂੰ ਮਿੱਠੇ ਗੀਤ ਵੀ ਕਿਹਾ ਜਾਂਦਾ। ਠੀਕ ਹੈ, ਮਿੱਠੇ ਗੀਤ ਤੇ ਇਹਦੇ ਆਪਣੇ 75 ਮੰਤਰ ਨੇ, ਬਾਕੀ ਸਾਰੇ ਨੇ ਰਿਗਵੇਦ ਤੋਂ ਲਏ ਨੇ, ਸਾਮਵੇਦ ਨੇ। ਤੇ ਅਥਰਵੇਦ ਦੇ ਵਿੱਚ ਜਾਦੂ ਟੂਣੇ, ਬੁਰੀ ਆਤਮਾ ਤੋਂ ਬਚਣ ਲਈ ਉਪਾਅ ਨੇ ਤੇ ਇਸ ਤੋਂ ਇਲਾਵਾ ਇਹਦੇ ਵਿੱਚ ਚਿਕਿਤਸਾ ਬਾਰੇ ਵੀ ਦੱਸਿਆ ਗਿਆ। ਠੀਕ ਹੈ, ਦਵਾਈਆਂ ਬਾਰੇ। ਅੱਗੇ ਹੈ ਰਿਗਵੇਦ। ਹੁਣ ਰਿਗਵੇਦ ਬਾਰੇ ਅਲੱਗ ਤੋਂ ਕੁਐਸਚਨ ਪੁੱਛ ਲਿਆ। ਰਿਗਵੇਦ ਆ ਰਿਹਾ ਸਭ ਤੋਂ ਮਹੱਤਵਪੂਰਨ, ਠੀਕ ਹੈ, ਪੁਰਾਣਾ ਤੇ ਮਹੱਤਵਪੂਰਨ ਵੇਦ ਆ। ਇਹਦੀ ਰਚਨਾ 1500 ਤੋਂ ਲੈ ਕੇ 1000 ਈਸਵੀ ਪੂਰਵ ਦੇ ਵਿੱਚ ਹੋਈ ਹੈ। ਇਹਦੇ ਵਿੱਚ 1028 ਸੂਕਤ ਨੇ, 10580 ਮੰਤਰ ਨੇ ਤੇ ਇਹਨੂੰ 10 ਮੰਡਲਾਂ ਦੇ ਵਿੱਚ ਵੰਡਿਆ ਗਿਆ ਰਿਗਵੇਦ ਨੂੰ। ਠੀਕ ਹੈ, ਤੇ ਇਹਨਾਂ ਮੰਤਰਾਂ ਦੇ ਵਿੱਚ ਦੇਵੀ ਦੇਵਤਿਆਂ ਤੇ ਇਹਦੇ ਵਿੱਚ ਜਿਹੜੇ ਕਿ ਇਹਨਾਂ ਮੰਤਰਾਂ ਦੇ ਵਿੱਚ ਦੇਵੀ ਦੇਵਤਿਆਂ ਦੀ ਪ੍ਰਸ਼ੰਸਾ ਕੀਤੀ ਗਈ ਹੈ। ਜਿਵੇਂ ਕਿ ਇੰਦਰ ਦੇਵਤਾ ਦੀ ਪ੍ਰਸ਼ੰਸਾ ਲਈ 250 ਸ਼ਬਦ ਨੇ, ਤੁਸੀਂ ਇਹ ਵੀ 250 ਮੰਤਰ ਨੇ। ਠੀਕ ਹੈ, ਇੰਦਰ ਦੇਵਤਾ ਦੀ ਪ੍ਰਸ਼ੰਸਾ ਲਈ ਸਭ ਤੋਂ ਜ਼ਿਆਦਾ ਮੰਤਰ ਨੇ, 250 ਸ਼ਬਦ ਇੰਦਰ ਦੇਵਤਾ ਦੀ ਪ੍ਰਸ਼ੰਸਾ ਦੇ ਵਿੱਚ ਲਿਖੇ ਗਏ ਨੇ ਇਹਦੇ ਵਿੱਚ ਰਿਗਵੇਦ ਦੇ ਵਿੱਚ। ਇਸ ਤੋਂ ਇਲਾਵਾ ਰਿਗਵੇਦ ਦੇ ਵਿੱਚ ਜਿਹੜੇ 10 ਮੰਡਲ ਨੇ, ਇਹਨਾਂ 10 ਮੰਡਲਾਂ ਦੇ ਵਿੱਚੋਂ ਪਹਿਲਾ ਤੇ 10ਵਾਂ ਮੰਡਲ ਬਾਅਦ ਦੇ ਵਿੱਚ ਜੋੜੇ ਗਏ ਨੇ। ਪਹਿਲਾ ਤੇ 10ਵਾਂ ਮੰਡਲ ਜਿਹੜੇ ਕਿ ਬਾਅਦ ਦੇ ਵਿੱਚ ਜੋੜੇ ਗਏ ਨੇ ਤੇ ਵੇਦਾਂ ਦੀ ਜਿਹੜੀ ਕਿ ਉਚਾਰਨਾ ਕਰਨ ਵਾਲੇ ਨੂੰ ਹੋਤਰੀ ਕਿਹਾ ਜਾਂਦਾ, ਹੋਤਰੀ। ਠੀਕ ਹੈ, ਤੇ ਰਿਗਵੇਦ ਦੇ ਵਿੱਚ ਗਾਇਤਰੀ ਮੰਤਰ ਵੀ ਦਿੱਤਾ ਗਿਆ ਜਿਹਨੂੰ ਅੱਜ ਜਿਹੜੇ ਕਿ ਹਿੰਦੂ ਅੱਜ ਵੀ ਜਿਹੜੇ ਕਿ ਰੋਜ਼ ਪੜ੍ਹਦੇ ਨੇ ਤੇ ਰਿਗਵੇਦ ਜਿਹੜੇ ਕਿ ਵੈਦਿਕ ਯੁੱਗ ਦੇ ਜੀਵਨ ਨੂੰ ਜਾਣਨ ਲਈ ਬਹੁਮੁੱਲਾ ਜਿਹੜੇ ਕਿ ਕੀਮਤੀ ਸੋਮਾ ਮੰਨਿਆ ਜਾਂਦਾ। ਠੀਕ ਹੈ, ਆਰੀਆ ਦੇ ਜੀਵਨ ਨੂੰ ਜਾਣਨ ਲਈ। ਅੱਗੇ ਹੈਗਾ ਵੇਦਾਂਗ। ਵੇਦਾਂਗਾਂ ਦੀ ਗਿਣਤੀ ਜਿਹੜੀ ਕਿ ਹੈਗੀ 6 ਤੇ ਇਹ ਗਿਣਤੀ ਦੇ ਵਿੱਚ 6 ਨੇ। ਇਹ ਅਲੱਗ-ਅਲੱਗ ਵਿਸ਼ਿਆਂ ਨਾਲ ਸੰਬੰਧਿਤ ਨੇ। ਇਹਨਾਂ ਦੇ ਨਾਂ ਨੇ ਜਿਵੇਂ ਸਿੱਖਿਆ, ਛੰਦ, ਕਲਪ, ਵਿਆਕਰਨ, ਨਿਰੁਕਤ, ਜੋਤਿਸ਼। ਇਹ ਇਹਨਾਂ ਦੇ 6 ਦੀ ਗਿਣਤੀ ਆ। ਇਹਨਾਂ ਦੇ ਵਿੱਚੋਂ ਜਿਹੜਾ ਕਿ ਕਲਪ ਵੇਦਾਂਗ ਉਹ ਸਭ ਤੋਂ ਮਹੱਤਵਪੂਰਨ ਹੈ, ਜਿਹਦੇ ਵਿੱਚ ਆਰੀਆ ਦੇ ਧਾਰਮਿਕ ਰੀਤੀ ਰਿਵਾਜਾਂ ਦਾ ਵਰਣਨ ਕੀਤਾ ਗਿਆ ਤੇ ਵੇਦਾਂ ਨੂੰ ਸਮਝਣ ਲਈ ਤੇ ਉਹਨਾਂ ਦਾ ਸਹੀ ਉਚਾਰਨ ਲਈ ਵੇਦਾਂਗਾਂ ਦਾ ਜਿਹੜੇ ਕਿ ਵਿਸ਼ੇਸ਼ ਮਹੱਤਵ ਹੈ। ਨੈਕਸਟ ਕੁਐਸਚਨ ਹੈ, ਅੱਗੇ ਹੈਗਾ
ਭਾਰਤ ਦੇ ਇਤਿਹਾਸ ਦੇ ਵਜੋਂ ਮਹਾਂਕਾਵਾਂ ਦਾ, ਹਾਂਜੀ ਮਹਾਂਕਾਵਾਂ ਦੇ ਵਿੱਚ ਆਉਂਦੇ ਨੇ ਜਿਹੜੇ ਕਿ ਦੋਨੋਂ ਹੀ ਰਾਮਾਇਣ ਤੇ ਮਹਾਂਭਾਰਤ, ਠੀਕ ਹੈ। ਤੇ ਇਹ ਦੋਨੋਂ ਹੀ ਮਹਾਂਕਾਵ ਨੇ। ਰਾਮਾਇਣ ਦੀ ਰਚਨਾ ਰਿਸ਼ੀ ਵਾਲਮੀਕ ਨੇ ਕੀਤੀ ਹੈ, ਮਹਾਂਭਾਰਤ ਦੀ ਰਚਨਾ ਰਿਸ਼ੀ ਵੇਦ ਵਿਆਸ ਨੇ ਕੀਤੀ ਹੈ। ਰਾਮਾਇਣ ਦੇ ਵਿੱਚ 24,000 ਸ਼ਲੋਕ ਨੇ, ਮਹਾਂਭਾਰਤ ਦੇ ਵਿੱਚ ਹੈਗੇ ਨੇ ਜਿਹੜੇ ਕਿ 1 ਲੱਖ ਸ਼ਲੋਕ ਨੇ, ਤੇ 1 ਲੱਖ ਸ਼ਲੋਕ ਤੋਂ ਵੀ ਵਧੇਰੇ ਨੇ। ਤੇ ਇਹ ਦੋਵੇਂ ਮਹਾਂਕਾਵ ਉਸ ਸਮੇਂ ਦੀ ਲੋਕਾਂ ਦੀ ਸਮਾਜਿਕ, ਧਾਰਮਿਕ, ਰਾਜਨੀਤਿਕ, ਆਰਥਿਕ ਹਾਲਤ ਬਾਰੇ ਜਿਹੜੀ ਕਿ ਆਪਾਂ ਨੂੰ ਭਰਪੂਰ ਜਾਣਕਾਰੀ ਦਿੰਦੇ ਨੇ। ਇਸ ਤੋਂ ਇਲਾਵਾ ਤੁਸੀਂ ਇਹਨਾਂ ਵਿੱਚ ਐਕਸਟਰਾ ਵੀ ਐਡ ਕਰ ਸਕਦੇ ਹੋ ਕਿ ਜਿਹੜੇ ਕਿ ਮਹਾਂਭਾਰਤ ਹੈ, ਜਿਹੜੇ ਕਿ ਮਹਾਂਭਾਰਤ ਨੂੰ ਸਭ ਤੋਂ ਵੱਡਾ ਮਹਾਂਕਾਵ ਕਿਹਾ ਜਾਂਦਾ। ਮਹਾਂਭਾਰਤ ਨੂੰ ਸਭ ਤੋਂ ਵੱਡਾ ਮਹਾਂਕਾਵ ਕਿਹਾ ਜਾਂਦਾ ਕਿਉਂਕਿ ਇਹਦੇ ਵਿੱਚ 1 ਲੱਖ ਤੋਂ ਵੱਧ ਸ਼ਲੋਕ ਨੇ। ਤੇ ਸ਼੍ਰੀ ਭਗਵਤ ਗੀਤਾ ਇਹ ਵੀ ਮਹਾਂਭਾਰਤ ਦਾ ਜਿਹੜੀ ਕਿ ਹਿੱਸਾ, ਸ਼੍ਰੀ ਭਗਵਤ ਗੀਤਾ ਮਹਾਂਭਾਰਤ ਦਾ ਹਿੱਸਾ। ਤੇ ਮਹਾਂਭਾਰਤ ਦਾ ਵਿਸ਼ਾ ਜਿਹੜੇ ਕਿ ਪਾਂਡਵਾਂ ਤੇ ਕੌਰਵਾਂ ਦੇ ਵਿਚਕਾਰ ਜਿਹੜੇ ਕਿ ਯੁੱਧ ਸੀ ਉਹ ਸੀ, ਠੀਕ ਹੈ। ਤੇ ਇਹ ਦੋਵੇਂ ਮਹਾਂਕਾਵ ਪ੍ਰਾਚੀਨ ਕਾਲ ਦੇ ਭਾਰਤ ਦੇ ਲੋਕਾਂ ਦੀ ਸਮਾਜਿਕ, ਧਾਰਮਿਕ, ਆਰਥਿਕ ਹਾਲਤ ਬਾਰੇ ਆਪਾਂ ਨੂੰ ਜਾਣਕਾਰੀ ਦਿੰਦੇ ਨੇ। ਅੱਗੇ ਹੈਗੇ ਨੇ ਤ੍ਰਿਪਿਟਕ, ਹਾਂਜੀ ਅੱਗੇ ਹੈਗਾ ਤ੍ਰਿਪਿਟਕ ਬੁੱਧ ਧਰਮ ਦੇ ਸਭ ਤੋਂ ਪ੍ਰਾਚੀਨ ਗ੍ਰੰਥ ਨੇ ਤੇ ਪਾਲੀ ਭਾਸ਼ਾ ਦੇ ਵਿੱਚ ਲਿਖੇ ਗਏ ਨੇ। ਤੇ ਇਹਨਾਂ ਦੇ ਨਾਂ ਨੇ ਵਿਨੇ ਪਿਟਕ, ਸੁੱਤੇ ਪਿਟਕ, ਅਭਿਧਮ ਪਿਟਕ। ਤੇ ਪਿਟਕ ਤੋਂ ਭਾਵ ਕੀ ਹੈ? ਟੋਕਰੀ, ਜਿਹਦੇ ਵਿੱਚ ਇਹਨਾਂ ਗ੍ਰੰਥਾਂ ਨੂੰ ਸੰਭਾਲ ਕੇ ਰੱਖਿਆ ਜਾਂਦਾ ਸੀ। ਤੇ ਵਿਨੇ ਪਿਟਕ ਦੇ ਵਿੱਚ ਬੋਧੀ ਭਿਕਸ਼ੂਨੀਆਂ ਦੇ ਜਿਹੜੇ ਕਿ ਰੋਜ਼ਾਨਾ ਜੀਵਨ ਸੰਬੰਧੀ ਤੇ ਸੰਘ ਦੇ ਜਿਹੜੇ ਨਿਯਮ ਨੇ ਉਹਨਾਂ ਬਾਰੇ ਜਾਣਕਾਰੀ ਸੀ ਵਿਨੇ ਪਿਟਕ ਦੇ ਵਿੱਚ। ਭਾਵ ਕਿ ਵਿਨੇ ਪਿਟਕ ਦੇ ਵਿੱਚ ਬੋਧੀ ਭਿਕਸ਼ੂਆਂ ਤੇ ਭਿਕਸ਼ੂਨੀਆਂ ਦੇ ਜਿਹੜੇ ਕਿ ਕਿਵੇਂ ਦੇ ਨਿਯਮ ਹੋਣਗੇ ਉਹ ਦੱਸਿਆ ਜਾਂਦਾ ਸੀ। ਤੇ ਸੁੱਤੇ ਪਿਟਕ ਦੇ ਵਿੱਚ ਮਹਾਤਮਾ ਬੁੱਧ ਦੀਆਂ ਸਿੱਖਿਆਵਾਂ ਸੀ। ਤੇ ਅਭਿਧਮ ਪਿਟਕ ਦੇ ਵਿੱਚ ਬੌਧ ਦਰਸ਼ਨ ਬਾਰੇ ਜਿਹੜੇ ਕਿ ਬੌਧ ਫਿਲਾਸਫੀ ਬਾਰੇ ਚਾਨਣਾ ਪਾਇਆ ਗਿਆ ਸੀ। ਤੇ ਤ੍ਰਿਪਿਟਕ ਨਾ ਕੇਵਲ ਬੁੱਧ ਧਰਮ ਸਗੋਂ ਉਸ ਸਮੇਂ ਦੀ ਸਮਾਜਿਕ, ਰਾਜਨੀਤਿਕ, ਧਾਰਮਿਕ, ਆਰਥਿਕ ਦਸ਼ਾ ਬਾਰੇ ਜਾਣਕਾਰੀ ਪ੍ਰਦਾਨ ਕਰਦੇ ਨੇ। ਅੱਗੇ ਹੈਗਾ ਅਰਥ ਸ਼ਾਸਤਰ, ਹਾਂਜੀ ਅਰਥ ਸ਼ਾਸਤਰ ਕੀ ਆ? ਅਰਥ ਸ਼ਾਸਤਰ ਦਾ ਲੇਖਕ ਸੀ ਕੌਟਲਿਆ ਜਿਹੜੇ ਕਿ ਚੰਦਰਗੁਪਤ ਮੌਰੀਆ ਦਾ ਪ੍ਰਧਾਨ ਮੰਤਰੀ ਸੀ, ਸਲਾਹਕਾਰ ਸੀ। ਤੇ ਜਿਹੜੇ ਕਿ ਕੌਟਲਿਆ ਨੂੰ ਚਾਣਕਿਆ ਵੀ ਕਿਹਾ ਗਿਆ, ਠੀਕ ਹੈ, ਕੌਟਲਿਆ ਨੂੰ ਚਾਣਕਿਆ ਵੀ ਕਿਹਾ ਗਿਆ। ਤੇ ਚੰਦਰਗੁਪਤ ਮੌਰੀਆ ਨੇ ਜਿਹੜੇ ਕਿ ਕੌਟਲਿਆ ਦੀ ਹੈਲਪ ਦੇ ਨਾਲ ਹੀ ਜਿਹੜੇ ਕਿ ਆਪਣਾ ਸਾਮਰਾਜ ਦਾ ਜਿਹੜੇ ਕਿ ਉਹ ਸਥਾਪਨਾ ਕੀਤੀ ਸੀ, ਠੀਕ ਹੈ, ਸਾਮਰਾਜ ਦੀ ਸਥਾਪਨਾ। ਤੇ ਉਹ ਆਪਣੇ ਸਮੇਂ ਦੇ ਇੱਕ ਮਹਾਨ ਵਿਦਵਾਨ ਸੀ ਕੌਟਲਿਆ। ਤੇ ਕੌਟਲਿਆ ਨੇ ਜਿਹੜਾ ਗ੍ਰੰਥ ਲਿਖਿਆ ਸੀ ਉਹਦਾ ਨਾਂ ਸੀ ਅਰਥ ਸ਼ਾਸਤਰ। ਤੇ ਅਰਥ ਸ਼ਾਸਤਰ ਦੀ ਜਿਹੜੀ ਕਿ ਰਚਨਾ ਦੀ ਤੁਲਨਾ ਜਿਹੜਾ ਮੈਕਾਵਲੀ ਸੀ ਉਹਦਾ ਪ੍ਰਸਿੱਧ ਗ੍ਰੰਥ ਸੀ ਦੀ ਪ੍ਰਿੰਸ, ਉਹਦੇ ਨਾਲ ਕੀਤੀ ਜਾਂਦੀ ਹੈ, ਠੀਕ ਹੈ। ਮਤਲਬ ਕਿ ਇੰਨਾ ਮਹਾਨ ਗ੍ਰੰਥ ਸੀ ਕਿ ਮੈਕਾਵਲੀ ਦੇ ਗ੍ਰੰਥ ਦੇ ਨਾਲ ਇਹਦੀ ਤੁਲਨਾ ਕੀਤੀ ਗਈ ਹੈ। ਤੇ ਇਹਦੇ ਅਰਥ ਸ਼ਾਸਤਰ ਦੇ ਵਿੱਚ 15 ਖੰਡਾਂ ਦੇ ਵਿੱਚ ਵੰਡਿਆ ਗਿਆ ਅਰਥ ਸ਼ਾਸਤਰ, ਭਾਵ ਕਿ ਇਹਦੇ 15 ਖੰਡ ਨੇ, ਠੀਕ ਹੈ। ਜਿਵੇਂ ਤੁਹਾਡੀ ਬੁੱਕ ਦੇ ਵਿੱਚ ਅੱਗੇ ਚੈਪਟਰ ਹੁੰਦੇ ਨੇ ਐਵੇਂ ਇਹਦੇ 15 ਖੰਡ ਨੇ। ਤੇ ਜਿਸ ਤੋਂ ਸਾਨੂੰ ਮੌਰੀਆ ਕਾਲ ਦੇ ਸ਼ਾਸਨ ਪ੍ਰਬੰਧ, ਲੋਕਾਂ ਦੀ ਆਰਥਿਕ ਦਸ਼ਾ ਬਾਰੇ ਜਾਣਕਾਰੀ ਮਿਲਦੀ ਹੈ। ਤੇ ਇਸ ਤੋਂ ਇਲਾਵਾ ਇਹਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਇੱਕ ਰਾਜੇ ਨੇ ਕਿਸ ਤਰੀਕੇ ਨਾਲ ਆਪਣਾ ਸ਼ਾਸਨ ਪ੍ਰਬੰਧ ਜਿਹੜੇ ਕਿ ਵਧੀਆ ਕਾਇਮ ਰੱਖ ਸਕਦਾ। ਅੱਗੇ ਹੈਗਾ ਰਾਜ ਤਰੰਗਣੀ, ਹਾਂਜੀ ਰਾਜ ਤਰੰਗਣੀ ਜਿਹੜੇ ਕਿ ਪ੍ਰਾਚੀਨ ਕਾਲ ਦੇ ਵਿੱਚ ਭਾਰਤੀ ਇਤਿਹਾਸ ਨਾਲ ਸੰਬੰਧਿਤ ਹੈ ਜਿਹੜੇ ਕਿ ਸਾਹਿਤਿਕ ਸਰੋਤਾਂ ਦੇ ਵਿੱਚ ਇੱਕ ਸਰੋਤ ਹੈ ਰਾਜ ਤਰੰਗਣੀ। ਤੇ ਇਹਦੀ ਰਚਨਾ 12ਵੀਂ ਸਦੀ ਦੇ ਵਿੱਚ ਕਸ਼ਮੀਰ ਦਾ ਇੱਕ ਪ੍ਰਸਿੱਧ ਜਿਹੜਾ ਵਿਦਵਾਨ ਸੀ ਕਲਹਨ ਨੇ ਕੀਤੀ ਸੀ। ਰਾਜ ਤਰੰਗਣੀ ਦੀ ਰਚਨਾ ਕਲਹਨ ਨੇ ਕੀਤੀ ਸੀ, ਜਿਹੜਾ ਕਸ਼ਮੀਰ ਦਾ ਵਿਦਵਾਨ ਸੀ। ਤਾਂ ਇਹਦੇ ਵਿੱਚ ਜਿਹੜੇ ਕਿ ਪੁਰਾਤਨ ਕਾਲ ਤੋਂ ਲੈ ਕੇ 12ਵੀਂ ਸਦੀ ਤੱਕ ਦੇ ਕਸ਼ਮੀਰ ਦੇ ਇਤਿਹਾਸ ਦਾ ਵਰਣਨ ਹੈ, ਠੀਕ ਹੈ। ਤੇ ਉਸ ਦੇ ਇਤਿਹਾਸ ਦਾ ਸਾਰੀ ਜਾਣਕਾਰੀ ਇਸ ਦੇ ਵਿੱਚ ਦਿੱਤੀ ਹੋਈ। ਤੇ ਇਸ ਗ੍ਰੰਥ ਦੇ ਵਿੱਚ ਘਟਨਾਵਾਂ ਬਹੁਤ ਵਿਸ਼ਵਾਸਯੋਗ ਨੇ, ਇਸ ਲਈ ਇਤਿਹਾਸਿਕ ਪੱਖ ਤੋਂ ਇਸ ਗ੍ਰੰਥ ਦੀ ਬਹੁਤ ਜ਼ਿਆਦਾ ਮਹੱਤਤਾ, ਠੀਕ ਹੈ। ਇਸ ਗ੍ਰੰਥ ਤੋਂ ਕਸ਼ਮੀਰ ਦੇ ਇਤਿਹਾਸ ਤੋਂ ਬਿਨਾਂ ਭਾਰਤ ਦੇ ਦੂਜੇ ਭਾਗਾਂ ਦੇ ਘਟਨਾਵਾਂ ਬਾਰੇ ਵੀ ਜਿਹੜੀ ਕਿ ਜਾਣਕਾਰੀ ਮਿਲਦੀ ਹੈ। ਅਗਲਾ ਹੈਗਾ ਪ੍ਰਿਥਵੀ ਰਾਜ ਰਾਸੋ, ਹਾਂਜੀ ਪ੍ਰਿਥਵੀ ਰਾਜ ਰਾਸੋ ਕਿਸ ਦੀ ਰਚਨਾ ਸੀ? ਇਹ ਸੀ ਚਾਂਦ ਬਰਦਾਈ ਦੀ, ਠੀਕ ਹੈ। ਪ੍ਰਿਥਵੀ ਰਾਜ ਰਾਸੋ ਦੀ ਰਚਨਾ ਕੀਤੀ ਸੀ ਚਾਂਦ ਬਰਦਾਈ ਨੇ, ਠੀਕ ਹੈ। ਤੇ ਉਹ ਪ੍ਰਸਿੱਧ ਰਾਜਪੂਤ ਸ਼ਾਸਕ ਪ੍ਰਿਥਵੀ ਰਾਜ ਚੌਹਾਨ ਦਾ ਦਰਬਾਰੀ ਕਵੀ ਸੀ, ਭਾਵ ਕਿ ਜਿਹੜਾ ਕਿ ਇੱਕ ਰਾਜਪੂਤ ਰਾਜਾ ਸੀ ਪ੍ਰਿਥਵੀ ਰਾਜ ਚੌਹਾਨ, ਉਹਦੇ ਦਰਬਾਰ ਦੇ ਵਿੱਚ ਇੱਕ ਕਵੀ ਸੀ ਜਿਹੜਾ ਸੀ ਚਾਂਦ ਬਰਦਾਈ। ਤੇ ਚਾਂਦ ਬਰਦਾਈ ਨੇ ਪ੍ਰਿਥਵੀ ਰਾਜ ਰਾਸੋ ਦੀ ਰਚਨਾ ਕੀਤੀ ਸੀ। ਤੇ ਇਸ ਗ੍ਰੰਥ ਦੇ ਵਿੱਚ ਪ੍ਰਿਥਵੀ ਰਾਜ ਚੌਹਾਨ ਦੇ ਜੀਵਨ, ਉਹਦੀਆਂ ਸਫਲਤਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਉਸਨੇ ਪ੍ਰਿਥਵੀ ਰਾਜ ਚੌਹਾਨ ਦਾ ਜਿਹੜੇ ਕਿ ਸੰਯੋਗਤਾ ਨਾਲ ਪਿਆਰ ਤੇ ਉਹਦਾ ਚੌਹਾਨ ਤੇ ਰਾਠੌਰ ਵੰਸ਼ਾਂ ਦੇ ਵਿੱਚ ਜਿਹੜੀ ਦੁਸ਼ਮਣੀ ਸੀ ਉਹਦਾ ਵਰਣਨ ਕੀਤਾ। ਤੇ ਇਤਿਹਾਸਿਕ ਪੱਖ ਤੋਂ ਇਹ ਮਹੱਤਵਪੂਰਨ ਗ੍ਰੰਥ ਆ। ਅੱਗੇ ਹੈਗਾ ਇੰਡਿਕਾ, ਹਾਂਜੀ ਇੰਡਿਕਾ ਇਹ ਵੀ ਖੁੱਲਾ ਕੁਐਸਚਨ ਆ। ਇੰਡਿਕਾ ਦਾ ਲੇਖਕ ਆ ਜਿਹੜੇ ਕਿ ਮੈਗਸਥੀਨ ਸੀ। ਮੈਗਸਥੀਨ ਯੂਨਾਨੀ ਸੀ। ਤੇ ਮੈਗਸਥੀਨ ਨੂੰ ਜਿਹੜਾ ਯੂਨਾਨੀ ਸ਼ਾਸਕ ਸੈਲਿਊਕਸ ਨੇ ਚੰਦਰਗੁਪਤ ਮੌਰੀਆ ਦੇ ਦਰਬਾਰ ਦੇ ਵਿੱਚ 302 ਈਸਵੀ ਤੋਂ ਲੈ ਕੇ 298 ਈਸਵੀ ਪੂਰਵ ਤੱਕ ਜਿਹੜੇ ਕਿ ਭੇਜਿਆ ਸੀ। ਭਾਵ ਕਿ ਆਪਾਂ ਕਹਿ ਸਕਦੇ ਕਿ ਇਹ ਇੱਕ ਯੂਨਾਨੀ ਜਿਹੜਾ ਕਿ ਯੂਨਾਨੀ ਲੇਖਕ ਸੀ। ਤੇ ਇਸ ਯੂਨਾਨੀ ਲੇਖਕ ਨੂੰ ਜਿਹੜਾ ਯੂਨਾਨੀ ਸ਼ਾਸਕ ਸੀ ਸੈਲਿਊਕਸ ਨੇ ਚੰਦਰਗੁਪਤ ਮੌਰੀਆ ਦਰਬਾਰ ਦੇ ਵਿੱਚ ਭੇਜਿਆ ਸੀ। ਤੇ ਜਿਹੜੇ ਕਿ ਮੈਗਸਥੀਨ ਸੀ ਚੰਦਰਗੁਪਤ ਮੌਰੀਆ ਦਰਬਾਰ ਦੇ ਵਿੱਚ ਉਹ 302 ਈਸਵੀ ਪੂਰਵ ਤੋਂ ਲੈ ਕੇ 298 ਈਸਵੀ ਪੂਰਵ ਤੱਕ ਰਿਹਾ, ਠੀਕ ਹੈ। ਤੇ ਜਿਹੜਾ ਸੈਲਿਊਕਸ ਇਹ ਚੰਦਰਗੁਪਤ ਮੌਰੀਆ ਦਾ ਜਿਹੜੇ ਕਿ ਸਹੁਰਾ ਸੀ, ਠੀਕ ਹੈ।
ਤਾਂ ਇਸ ਦੇ ਵਿੱਚ ਉਹਨੇ ਆਪਣੇ ਇਸ ਜਿਹੜੇ ਇੰਡਿਕਾ ਗ੍ਰੰਥ ਲਿਖਿਆ, ਇਹਦੇ ਵਿੱਚ ਚੰਦਰਗੁਪਤ ਮੌਰੀਆ ਉਹਦੇ ਦਰਬਾਰ ਬਾਰੇ, ਉਹਦੇ ਸ਼ਾਸਨ ਪ੍ਰਬੰਧ ਬਾਰੇ, ਉਸ ਸਮੇਂ ਦੀ ਸਮਾਜਿਕ ਧਾਰਮਿਕ ਦਸ਼ਾ ਬਾਰੇ ਜਾਣਕਾਰੀ ਦਿੱਤੀ ਗਈ ਹੈ ਤੇ ਇਹ ਆਪਾਂ ਨੂੰ ਉਸ ਸਮੇਂ ਦੀ ਦਸ਼ਾ ਨੂੰ ਜਾਣਨ ਦਾ ਜਿਹੜਾ ਕਿ ਇੱਕ ਬਹੁਮੁੱਲਾ ਸੋਮਾ। ਤੇ ਮੈਗਸਥੀਨ ਨੇ ਇੰਡਿਕਾ ਦੇ ਵਿੱਚ ਹੀ ਜਿਹੜੇ ਕਿ ਪਾਟਲੀਪੁੱਤਰ ਬਾਰੇ ਬਹੁਤ ਜਿਹੜੇ ਕਿ ਵਰਣਨ ਕੀਤਾ ਤੇ ਉਹਦੀ ਸ਼ਾਨੋ ਸ਼ੌਕਤ ਬਾਰੇ ਦੱਸਿਆ। ਠੀਕ ਹੈ, ਇਸ ਤੋਂ ਇਲਾਵਾ ਉਹਨੇ ਇਹ ਵੀ ਦੱਸਿਆ ਕਿ ਇੰਡਿਕਾ ਦੇ ਵਿੱਚ ਕਿ ਮੈਗਸਥੀਨ ਨੇ ਉਸ ਸਮੇਂ ਦੇ ਵਿੱਚ ਦੱਸਿਆ ਕਿ ਜਿਹੜਾ ਸਮਾਜ 7 ਵਰਗਾਂ ਦੇ ਵਿੱਚ ਵੰਡਿਆ ਹੋਇਆ ਸੀ। ਠੀਕ ਹੈ, ਤੇ ਲੋਕਾਂ ਦਾ ਜੀਵਨ ਹੈ ਜਿਹੜੇ ਕਿ ਆਮ ਤੌਰ ਤੇ ਲੋਕ ਨੈਤਿਕਤਾ ਨੂੰ ਬਹੁਤ ਮੰਨਦੇ ਸੀ, ਇਮਾਨਦਾਰ ਹੁੰਦੇ ਸੀ। ਇਹ ਸਾਰਾ ਉਹਦੇ ਇੰਡਿਕਾ ਦੇ ਵਿੱਚ ਵਰਣਨ ਕੀਤਾ ਹੋਇਆ। ਠੀਕ ਹੈ, ਇਸ ਤੋਂ ਇਲਾਵਾ ਜਿਹੜੇ ਕਿ ਰਾਜਾ ਜਿਹੜੇ ਕਿ ਆਪਣਾ ਵਧੀਆ ਪ੍ਰਬੰਧ ਚਲਾਉਣ ਲਈ ਜਿਹੜੇ ਕਿ 5-5 ਮੈਂਬਰਾਂ ਦੀ 6-6 ਸਮਿਤੀਆਂ ਬਣਾਈਆਂ ਹੋਈਆਂ ਸੀ, ਉਹ ਵੀ ਇਹਦੇ ਇੰਡਿਕਾ ਦੇ ਵਿੱਚ ਵਰਣਨ ਕੀਤਾ ਹੋਇਆ। ਅੱਗੇ ਹੈਗਾ ਐਲਬਰੂਨੀ। ਹਾਂਜੀ, ਐਲਬਰੂਨੀ ਇੱਕ ਮੱਧਕਾਲ ਦਾ ਇੱਕ ਪ੍ਰਸਿੱਧ ਵਿਦਵਾਨ ਸੀ ਤੇ ਉਹ ਮਹਿਮੂਦ ਗਜ਼ਨਵੀ ਨੇ ਜਦੋਂ ਭਾਰਤ ਦੇ ਵਿੱਚ ਹਮਲਾ ਕੀਤਾ ਸੀ ਤਾਂ ਮਹਿਮੂਦ ਗਜ਼ਨਵੀ ਦੇ ਨਾਲ ਜਿਹੜੇ ਕਿ ਭਾਰਤ ਦੇ ਵਿੱਚ ਆਇਆ ਸੀ ਤੇ ਮਹਿਮੂਦ ਗਜ਼ਨਵੀ ਦੇ ਹਮਲਿਆਂ ਦੇ ਸਮੇਂ ਉਹ ਭਾਰਤ ਦੇ ਵਿੱਚ ਆ ਗਿਆ। ਤਾਂ ਉਹਨੇ ਉਸ ਸਮੇਂ ਦਾ ਜਿਹੜਾ ਸਾਰਾ ਹਾਲ ਸੀ ਜਦੋਂ ਮਹਿਮੂਦ ਗਜ਼ਨਵੀ ਨੇ ਜਿਹੜੇ ਕਿ ਹਮਲਾ ਕੀਤਾ ਸੀ ਤੇ ਮਹਿਮੂਦ ਗਜ਼ਨਵੀ ਨੇ ਭਾਰਤ ਦੇ ਵਿੱਚ 17 ਹਮਲੇ ਕੀਤੇ ਸੀ। ਠੀਕ ਹੈ, ਤਾਂ ਉਹਨਾਂ ਦੇ ਹਮਲਿਆਂ ਦਾ ਜਿਹੜੇ ਕਿ ਉਹਨੇ ਅੱਖੀ ਡਿੱਠਾ ਹਾਲ ਆ ਜਿਹੜੇ ਕਿ ਇੱਕ ਕਿਤਾਬ ਲਿਖੀ ਸੀ ਉਹਨੇ, ਤਹਿਕੀਕ-ਏ-ਹਿੰਦ, ਜਾਂ ਜਿਹਨੂੰ ਕਹਿੰਦੇ ਨੇ ਕਿਤਾਬ-ਉਲ-ਹਿੰਦ, ਤਹਿਕੀਕ-ਏ-ਹਿੰਦ ਜਾਂ ਕਿਤਾਬ-ਉਲ-ਹਿੰਦ ਨਾਂ ਦੇ ਗ੍ਰੰਥ ਦੀ ਰਚਨਾ ਕੀਤੀ ਸੀ। ਤੇ ਇਹ ਗ੍ਰੰਥ ਆ ਜਿਹੜੇ ਕਿ ਅਰਬੀ ਭਾਸ਼ਾ ਦੇ ਵਿੱਚ ਲਿਖਿਆ ਗਿਆ। ਕਿਹੜੀ ਭਾਸ਼ਾ ਦੇ ਵਿੱਚ ਲਿਖਿਆ ਉਹਨੇ? ਅਰਬੀ ਭਾਸ਼ਾ ਦੇ ਵਿੱਚ। ਤੇ ਇਹ ਗ੍ਰੰਥ 11ਵੀਂ ਸਦੀ ਦੇ ਭਾਰਤੀ ਇਤਿਹਾਸ ਤੇ ਸੰਸਕ੍ਰਿਤੀ ਨੂੰ ਜਾਣਨ ਦਾ ਜਿਹੜੇ ਕਿ ਬਹੁਮੁੱਲਾ ਸੋਮਾ। ਅੱਗੇ ਹੈਗਾ ਫਿਰਦੌਸੀ। ਹਾਂਜੀ, ਫਿਰਦੌਸੀ ਮਹਿਮੂਦ ਗਜ਼ਨਵੀ ਦੇ ਦਰਬਾਰ ਦਾ ਸਭ ਤੋਂ ਪ੍ਰਸਿੱਧ ਫਾਰਸੀ ਦਾ ਕਵੀ ਸੀ। ਠੀਕ ਹੈ, ਫਾਰਸੀ ਭਾਸ਼ਾ ਦਾ ਕਵੀ ਸੀ ਇਹ। ਤੇ ਜਿਹੜੀ ਐਲਬਰੂਨੀ ਨੇ ਲਿਖੀ ਸੀ ਉਹ ਅਰਬੀ ਭਾਸ਼ਾ ਦੇ ਵਿੱਚ ਲਿਖੀ ਸੀ। ਤੇ ਇਹਨੇ ਫਿਰਦੌਸੀ ਨੇ ਸ਼ਾਹਨਾਮਾ ਗ੍ਰੰਥ ਦੀ ਰਚਨਾ ਕੀਤੀ ਸੀ ਜਿਹਦੇ ਵਿੱਚ 60,000 ਸ਼ੇਅਰ ਦਿੱਤੇ ਗਏ ਨੇ। ਤੇ ਇਸ ਗ੍ਰੰਥ ਦੇ ਵਿੱਚ ਫਿਰਦੌਸੀ ਨੇ ਮਹਿਮੂਦ ਗਜ਼ਨਵੀ ਦੇ ਜੀਵਨ ਤੇ ਉਹਦੇ ਜੀਵਨ ਦੀਆਂ ਸਫਲਤਾਵਾਂ ਬਾਰੇ ਭਰਪੂਰ ਪ੍ਰਸ਼ੰਸਾ ਕੀਤੀ ਹੈ। ਤੇ ਫਿਰਦੌਸੀ ਦੀ ਜਿਹੜੀ ਕਿ ਰਚਨਾ ਬਹੁਤ ਉੱਚ ਕੋਟੀ ਦੀ ਸੀ, ਜਿਸ ਕਰਕੇ ਇਹਨੂੰ ਫਾਰਸ ਦਾ ਹੋਮਰ ਵੀ ਕਿਹਾ ਜਾਂਦਾ। ਫਿਰਦੌਸੀ ਨੂੰ ਫਾਰਸ ਦਾ ਹੋਮਰ ਵੀ ਕਿਹਾ ਜਾਂਦਾ। ਅੱਗੇ ਹੈਗਾ ਹੜੱਪਾ ਸੱਭਿਅਤਾ ਬਾਰੇ। ਹਾਂਜੀ, ਸਿੰਧ ਘਾਟੀ ਦੀ ਖੋਜ। ਸਿੰਧ ਘਾਟੀ ਸੱਭਿਅਤਾ ਭਾਰਤ ਦੀ ਸਭ ਤੋਂ ਪੁਰਾਣੀ ਸੱਭਿਅਤਾ ਜਿਹਦਾ ਜਿਹੜੇ ਕਿ ਸਾਰਾ ਸਿਹਰਾ ਜਾਂਦਾ ਦਿਆਰਾਮ ਸਾਹਨੀ ਨੂੰ, ਕਿਉਂਕਿ ਦਿਆਰਾਮ ਸਾਹਨੀ ਨੇ ਹੀ ਜਿਹੜੇ ਕਿ 1921 ਈਸਵੀ ਦੇ ਵਿੱਚ ਹੜੱਪਾ ਦੇ ਸਥਾਨ ਦੀ ਜਿਹੜੇ ਕਿ ਖੋਜ ਕੀਤੀ ਸੀ। ਤੇ 1922 ਈਸਵੀ ਦੇ ਵਿੱਚ ਪੁਰਾਤੱਤਵ ਵਿਭਾਗ ਦਾ ਇੱਕ ਹੋਰ ਪ੍ਰਸਿੱਧ ਵਿਦਵਾਨ ਸੀ R.D. ਬੈਨਰਜੀ, ਇਹਨੇ ਮੋਹਨਜੋਦੜੋ ਦੀ ਖੋਜ ਕੀਤੀ ਸੀ। ਤੇ ਇਸ ਤੋਂ ਬਾਅਦ ਕੁਝ ਹੋਰ ਜਿਹੜੇ ਕਿ ਖੋਜਾਂ ਸਰ ਜਾਨ ਮਾਰਸ਼ਲ, ਸਰ ਮਰਟੀਮਰ ਵੀਲਰ, MS ਵਤਸ, NJ ਮਜੂਮਦਾਰ, ਇਹਨਾਂ ਸਾਰਿਆਂ ਦੀ ਅਗਵਾਈ ਹੇਠ ਕੀਤੀ ਗਈ। ਹਾਂਜੀ, ਅੱਗੇ ਹੈਗਾ ਸਿੰਧ ਘਾਟੀ ਸੱਭਿਅਤਾ ਦੇ ਕਾਲ ਬਾਰੇ ਤੁਸੀਂ ਕੀ ਜਾਣਦੇ ਹੋ? ਸਮਾਂ ਕੀ ਸੀ? ਇਹਦੇ ਵਿੱਚ ਸਰ ਜਾਨ ਮਾਰਸ਼ਲ ਤੇ ਦੂਜੇ ਸਿੰਧੂ ਸੱਭਿਅਤਾ ਨੂੰ ਜਿਹੜੇ ਕਿ ਮੈਸੋਪੋਟਾਮੀਆ ਤੇ ਮਿਸਰ ਦੀ ਸੱਭਿਅਤਾ ਦਾ ਸਮਕਾਲੀ ਮੰਨਣ ਕਰਕੇ ਇਹਦਾ ਸਮਾਂ 3250 ਤੋਂ ਲੈ ਕੇ 2750 ਈਸਵੀ ਪੂਰਵ ਤੱਕ ਮੰਨਦੇ ਨੇ। ਤੇ ਡਾਕਟਰ R.S. ਤ੍ਰਿਪਾਠੀ ਨੇ ਇਸ ਵਿਚਾਰ ਦਾ ਸਮਰਥਨ ਕੀਤਾ। ਤੇ ਅਗਰ ਤੁਸੀਂ ਇਹ ਰਾਈਟਰ ਵਗੈਰਾ ਯਾਦ ਕਰਨਾ ਤੁਸੀਂ ਕਰ ਸਕਦੇ ਹੋ, ਨਹੀਂ ਤੁਸੀਂ ਸਿੱਧਾ ਹੀ ਕਹਿ ਸਕਦੇ ਹੋ ਕਿ ਸਰ ਜਾਨ ਮਾਰਸ਼ਲ ਨੇ ਤਾਂ 3250 ਤੋਂ ਲੈ ਕੇ 2750 ਈਸਵੀ ਤੱਕ ਦਾ ਸਮਾਂ ਦੱਸਿਆ। ਤੇ ਕੁਛ ਰਾਈਟਰਾਂ ਦੇ ਅਨੁਸਾਰ ਹੈ ਜਿਹੜੇ ਕਿ ਕੁਛ ਇਤਿਹਾਸਕਾਰਾਂ ਦੇ ਅਨੁਸਾਰ ਇਸ ਦਾ ਸਮਾਂ 2300 ਤੋਂ ਲੈ ਕੇ 1750 ਤੱਕ ਆ। ਬਟ ਸਿੰਧੂ ਘਾਟੀ ਸੱਭਿਅਤਾ ਦਾ ਜ਼ਿਆਦਾਤਰ ਸਮਾਂ ਜਿਹੜੇ ਕਿ ਮੰਨਿਆ ਜਾ ਸਕਦਾ 2500 ਤੋਂ ਲੈ ਕੇ 1700 ਈਸਵੀ ਤੱਕ। ਠੀਕ ਹੈ, ਪਰੰਤੂ ਜਦੋਂ ਕਿ ਵਿਦਵਾਨਾਂ ਨੂੰ ਇਸ ਸੱਭਿਅਤਾ ਦੀ ਲਿਪੀ ਦਾ ਪੂਰਾ ਗਿਆਨ ਨਹੀਂ ਹੋ ਜਾਂਦਾ ਉਦੋਂ ਤੱਕ ਇਸ ਸੱਭਿਅਤਾ ਦੇ ਕਾਲ ਬਾਰੇ ਕੁਛ ਨਹੀਂ ਕਿਹਾ ਜਾ ਸਕਦਾ। ਇਸ ਕਰਕੇ ਜਿਹੜੇ ਕਿ ਵਰਤਮਾਨ ਸਥਿਤੀ ਦੇ ਵਿੱਚ ਇਸ ਸੱਭਿਅਤਾ ਦਾ ਸਮਾਂ 2800 ਤੋਂ ਲੈ ਕੇ 1500 ਈਸਵੀ ਤੱਕ ਕਿਹਾ ਜਾਂਦਾ। ਠੀਕ ਹੈ, ਤੇ ਕਈ ਬੁੱਕਸ ਦੇ ਵਿੱਚ ਤੁਹਾਨੂੰ ਇਹ ਸਮਾਂ ਵੀ ਮਿਲਦਾ ਕਿ 2250 ਤੋਂ ਲੈ ਕੇ ਜਿਹੜੇ ਕਿ 1750 ਈਸਵੀ ਤੱਕ। ਤੇ ਇਹ ਸਿੰਧ ਘਾਟੀ ਸੱਭਿਅਤਾ ਜਿਹੜੇ ਕਿ 5000 ਵਰੇ ਪੁਰਾਣੀ ਹੈ। ਅੱਗੇ ਹੈਗਾ ਸਿੰਧ ਘਾਟੀ ਸੱਭਿਅਤਾ ਦਾ ਵਿਸਥਾਰ। ਹਾਂਜੀ, ਸਿੰਧ ਘਾਟੀ ਸੱਭਿਅਤਾ ਇੱਕ ਵਿਸ਼ਾਲ ਖੇਤਰ ਦੇ ਵਿੱਚ ਫੈਲੀ ਹੋਈ ਆ। ਇਹ ਸੱਭਿਅਤਾ ਪਾਕਿਸਤਾਨ ਦੇ ਭਾਰਤ ਵਿੱਚ ਹੁਣ ਤੱਕ ਜਿਹੜੇ ਕਿ ਇਹਦੇ 300 ਕੇਂਦਰਾਂ ਦੀ ਖੋਜ ਹੋ ਚੁੱਕੀ ਹੈ। ਤੇ ਇਹ ਇਸ ਕੇਂਦਰਾਂ ਦੇ ਆਧਾਰ ਤੇ ਹੀ ਸਿੰਧ ਘਾਟੀ ਸੱਭਿਅਤਾ ਪਾਕਿਸਤਾਨ ਦੇ ਸਿੰਧ ਉੱਤਰ ਪੱਛਮੀ ਸੀਮਾ ਪ੍ਰਦੇਸ਼ਾਂ ਤੱਕ, ਪੰਜਾਬ ਬਲੋਚਿਸਤਾਨ ਦੇ ਖੇਤਰਾਂ ਤੱਕ, ਪੰਜਾਬ, ਹਰਿਆਣਾ, ਰਾਜਸਥਾਨ, ਠੀਕ ਹੈ, ਇਹਨਾਂ ਸਾਰੇ ਉਹਨਾਂ ਤੱਕ ਫੈਲੀ ਹੋਈ ਹੈ। ਇਸ ਦੇ ਵਿੱਚ ਤੁਸੀਂ ਇਹ ਵੀ ਲਿਖ ਸਕਦੇ ਹੋ ਕਿ ਪਾਕਿਸਤਾਨ ਦੇ ਵਿੱਚ ਹੜੱਪਾ, ਮੋਹਨਜੋਦੜੋ, ਠੀਕ ਹੈ, ਇਹ ਫੇਮਸ ਹੋ ਗਏ। ਤੇ ਪੰਜਾਬ ਦੇ ਵਿੱਚ ਕੋਟਲਾ ਨਿਹੰਗ ਖਾਂ, ਠੀਕ ਹੈ, ਸੰਘੋਲ ਲੁਧਿਆਣੇ ਦੇ ਵਿੱਚ, ਤੇ ਕੋਟਲਾ ਨਿਹੰਗ ਖਾਂ ਹੈਗਾ ਰੋਪੜ ਦੇ ਵਿੱਚ, ਤੇ ਕਾਲੀਬੰਗਾ ਹੈਗਾ ਰਾਜਸਥਾਨ ਦੇ ਵਿੱਚ, ਲੋਥਲ ਦੇ ਵਿੱਚ ਗੁਜਰਾਤ, ਉੱਤਰ ਪ੍ਰਦੇਸ਼ ਵਿੱਚ ਆਲਮਗੀਰਪੁਰ, ਹਰਿਆਣਾ ਦੇ ਵਿੱਚ ਬਨਾਵਲੀ। ਤੇ ਇਸ ਦਾ ਜਿਹੜੇ ਕਿ ਘੇਰਾ ਤੁਸੀਂ ਲਿਖ ਸਕਦੇ ਹੋ ਕਿ 13 ਲੱਖ ਵਰਗ ਕਿਲੋਮੀਟਰ ਤੱਕ ਫੈਲਿਆ ਹੋਇਆ ਸੀ। ਜੇ ਇਹ ਯਾਦ ਨਹੀਂ ਰਹਿੰਦਾ ਤਾਂ 13 ਲੱਖ ਵਰਗ ਕਿਲੋਮੀਟਰ ਕਹਿ ਸਕਦੇ ਹੋ। ਤੇ ਇਸ ਤੋਂ ਅੱਗੇ ਹੈਗਾ ਹੜੱਪਾ। ਹਾਂਜੀ, ਹੜੱਪਾ ਬਾਰੇ ਤੁਸੀਂ ਜਿੰਨੀ ਵੀ ਨੌਲੇਜ ਤੁਸੀਂ ਇਹਦੇ ਵਿੱਚ ਸਾਰੀ ਐਡ ਕਰ ਸਕਦੇ ਹੋ।
ਹਾਂਜੀ ਹੜੱਪਾ ਜਿਹੜੀ ਸਿੰਧ ਘਾਟੀ ਸਭਿਅਤਾ ਦਾ ਸਭ ਤੋਂ ਵਿਸ਼ਾਲ ਨਗਰ ਹੈ ਤੇ ਇਹ ਪੱਛਮੀ ਪੰਜਾਬ ਭਾਵ ਕਿ ਪਾਕਿਸਤਾਨ ਦੇ ਵਿੱਚ ਮਿੰਟਗੁਮਰੀ ਜ਼ਿਲ੍ਹੇ ਦੇ ਵਿੱਚ ਸਥਿਤ ਆ ਰਾਵੀ ਨਦੀ ਦੇ ਕੰਢੇ ਤੇ। ਠੀਕ ਹੈ, ਰਾਵੀ ਨਦੀ ਦੇ ਕੰਢੇ ਤੇ ਸਥਿਤ ਆ ਹੜੱਪਾ ਤੇ ਇਹਦੀ ਖੋਜ 1921 ਵਿੱਚ ਦਯਾਰਾਮ ਸਾਹਨੀ ਨੇ ਕੀਤੀ ਸੀ ਤੇ ਇੱਥੋਂ ਮਕਾਨ, ਸੜਕਾਂ, ਨਾਲੀਆਂ ਜਿਹੜੇ ਕਾਫੀ ਯੋਜਨਾਬੱਧ ਢੰਗ ਦੇ ਨਾਲ ਤਿਆਰ ਕੀਤੀਆਂ ਗਈਆਂ ਸੀ ਤੇ ਇਸ ਸਿੰਧ ਘਾਟੀ ਸਭਿਅਤਾ ਦਾ ਸਭ ਤੋਂ ਵਿਸ਼ਾਲ ਜਿਹੜਾ ਕਿ ਗੋਦਾਮ ਇਸ ਦੇ ਵਿੱਚ ਮਿਲਿਆ ਹੜੱਪਾ ਦੇ ਵਿੱਚ। ਸਭ ਤੋਂ ਵੱਡਾ ਜਿਹੜਾ ਕਿ ਵਿਸ਼ਾਲ ਗੋਦਾਮ ਆ ਜਿਹੜੇ ਕਿ ਹੜੱਪਾ ਦੇ ਵਿੱਚ ਮਿਲਿਆ ਤੇ ਇਸ ਤੋਂ ਇਲਾਵਾ ਜਿਹੜੇ ਕਿ ਇਹ ਵਾਲਾ ਇਲਾਕਾ ਜਿਹੜੇ ਕਿ ਹੜੱਪਾ ਜਿਹੜਾ ਇਲਾਕਾ ਮੋਹਨਜੋਦੜੋ ਤੋਂ ਵੱਡਾ ਸੀ ਤੇ ਇਹ ਹੜੱਪਾ ਜਿਹੜੇ ਕਿ ਹੜੱਪਾ ਦੇ ਨਾਂ ਤੇ ਹੀ ਸਿੰਧ ਘਾਟੀ ਸਭਿਅਤਾ ਨੂੰ ਹੜੱਪਾ ਸਭਿਅਤਾ ਕਿਹਾ ਜਾਣ ਲੱਗਾ ਕਿਉਂਕਿ ਹੜੱਪਾ ਦੀ ਇਸ ਖੋਜ ਸਭ ਤੋਂ ਪਹਿਲਾਂ ਕੀਤੀ ਗਈ ਸੀ। ਠੀਕ ਹੈ, ਇਹ ਲਾਈਨਾਂ ਤੁਸੀਂ ਇਹਦੇ ਵਿੱਚ ਐਡ ਕਰ ਸਕਦੇ ਹੋ ਤੇ ਇਹਦੇ ਨਗਰ ਦੇ ਆਲੇ ਦੁਆਲੇ ਸੁਰੱਖਿਅਤ ਜਿਹੜੇ ਕਿ ਦੀਵਾਰ ਦੀ ਬਣਾਈ ਗਈ ਸੀ। ਅੱਗੇ ਹੈਗਾ ਮੋਹਨਜੋਦੜੋ। ਹਾਂਜੀ, ਮੋਹਨਜੋਦੜੋ ਜਿਹੜੇ ਕਿ ਸਿੰਧ ਪ੍ਰਾਂਤ ਦੇ ਲਰਕਾਨਾ ਜ਼ਿਲ੍ਹੇ ਦੇ ਵਿੱਚ ਪਾਕਿਸਤਾਨ 'ਚ ਸਥਿਤ ਹੈ ਤੇ ਇਹ ਜਿਹੜਾ ਕਿ ਮੋਹਨਜੋਦੜੋ ਸਿੰਧ ਨਦੀ ਦੇ ਕੰਢੇ ਤੇ ਸਥਿਤ ਸੀ, ਸਿੰਧ ਨਦੀ ਦੇ ਕਿਨਾਰੇ ਤੇ ਸਥਿਤ ਸੀ। ਠੀਕ ਹੈ, ਤੇ ਮੋਹਨਜੋਦੜੋ ਦਾ ਸ਼ਬਦੀ ਅਰਥ ਹੈਗਾ ਮੁਰਦਿਆਂ ਦਾ ਟਿੱਲਾ। ਇਹ ਵੀ ਲਾਈਨ ਤੁਸੀਂ ਯਾਦ ਕਰਨੀ ਆ, ਮੁਰਦਿਆਂ ਦਾ ਟਿੱਲਾ ਹੈਗਾ ਸ਼ਬਦੀ ਅਰਥ ਮੋਹਨਜੋਦੜੋ ਦਾ। ਤੇ ਮੋਹਨਜੋਦੜੋ ਦੀ ਜਦੋਂ ਖੁਦਾਈ ਕੀਤੀ ਗਈ ਤਾਂ ਇਹਦੇ ਵਿੱਚ 7 ਤਹਿਾਂ ਮਿਲੀਆਂ ਨੇ, 7 ਤਹਿਾਂ। ਠੀਕ ਹੈ, ਜਿੱਥੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਇਹ 7 ਵਾਰ ਢਿਆ ਤੇ 7 ਵਾਰ ਹੀ ਇਹ ਜਿਹੜੇ ਕਿ ਵਸਿਆ। ਠੀਕ ਹੈ, 7 ਤਹਿਾਂ ਜਿਹੜੀਆਂ ਮਿਲੀਆਂ ਨੇ ਜਿਹਨਾਂ ਤੋਂ ਇਹ ਅੰਦਾਜ਼ਾ ਲਗਾਇਆ ਜਾਂਦਾ ਕਿ ਇਹ 7 ਵਾਰੀ ਢਿਆ। ਠੀਕ ਹੈ, 7 ਵਾਰੀ ਇਹ ਵਸਿਆ ਤੇ ਇਸ ਦੀ ਖੋਜ ਕੀਤੀ ਸੀ 1922 ਈਸਵੀ ਦੇ ਵਿੱਚ R.D. ਬੈਨਰਜੀ ਨੇ ਤੇ ਇਸ ਦੀ ਖੋਜ ਦੇ ਵਿੱਚੋਂ ਜਿਹੜੇ ਕਿ ਇੱਥੇ ਇੱਕ ਤਾਂ ਸਭ ਤੋਂ ਵੱਡਾ ਵਿਸ਼ਾਲ ਇਸ਼ਨਾਨ ਘਰ ਮਿਲਿਆ ਤੇ ਕਾਂਸੀ ਦੀ ਨਰਤਕੀ ਦੀ ਮੂਰਤੀ ਮਿਲੀ ਹੈ। ਠੀਕ ਹੈ, ਇਸ ਤੋਂ ਇਲਾਵਾ ਮੋਹਨਜੋਦੜੋ ਦੇ ਵਿੱਚ ਜਿਹੜੇ ਮੋਹਰਾਂ ਮਿਲੀਆਂ ਨੇ 1200 ਗਿਣਤੀ ਦੇ ਵਿੱਚ ਮੋਹਰਾਂ ਮਿਲੀਆਂ ਨੇ ਮੋਹਨਜੋਦੜੋ ਦੇ ਵਿੱਚ। ਨੈਕਸਟ ਹੈਗਾ ਅਗਲਾ ਕੁਐਸਚਨ ਕਾਲੀਬੰਗਾ। ਹਾਂਜੀ, ਕਾਲੀਬੰਗਾ ਜਿਹੜੇ ਕਿ ਕਾਲੀਬੰਗਾ ਰਾਜਸਥਾਨ ਪ੍ਰਾਂਤ ਦੇ ਜ਼ਿਲ੍ਹਾ ਗੰਗਾਨਗਰ ਦੇ ਵਿੱਚ ਸਥਿਤ ਆ। ਕਾਲੀਬੰਗਾ ਗੰਗਾਨਗਰ ਦੇ ਵਿੱਚ ਸਥਿਤ ਹੈ ਤੇ ਇਹ ਹੈਗਾ ਰਾਜਸਥਾਨ ਦੇ ਵਿੱਚ ਤੇ ਇਸ ਨਗਰ ਦਾ ਨਾਂ ਜਿਹੜੇ ਕਿ ਇੱਥੇ ਕਾਲੀਆ ਬੰਗਾ ਬਣਦੇ ਸੀ ਤਾਂ ਕਰਕੇ ਇਹਦਾ ਨਾਂ ਕਾਲੀਬੰਗਨ ਪੈ ਗਿਆ ਤੇ ਇਹਦੀ ਖੋਜ 1953 ਈਸਵੀ ਵਿੱਚ ਕੀਤੀ ਸੀ ਏ ਘੋਸ਼ ਨੇ ਤੇ ਬਾਅਦ ਦੇ ਵਿੱਚ BK ਥਾਪਰ ਤੇ BB ਲਾਲ ਨੇ ਇੱਥੇ ਖੁਦਾਈ ਦੇ ਕੰਮ ਨੂੰ ਜਿਹੜੇ ਕਿ ਜਾਰੀ ਰੱਖਿਆ ਤੇ ਇੱਥੋਂ ਜਿਹੜੇ ਕਿ ਹੜੱਪਾ ਸੰਸਕ੍ਰਿਤੀ ਤੇ ਬਹੁਤ ਸਾਰੇ ਭਾਂਡੇ ਤੇ ਜਿਹੜੇ ਕਿ ਖਿਡੌਣੇ ਮਿਲੇ ਨੇ। ਅੱਗੇ ਹੈਗਾ ਲੋਥਲ। ਹਾਂਜੀ, ਲੋਥਲ ਆ ਜਿਹੜੇ ਕਿ ਗੁਜਰਾਤ ਦੇ ਵਿੱਚ ਸਥਿਤ ਆ। ਲੋਥਲ ਗੁਜਰਾਤ ਦੇ ਅਹਿਮਦਨਗਰ ਦੇ ਵਿੱਚ ਸਥਿਤ ਆ ਤੇ ਇਸ ਨਗਰ ਦੀ ਖੋਜ 1954 ਈਸਵੀ ਦੇ ਵਿੱਚ SR ਰਾਓ ਨੇ ਜਿਹੜੀ ਕਿ ਇਹਦੀ ਖੋਜ ਕੀਤੀ ਸੀ। ਠੀਕ ਹੈ, ਤੇ ਇਸ ਨਗਰ ਦੇ ਵਿੱਚ ਸਭ ਤੋਂ ਵੱਡੀ ਬੰਦਰਗਾਹ ਮਿਲੀ ਹੈ। ਬੰਦਰਗਾਹ ਕੀ ਹੁੰਦੀ ਹੈ? ਜਿੱਥੇ ਜਿਹੜੇ ਕਿ ਸਮੁੰਦਰੀ ਜਹਾਜ਼ਾਂ ਦੇ ਠਹਿਰਨ ਦਾ ਸਥਾਨ ਹੁੰਦਾ ਉਹਨੂੰ ਕਹਿੰਦੇ ਨੇ ਬੰਦਰਗਾਹ। ਤਾਂ ਲੋਥਲ ਦੇ ਵਿੱਚ ਇਹ ਬੰਦਰਗਾਹ ਮਿਲੀ ਹੈ ਜਿਸ ਤੋਂ ਇਹ ਪਤਾ ਲੱਗਦਾ ਕਿ ਇੱਥੋਂ ਜਿਹੜਾ ਕਿ ਵਪਾਰ ਚੱਲਦਾ ਸੀ। ਠੀਕ ਹੈ, ਇਸ ਬੰਦਰਗਾਹ ਤੋਂ ਪੱਛਮੀ ਏਸ਼ੀਆ ਦੇ ਦੇਸ਼ਾਂ ਦੇ ਨਾਲ ਜਿਹੜੇ ਕਿ ਵਪਾਰ ਹੁੰਦਾ ਸੀ ਜਿਸ ਤੋਂ ਸਾਨੂੰ ਇੱਥੇ ਮਲਕੇ ਇਸ ਤੋਂ ਇਲਾਵਾ ਲੋਥਲ ਦੇ ਵਿੱਚ ਮਣਕੇ ਬਣਾਉਣ ਦਾ ਕਾਰਖਾਨਾ ਵੀ ਜਿਹੜੇ ਕਿ ਮਿਲਿਆ। ਠੀਕ ਹੈ, ਤੇ ਇੱਥੇ ਮਿਲੇ ਖੰਡਰਾਂ ਤੋਂ ਸਾਨੂੰ ਮੋਹਨਜੋਦੜੋ ਵਾਂਗ ਸਿੰਧ ਘਾਟੀ ਸਭਿਅਤਾ ਦੇ ਵਿਸ਼ਾਲ ਜਿਹੜੇ ਕਿ ਇਸ਼ਨਾਨ ਘਰ, ਸੜਕਾਂ ਤੇ ਨਾਲੀਆਂ ਬਾਰੇ ਵੀ ਪਤਾ ਲੱਗਦਾ। ਅੱਗੇ ਹੈਗਾ ਸੰਘੋਲ। ਹਾਂਜੀ, ਸੰਘੋਲ ਦੀ ਲੁਧਿਆਣੇ ਦੇ ਵਿੱਚ ਸਥਿਤ ਹੈ। ਇਹਦੀ ਜਿਹੜੀ ਕਿ ਖੋਜ SS ਤਲਵਾੜ ਤੇ RS ਬਿਸਟ ਨੇ ਕੀਤੀ ਸੀ ਤਾਂ ਇੱਥੇ ਜਿਹੜੇ ਕਿ ਭਾਂਡੇ ਤੇ ਮੂਰਤੀਆਂ ਮਿਲੇ ਨੇ। ਇਸ ਤੋਂ ਇਲਾਵਾ ਇਸ ਨਗਰ ਦੇ ਬਾਹਰ ਬਹੁਤ ਵੱਡੀ ਇੱਕ ਖਾਈ ਸੀ ਜਿਹੜੀ ਹਮੇਸ਼ਾ ਪਾਣੀ ਨਾਲ ਭਰੀ ਰਹਿੰਦੀ ਸੀ ਤੇ ਇਹ ਨਗਰ ਦੁਸ਼ਮਣਾਂ ਦੀ ਸੁਰੱਖਿਆ ਤੋਂ ਸੁਰੱਖਿਅਤ ਕੀਤਾ ਰੱਖਿਆ ਗਿਆ ਸੀ। ਅੱਗੇ ਹੈਗਾ ਸ਼ਹਿਰ ਕਿਹੜੇ ਸੀ? ਮੁੱਖ ਸ਼ਹਿਰ। ਹਾਂਜੀ, 4 ਸ਼ਹਿਰਾਂ ਬਾਰੇ ਜਾਣਕਾਰੀ ਦੇਣੀ, ਜਿਵੇਂ ਹੁਣ 4 ਸ਼ਹਿਰ ਤੁਸੀਂ ਦੱਸ ਸਕਦੇ ਹੋ। ਮੈਂ ਤੁਹਾਨੂੰ ਪਹਿਲਾਂ ਹੀ ਕੁਐਸਚਨ ਦੱਸਤਾ ਹੜੱਪਾ। ਠੀਕ ਹੈ, ਇਹਨਾਂ ਬਾਰੇ ਵੇਰਵਾ ਦੇ ਸਕਦੇ ਹੋ। ਹੁਣ ਜਿਹੜੇ ਆਪਾਂ ਨੇ ਕੀਤੇ ਨਹੀਂ ਜੀ ਤੁਸੀਂ ਵੇਰਵਾ ਦੇ ਸਕਦੇ ਹੋ। ਅੱਗੇ ਹੈਗਾ ਨਗਰ ਯੋਜਨਾ। ਹਾਂਜੀ, ਨਗਰ ਯੋਜਨਾ ਵਿਸ਼ੇਸ਼ ਢੰਗ ਦੇ ਨਾਲ ਬਣਾਈ ਗਈ ਸੀ। ਸ਼ਹਿਰੀ ਸੱਭਿਅਤਾ ਸੀ ਇਹ। ਇਹਦੇ ਵਿੱਚ ਜਿਹੜੇ ਕਿ ਨਗਰ ਸੀ ਉਹਨਾਂ ਨੂੰ 2 ਹਿੱਸਿਆਂ ਵਿੱਚ ਵੰਡਿਆ ਜਾਂਦਾ ਸੀ। ਠੀਕ ਹੈ, ਇੱਕ ਹੁੰਦਾ ਸੀ ਉੱਚੀ ਥਾਂ ਤੇ ਬਣਿਆ ਹੋਇਆ ਜਿਹੜਾ ਇੱਕ ਗੜੀ ਦੇ ਤਰ੍ਹਾਂ ਹੁੰਦਾ ਸੀ ਤੇ ਇੱਕ ਹੁੰਦਾ ਸੀ ਨੀਵੀਂ ਥਾਂ ਤੇ। ਨੀਵੀਂ ਥਾਂ ਤੇ ਜਿਹੜੇ ਕਿ ਮਜ਼ਦੂਰ ਵਗੈਰਾ ਨਿਵਾਸ ਕਰਦੇ ਸੀ ਤੇ ਇਸ ਤੋਂ ਇਲਾਵਾ ਜਿਹੜੇ ਕਿ ਸੜਕਾਂ ਤੇ ਗਲੀਆਂ ਜਿਹੜੇ ਕਿ ਬਹੁਤ ਹੀ ਚੌੜਾਈ ਦੇ ਵਿੱਚ ਬਹੁਤ ਵਧੀਆ ਬਣਾਈਆਂ ਗਈਆਂ ਸੀ। ਨਾਲੀਆਂ ਖੁੱਲ੍ਹੀਆਂ ਹੁੰਦੀਆਂ ਸੀ, ਚੌੜੀਆਂ ਬਣਾਈਆਂ ਗਈਆਂ ਸੀ। ਠੀਕ ਹੈ, ਤੇ ਉੱਪਰੋਂ ਸੀਵਰੇਜ ਦੀ ਤਰ੍ਹਾਂ ਬੰਦ ਹੁੰਦੀਆਂ ਸੀ। ਮਕਾਨ ਆ ਜਿਹੜੇ ਕਿ ਖੁੱਲ੍ਹੇ ਤੇ ਹਵਾਦਾਰ ਹੁੰਦੇ ਸੀ ਤੇ ਕੁਛ ਮਕਾਨ ਆ ਜਿਹੜੇ ਕਿ 2 ਮੰਜ਼ਿਲਾਂ ਤੋਂ ਵੱਧ ਵੀ ਹੁੰਦੇ ਸੀ। 2002 ਤੋਂ 2 ਮੰਜ਼ਿਲਾਂ ਤੋਂ ਵੱਧ ਵੀ ਹੁੰਦੇ ਸੀ ਤੇ ਹਰ ਮਕਾਨ ਦੇ ਵਿੱਚ ਰਸੋਈ ਘਰ, ਗੁਸਲਖਾਨਾ ਤੇ ਖੂਹ ਹੁੰਦਾ ਸੀ ਤੇ ਗੰਦੇ ਪਾਣੀ ਦਾ ਨਿਕਾਸ ਲਈ ਵੀ ਜਿਹੜੇ ਕਿ ਨਾਲੀਆਂ ਦਾ ਬਹੁਤ ਹੀ ਚੰਗੇ ਢੰਗ ਦੇ ਨਾਲ ਪ੍ਰਬੰਧ ਕੀਤਾ ਹੋਇਆ ਸੀ ਤੇ ਰਾਤ ਨੂੰ ਰੌਸ਼ਨੀ ਦਾ ਪ੍ਰਬੰਧ ਵੀ ਸੜਕਾਂ ਤੇ ਕੀਤਾ ਹੋਇਆ ਸੀ ਤੇ ਸੜਕਾਂ ਇੱਕ ਦੂਜੇ ਨੂੰ ਜਿਹੜੇ ਕਿ ਸਮਕੋਣ ਤੇ ਕੱਟਦੀਆਂ ਸੀ। ਠੀਕ ਹੈ, ਇਹ ਤੁਸੀਂ ਸਾਰਾ ਇਹਨੂੰ ਪੁਆਇੰਟਾਂ 'ਚ ਵੀ ਬਣਾ ਸਕਦੇ ਹੋ। ਅੱਗੇ ਹੈਗਾ ਵਿਸ਼ਾਲ ਇਸ਼ਨਾਨ ਘਰ। ਹਾਂਜੀ, ਖੁਦਾਈ ਦੇ ਵਿੱਚੋਂ ਮਿਲਿਆ ਮੋਹਨਜੋਦੜੋ ਦੇ ਵਿੱਚ ਵਿਸ਼ਾਲ ਇਸ਼ਨਾਨ ਘਰ ਤੇ ਇਹ ਇਸ਼ਨਾਨ ਘਰ 180 ਫੁੱਟ ਲੰਬਾ ਤੇ 108 ਫੁੱਟ ਚੌੜਾਈ ਦੇ ਵਿੱਚ ਆ। 180 ਫੁੱਟ ਲੰਬਾ ਤੇ 108 ਫੁੱਟ ਜਿਹੜੇ ਕਿ ਉਹ ਚੌੜਾਈ ਦੇ ਵਿੱਚ ਆ ਤੇ ਜਿਹੜਾ ਇਹਦੇ ਵਿੱਚ ਤਲਾਅ ਬਣਾਇਆ ਗਿਆ ਉਹ 39 ਫੁੱਟ ਲੰਬਾ। ਠੀਕ ਹੈ, 39 ਫੁੱਟ ਲੰਬਾ ਤੇ 23 ਫੁੱਟ ਚੌੜਾ
ਤੇ 8 ਫੁੱਟ ਇਹ ਵਿੱਚੋਂ ਡੂੰਘਾ ਹੈ, ਠੀਕ ਹੈ। ਤੇ ਇਸ ਤਲਾਅ ਦੇ ਕੋਲ ਇੱਕ ਖੂਹ ਬਣਾਇਆ ਹੋਇਆ ਸੀ ਜਿਸ ਤੋਂ ਪਾਣੀ ਭਰਨ ਦੇ ਲਈ ਜਿਹੜੇ ਕਿ ਕੀਤਾ ਜਾਂਦਾ ਸੀ। ਇਸ ਤੋਂ ਇਲਾਵਾ ਇਹਦੇ ਵਿੱਚ ਉਤਰਨ ਚੜ੍ਹਨ ਲਈ ਪੌੜੀਆਂ ਬਣਾਈਆਂ ਗਈਆਂ ਸੀ ਤੇ ਇਹਦੇ ਵਿੱਚ ਪ੍ਰਵੇਸ਼ ਕਰਨ ਲਈ 6 ਦਰਵਾਜ਼ੇ ਰੱਖੇ ਗਏ ਸੀ ਤੇ ਇੱਕ ਇਹਦੇ ਕੋਲ ਹਮਾਮ ਮਿਲਿਆ। ਹਮਾਮ ਕੀ ਆ ਵੀ ਜਿੱਥੇ ਪਾਣੀ ਗਰਮ ਕੀਤਾ ਜਾਂਦਾ ਸੀ। ਤੇ ਇਸ ਤੋਂ ਆਪਾਂ ਨੂੰ ਪਤਾ ਲੱਗਦਾ ਕਿ ਸਿੰਧ ਘਾਟੀ ਦੇ ਜਿਹੜੇ ਕਿ ਆਲੇ ਦੁਆਲੇ ਕਮਰੇ ਬਣਾਏ ਹੋਏ ਸੀ ਤੇ ਅੰਦਾਜ਼ਾ ਲਗਾਇਆ ਜਾਂਦਾ ਸੀ ਕਿ ਧਾਰਮਿਕ ਮੌਕਿਆਂ ਤੇ ਜਿਹੜੇ ਕਿ ਇਸ਼ਨਾਨ ਦਾ ਮਹੱਤਵ ਸੀ। ਅੱਗੇ ਹੈਗਾ ਹੜੱਪਾ ਦਾ ਅੰਨ ਭੰਡਾਰ। ਹਾਂਜੀ, ਹੜੱਪਾ ਦੇ ਵਿੱਚ ਜਿਹੜੇ ਕਿ ਖੁਦਾਈ ਤੋਂ ਅੰਨ ਭੰਡਾਰ ਮਿਲਿਆ, ਠੀਕ ਹੈ। ਤੇ ਇਹ ਅੰਨ ਭੰਡਾਰ ਜਿੱਥੇ ਅਨਾਜ ਨੂੰ ਸੁਰੱਖਿਅਤ ਰੱਖਿਆ ਜਾਂਦਾ ਸੀ। ਤੇ ਹੜੱਪਾ ਦਾ ਜਿਹੜਾ ਅੰਨ ਭੰਡਾਰ ਆ ਬੇਸ਼ੱਕ ਮੋਹਿੰਜੋਦੜੋ, ਲੋਥਲ, ਕਾਲੀਬੰਗਾ ਤੋਂ ਵੀ ਮਿਲੇ ਨੇ, ਬਟ ਹੜੱਪਾ ਦਾ ਜਿਹੜਾ ਕਿ ਅੰਨ ਭੰਡਾਰ ਉਹ ਸਭ ਤੋਂ ਵੱਡਾ ਤੇ 169 ਫੁੱਟ ਲੰਬਾ ਤੇ 135 ਫੁੱਟ ਚੌੜਾ ਤੇ ਇਹ ਰਾਵੀ ਦਰਿਆ ਦੇ ਨੇੜੇ ਹੀ ਸਥਿਤ ਹੈ ਤੇ ਇਹਨਾਂ ਅੰਨ ਭੰਡਾਰਾਂ ਦੇ ਨੇੜੇ ਹੀ ਜਿਹੜੀ ਕਿ ਫਸਲਾਂ ਦੀ ਗਹਾਈ ਕੀਤੀ ਜਾਂਦੀ ਸੀ। ਅੱਗੇ ਸੜਕਾਂ ਕਿਵੇਂ ਦੀ ਸੀ? ਹਾਂਜੀ, ਸੜਕਾਂ ਇੱਕ ਦੂਜੇ ਨੂੰ ਸਮਕੋਣ ਤੇ ਕੱਟਦੀਆਂ ਸੀ। ਬਹੁਤ ਵਧੀਆ ਸੜਕਾਂ ਸੀ, ਰੌਸ਼ਨੀ ਦਾ ਪ੍ਰਬੰਧ ਸੀ ਰਾਤ ਨੂੰ, ਠੀਕ ਹੈ। ਤੇ ਸਾਫ਼ ਸੁਥਰੀਆਂ ਹੁੰਦੀਆਂ ਸੀ, ਚੌੜਾਈ ਦੇ ਵਿੱਚ ਕਾਫੀ ਜ਼ਿਆਦਾ ਹੁੰਦੀਆਂ ਸੀ। ਇਹ ਤੁਸੀਂ ਬਣਾ ਸਕਦੇ ਹੋ। ਹਾਂਜੀ, ਖੇਤੀਬਾੜੀ ਮੁੱਖ ਧੰਦਾ ਖੇਤੀਬਾੜੀ ਸੀ। ਲੋਕ ਹੜ੍ਹ ਦੇ ਪਾਣੀ ਨੂੰ ਜਿਹੜੇ ਕਿ ਬੰਨ੍ਹ ਬਣਾ ਕੇ ਸਿੰਚਾਈ ਕਰਦੇ ਸੀ। ਸਿੰਚਾਈ ਲਈ ਜਿਹੜੇ ਕਿ ਉਹਨਾਂ ਦੇ ਸਾਧਨ ਜਿਹੜੇ ਕਿ ਲੱਕੜ ਦੇ ਸੀ, ਠੀਕ ਹੈ। ਤੇ ਪੈਦਾਵਾਰ ਦੀਆਂ ਮੁੱਖ ਫਸਲਾਂ ਸੀ ਕਣਕ ਤੇ ਜੌਂ ਸੀ ਤੇ ਕਪਾਹ ਸਭ ਤੋਂ ਵੱਧ ਜਿਹੜੇ ਕਿ ਉਪਜ ਮੰਨੀ ਜਾਂਦੀ ਹੈ ਸਿੰਧ ਘਾਟੀ ਸੱਭਿਅਤਾ ਦੀ। ਖੋਜੀ ਹੀ ਮੰਨੇ ਜਾਂਦੇ ਨੇ ਕਪਾਹ ਦੇ ਸਿੰਧ ਘਾਟੀ ਦੇ ਵਾਲੇ ਲੋਕ, ਠੀਕ ਹੈ। ਤੇ ਇਸ ਤੋਂ ਇਲਾਵਾ ਚੌਲ, ਨਾਰੀਅਲ, ਖਜੂਰ, ਸਬਜ਼ੀਆਂ ਇਹ ਸਾਰੀ ਜਿਹੜੀ ਕਿ ਪੈਦਾਵਾਰ ਕਰਦੇ ਸੀ। ਅੱਗੇ ਹੈਗਾ ਧਾਰਮਿਕ ਜੀਵਨ ਕਿਵੇਂ ਦਾ ਸੀ? ਹਾਂਜੀ, ਸਿੰਧ ਘਾਟੀ ਦੇ ਲੋਕ ਆ ਜਿਹੜੇ ਕਿ ਧਾਰਮਿਕ ਜੀਵਨ ਦੇ ਵਿੱਚ ਮੂਰਤੀਆਂ ਤੇ ਤਵੀਜ਼ਾਂ ਤੋਂ ਪਤਾ ਲੱਗਦਾ ਕਿ ਉਹ ਦੇਵੀ ਮਾਤਾ ਦੀ ਪੂਜਾ ਕਰਦੇ ਸੀ ਤੇ ਦੂਜਾ ਸਾਂਝੇ ਸ਼ਿਵ ਨੂੰ ਪ੍ਰਾਪਤ ਸੀ। ਇਸ ਤੋਂ ਇਲਾਵਾ ਉਹ ਹਾਥੀ, ਗੈਂਡਾ, ਚੀਤਾ, ਬਲਦ, ਪੀਪਲ, ਘੁੱਗੀ, ਠੀਕ ਹੈ। ਪੀਪਲ ਦਰਖਤਾਂ ਦੇ ਵਿੱਚੋਂ ਪੀਪਲ ਨੂੰ ਪੂਜਦੇ ਸੀ ਤੇ ਜਾਨਵਰਾਂ ਜਿਹੜੇ ਕਿ ਪੰਛੀਆਂ ਦੇ ਵਿੱਚੋਂ ਘੁੱਗੀ ਨੂੰ ਪੂਜਦੇ ਸੀ। ਇਸ ਤੋਂ ਇਲਾਵਾ ਸੂਰਜ ਤੇ ਨਾਗ ਦੇਵਤਾ ਦੀ ਵੀ ਪੂਜਾ ਕਰਦੇ ਸੀ। ਲਿੰਗ, ਜੋਨੀ, ਠੀਕ ਹੈ, ਇਹਨਾਂ ਦੀ ਵੀ ਪੂਜਾ ਕਰਦੇ ਸੀ ਤੇ ਭੂਤਾਂ ਪ੍ਰੇਤਾਂ ਵਿੱਚ ਵਿਸ਼ਵਾਸ ਰੱਖਦੇ ਸੀ ਤੇ ਉਹ ਬਚਣ ਲਈ ਜਾਦੂ ਟੂਣਿਆਂ ਦੀ ਵਰਤੋਂ ਵੀ ਕਰਦੇ ਸੀ। ਤੇ ਦੇਵੀ ਮਾਤਾ ਦੀ ਜਿਹੜੀਆਂ ਮੂਰਤੀਆਂ ਮਿਲੀਆਂ ਉਹਨਾਂ ਦੇ ਅੱਗੇ ਜਿਹੜੇ ਕਿ ਉਹ ਮੂਰਤੀਆਂ ਕਾਲੀਆਂ ਹੋਈਆਂ ਨੇ, ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾਂਦਾ ਕਿ ਉਹ ਧੂਫ ਲਗਾਉਂਦੇ ਸੀ ਜਾਂ ਉਹਨਾਂ ਦੇ ਅੱਗੇ ਜਿਹੜੇ ਕਿ ਜੋਤ ਜਗਾਉਂਦੇ ਸੀ। ਅੱਗੇ ਹੈਗਾ ਹੜੱਪਾ ਸੱਭਿਅਤਾ ਦੇ ਗਹਿਣੇ। ਹਾਂਜੀ, ਹੜੱਪਾ ਸੱਭਿਅਤਾ ਦੇ ਗਹਿਣਿਆਂ ਦੇ ਵਿੱਚ ਜਿਹੜੇ ਕਿ ਮਰਦ ਤੇ ਇਸਤਰੀ ਦੋਵੇਂ ਤਰ੍ਹਾਂ ਦੇ ਦੋਨੇ ਹੀ ਗਹਿਣੇ ਪਾਉਂਦੇ ਸੀ। ਦੋਨੇ ਹੀ ਗਹਿਣਿਆਂ ਦੇ ਸ਼ੌਕੀਨ ਸੀ। ਪੁਰਸ਼ ਹਾਰ, ਮੁੰਦਰੀਆਂ, ਕੜੇ ਪਾਉਂਦੇ ਸੀ, ਜਦਕਿ ਇਸਤਰੀਆਂ ਤੋਂ ਇਲਾਵਾ ਬਾਜੂਬੰਦ, ਨੱਥ, ਅੰਗੂਠੀਆਂ, ਵਾਲੀਆਂ ਵੀ ਪਾਉਂਦੇ ਸੀ ਤੇ ਸੋਨੇ ਚਾਂਦੀ, ਕੀਮਤੀ ਪੱਥਰਾਂ, ਹਾਥੀ ਦੇ ਦੰਦ ਤੇ ਹੱਡੀਆਂ ਦੇ ਬਣੇ ਹੁੰਦੇ ਸੀ। ਤੇ ਗਰੀਬ ਲੋਕਾਂ ਦੇ ਗਹਿਣੇ ਤਾਂਬੇ ਤੇ ਸੀਪ ਦੇ ਬਣੇ ਹੁੰਦੇ ਸੀ। ਅੱਗੇ ਹੈਗੇ ਮਾਤ ਦੇਵੀ ਦੀ ਸਭ ਤੋਂ ਵੱਧ ਪੂਜਾ ਕਰਦੇ ਸੀ ਤੇ ਇਸ ਤੋਂ ਹੀ ਅੰਦਾਜ਼ਾ ਲਗਾਇਆ ਸਕਦਾ ਕਿ ਬਹੁਤ ਸਾਰੀਆਂ ਮੂਰਤੀਆਂ ਜਿਹੜੀ ਕਿ ਮਾਤ ਦੇਵੀ ਦੀਆਂ ਨੇ ਤੇ ਉਹਨਾਂ ਦੇ ਮੋਹਰਾਂ ਤੇ ਤਵੀਜ਼ ਜਿਹੜੇ ਮਿਲੇ ਨੇ ਉਹਨਾਂ ਤੇ ਮਾਤ ਦੇਵੀ ਦੀ ਹੀ ਮੂਰਤੀ ਬਣੀ ਹੋਈ ਹੈ, ਜਿਸ ਤੋਂ ਅੰਦਾਜ਼ਾ ਲਗਾਉਣਗੇ ਸਭ ਤੋਂ ਵੱਧ ਲੋਕ ਜਿਹੜੇ ਕਿ ਮਾਤ ਦੇਵੀ ਦੀ ਪੂਜਾ ਕਰਦੇ ਸੀ। ਤੇ ਧੂਏ ਦੇ ਨਿਸ਼ਾਨਾਂ ਤੋਂ ਵੀ ਸਿੱਟਾ ਨਿਕਲਦਾ ਕਿ ਲੋਕ ਧੂਫ ਬੱਤੀ ਜਾਂ ਤੇਲ ਦੀ ਪੂਜਾ ਭਾਵ ਕਿ ਪੂਜਾ ਵਗੈਰਾ ਕਰਦੇ ਸੀ ਮਾਤ ਦੇਵੀ ਦੀ। ਤੇ ਮਾਤ ਦੇਵੀ ਨੂੰ ਸ਼ਕਤੀ ਦਾ ਪ੍ਰਤੀਕ ਮੰਨਦੇ ਸੀ, ਜਿਸ ਕਰਕੇ ਹੀ ਜਿਹੜੇ ਕਿ ਇਸਤਰੀ ਨੂੰ ਕਾਫੀ ਜ਼ਿਆਦਾ ਉਸ ਸਮੇਂ ਦੇ ਵਿੱਚ ਆਜ਼ਾਦੀ ਸੀ। ਹੜੱਪਾ ਦੀਆਂ ਮੋਹਰਾਂ। ਹਾਂਜੀ, ਸਿੰਧ ਘਾਟੀ ਦੀ ਸੱਭਿਅਤਾ ਦੇ ਵਿੱਚੋਂ ਮੋਹਰਾਂ ਦੀ ਜਿਹੜੀ ਕਿ ਵਰਤੋਂ ਕੀਤੀ ਜਾਂਦੀ ਸੀ ਤੇ ਇਹਨਾਂ ਦੀ ਮੋਹਰਾਂ ਦੀ ਜਿਹੜੇ ਕਿ ਮੋਹਰਾਂ ਵਾਲਾ ਤੁਸੀਂ ਕੁਐਸਚਨ ਇੱਥੇ ਕਰੋ। ਸਿੰਧ ਘਾਟੀ ਦੀ ਖੁਦਾਈ ਤੋਂ ਜਿਹੜੀ ਕਿ ਸਾਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਮੋਹਰਾਂ ਮਿਲੀਆਂ ਨੇ। ਮੋਹਨਜੋਦੜੋ ਤੋਂ ਹੀ ਕੇਵਲ 1200 ਮੋਹਰਾਂ ਮਿਲ ਗਈਆਂ, ਠੀਕ ਹੈ। ਬਾਕੀ ਮੋਹਰਾਂ ਕਾਫੀ ਜਿਹੜੇ ਕਿ ਆਕਾਰਾਂ ਦੀਆਂ ਨੇ, ਪਰ ਵਧੇਰੇ ਮੋਹਰਾਂ ਜਿਹੜੇ ਕਿ ਛੋਟੇ ਆਕਾਰ ਦੀਆਂ ਨੇ, ਭਾਵ ਕਿ ਛੋਟੇ ਨੇ, ਬਾਕੀ ਕਈ ਜਿਹੜੇ ਕਿ ਵੱਖ-ਵੱਖ ਆਕਾਰ ਦੀਆਂ ਨੇ ਤੇ ਇਹ ਟੈਰਾਕੋਟਾ ਦੇ ਬਣੀਆਂ ਹੁੰਦੀਆਂ ਸੀ, ਪੱਕੀ ਮਿੱਟੀ ਦੇ, ਜਿਹਨੂੰ ਟੈਰਾਕੋਟਾ ਕਹੇ ਜਾਂਦੇ ਨੇ। ਚੂਨੇ ਤੇ ਹਾਥੀ ਦੰਦ ਦੇ ਬਣੇ ਹੁੰਦੇ ਸੀ। ਇਹਨਾਂ ਮੋਹਰਾਂ ਤੇ ਮਨੁੱਖਾਂ, ਪਸ਼ੂਆਂ ਤੇ ਰੁੱਖਾਂ ਦੇ ਜਿਹੜੇ ਕਿ ਕਾਰਾਗਰੀ ਕੀਤੀ ਗਈ ਸੀ, ਨਮੂਨਾ ਕਾਰਾਗਰੀ। ਤੇ ਜਾਨਵਰਾਂ ਵਿੱਚ ਇੱਕ ਸਿੰਘ ਵਾਲੇ ਪਸ਼ੂ, ਛੋਟੇ ਸਿੰਘਾਂ ਵਾਲੇ ਸਾਨ, ਸ਼ੇਰ, ਹਾਥੀ, ਬਾਰਾਂਸਿੰਗਾ ਇਹਦੇ ਨਮੂਨੇ ਦੇ ਮਿਲੇ ਦੇ ਨੇ। ਤੇ ਮੋਹਰਾਂ ਦੀ ਵਰਤੋਂ ਦੇ ਵਿੱਚ ਇਤਿਹਾਸਕਾਰਾਂ ਦੇ ਵਿੱਚ ਅਲੱਗ-ਅਲੱਗ ਰਾਏ। ਕੋਈ ਕਹਿੰਦੇ ਨੇ ਕਿ ਇਹਨਾਂ ਨੂੰ ਵਪਾਰੀ ਆਪਣੇ ਸਮਾਨ ਦੀ ਹਿਫਾਜ਼ਤ ਲਈ ਉੱਤੇ ਜਿਹੜੇ ਕਿ ਸਟੈਂਪ ਲਗਾ ਦਿੰਦੇ ਸੀ ਤੇ ਕੁਝ ਕਹਿੰਦੇ ਨੇ ਕਿ ਇਹਨਾਂ ਨੂੰ ਘਰਾਂ ਦੀ ਸਜਾਵਟ ਲਈ ਵਰਤਦੇ ਸੀ। ਤੇ ਭਾਵ ਕਿ ਮੋਹਰਾਂ ਦੇ ਭਾਵ ਕਿ ਅਲੱਗ-ਅਲੱਗ ਜਿਹੜੇ ਕਿ ਰਾਏ ਆ ਮੋਹਰਾਂ ਬਾਰੇ। ਤੇ ਇਹਨਾਂ ਦਾ ਪਰਿਵਾਰ ਦੇ ਵਿੱਚ ਕਾਫੀ ਜ਼ਿਆਦਾ ਮਹੱਤਵ ਸੀ, ਇਸ ਲਈ ਇਹਨਾਂ ਮੋਹਰਾਂ ਨੂੰ ਜਿਹੜੇ ਕਿ ਬਜ਼ੁਰਗਾਂ ਦੀ ਨਿਸ਼ਾਨੀ ਵਜੋਂ ਸੰਭਾਲ ਕੇ ਰੱਖਿਆ ਜਾਂਦਾ ਸੀ। ਤੇ ਇਹਨਾਂ ਮੋਹਰਾਂ ਦੀ ਗਿਣਤੀ ਪੀੜ੍ਹੀ ਦਰ ਪੀੜ੍ਹੀ ਅੱਗੇ ਵੱਧਦੀ ਗਈ ਤੇ ਇਹ ਦੋਵੇਂ ਮੋਹਰਾਂ ਸ਼ਿਲਪਕਾਰੀ ਦੇ ਜਿਹੜੇ ਕਿ ਉੱਤਮ ਨਮੂਨਾ ਰਹੀਆਂ ਨੇ ਇਹ ਮੋਹਰਾਂ, ਠੀਕ ਹੈ। ਅੱਗੇ ਹੈਗਾ ਲਿਪੀ ਕਿਵੇਂ ਦੀ ਸੀ? ਇਹ ਵੀ ਤੁਸੀਂ ਕੁਐਸਚਨ ਹੈਗਾ ਤੁਹਾਡਾ। ਲਿਪੀ ਸੀ ਸਿੰਧ ਘਾਟੀ ਲੋਕਾਂ ਦੀ ਪਿਕਟੋਗ੍ਰਾਫਿਕ, ਠੀਕ ਹੈ, ਪਿਕਟੋਗ੍ਰਾਫਿਕ ਸੀ ਤੇ ਉਹ ਜਿਹੜੇ ਕਿ ਸੱਜੇ ਤੋਂ ਖੱਬੇ ਨੂੰ ਲਿਖ ਕੇ ਆਉਂਦੇ ਸੀ। ਜਿਵੇਂ ਆਪਾਂ ਪੰਜਾਬੀ ਲਿਖਦੇ ਹਾਂ ਜਾਂ ਇੰਗਲਿਸ਼ ਲਿਖਦੇ ਹਾਂ ਜਾਂ ਹਿੰਦੀ ਲਿਖਦੇ ਹਾਂ, ਆਪਾਂ ਲਿਖਦੇ ਹਾਂ ਲੈਫਟ ਟੂ ਰਾਈਟ, ਹੈ ਨਾ, ਇੱਧਰੋਂ ਲਿਖ ਕੇ ਆਉਣ ਨੂੰ ਜਾਂਦੇ ਹਾਂ। ਇਹ ਹੈਗਾ ਲੈਫਟ, ਇਹ ਹੈਗਾ ਰਾਈਟ, ਲੈਫਟ ਟੂ ਰਾਈਟ ਜਾਂਦੇ ਹਾਂ। ਬਟ ਇਹ ਸੀ ਰਾਈਟ ਟੂ ਲੈਫਟ ਆਉਂਦੇ ਸੀ, ਰਾਈਟ ਟੂ ਲੈਫਟ, ਫਿਰ ਲੈਫਟ ਟੂ ਰਾਈਟ, ਫਿਰ ਰਾਈਟ ਟੂ ਲੈਫਟ, ਐਵੇਂ ਜਾਂਦੇ ਸੀ, ਠੀਕ ਹੈ। ਇੱਕ ਭਾਵ ਕਿ ਇਸ ਤਰੀਕੇ ਨਾਲ ਇਹਨਾਂ ਦੀ ਸੀ ਲਿਪੀ। ਤੇ ਇਹਨਾਂ ਦੇ ਲਿਪੀ ਦੇ ਵਿੱਚ ਜਿਹੜੇ ਕਿ ਵਰਣਨ ਸੀ ਉਹ 270 ਸੀ, 270।
ਤੇ ਇਹ ਲਿਪੀ ਮੋਹਰਾਂ, ਪੱਟੀਆਂ, ਭਾਂਡਿਆਂ ਤੇ ਦੀਵਾਰਾਂ ਉੱਤੇ ਉਕਰੀ ਹੋਈ ਆਪਾਂ ਨੂੰ ਮਿਲਦੀ ਹੈ ਤੇ ਜ਼ਿਆਦਾਤਰ ਇਹ ਸੱਜੇ ਤੋਂ ਖੱਬੇ ਪਾਸੇ ਲਿਖੀ ਜਾਂਦੀ ਸੀ ਤੇ ਕਿਧਰੇ ਕਿਧਰੇ ਇਹ ਖੱਬੇ ਤੋਂ ਸੱਜੇ, ਤਾਂ ਹੀ ਮੈਂ ਤੁਹਾਨੂੰ ਦੱਸਿਆ ਕਿ ਇਹ ਇੱਧਰੋਂ ਆਇਆ ਚੱਲਦੀ ਸੀ। ਠੀਕ ਹੈ, ਤੇ ਹਾਲੀ ਲਿਪੀ ਨੂੰ ਪੜ੍ਹਨ ਦੇ ਵਿੱਚ ਵਿਗਿਆਨੀ ਅਸਫਲ ਰਹੇ ਨੇ ਤੇ 1922 ਈਸਵੀ ਦੇ ਵਿੱਚ ਬਿਹਾਰ ਦਾ ਜਿਹੜਾ ਵਿਦਵਾਨ ਸੀ, 2 ਵਿਦਵਾਨ NK ਵਰਮਾ ਤੇ ਅਰੁਣ ਪਾਠਕਾਂ ਨੇ ਉਸ ਨੂੰ ਦਾਅਵਾ ਕੀਤਾ ਕਿ ਸਿੰਧ ਘਾਟੀ ਦੀ ਲਿਪੀ ਨੂੰ ਪੜ੍ਹਨ ਦੇ ਵਿੱਚੋਂ ਕਾਮਯਾਬ ਹੋ ਗਏ ਨੇ, ਪਰ ਹਜੇ ਵੀ ਜਿਹੜੇ ਕਿ ਇਹਦੇ ਵਿੱਚ ਕੋਈ ਪੁਸ਼ਟੀ ਨਹੀਂ ਕੀਤੀ ਜਾਂਦੀ। ਤਾਂ ਤੁਸੀਂ ਇਹੀ ਐਂਡ 'ਚ ਇਹੀ ਕਹਿ ਸਕਦੇ ਹੋ ਕਿ ਸਿੰਧ ਘਾਟੀ ਲੋਕਾਂ ਦੀ ਲਿਪੀ ਸੀ ਜਿਹੜੀ ਚਿੱਤਰਮਈ ਸੀ, ਪਿਕਟੋਗ੍ਰਾਫਿਕ ਸੀ। ਅੱਗੇ ਕੁਐਸਚਨ ਹੈ ਸਿੰਧ ਘਾਟੀ ਸੱਭਿਅਤਾ ਦੇ ਪਤਨ ਦੇ ਕਾਰਨ ਜਾਂ ਗਿਰਾਵਟ ਦੇ ਕਾਰਨ। ਗਿਰਾਵਟ ਕਿਉਂ ਖਤਮ ਹੋ ਗਈ ਸਿੰਧ ਘਾਟੀ ਸੱਭਿਅਤਾ? ਗਿਰਾਵਟ, ਪਤਨ ਜਾਂ ਲੋਪ ਇੱਕੋ ਗੱਲ ਆ। ਠੀਕ ਹੈ, ਲੋਪ, ਪਤਨ, ਗਿਰਾਵਟ ਇੱਕੋ ਗੱਲ ਆ। ਕੀ ਕਾਰਨ ਸੀ ਕਿ ਇੱਕ ਤਾਂ ਆਰੀਆ ਲੋਕਾਂ ਦੇ ਹਮਲੇ ਕਿਹਾ ਜਾਂਦਾ, ਇੱਕ ਕਿਹਾ ਜਾਂਦਾ ਕਿ ਸੋਕਾ ਪੈ ਗਿਆ ਸੀ। ਠੀਕ ਹੈ, ਵਰਖਾ ਨਾ ਹੋਣ ਕਰਕੇ ਤੇ ਕਾਲ ਪੈ ਗਿਆ, ਭੁਚਾਲ ਆ ਗਿਆ ਤੇ ਬਿਮਾਰੀ ਫੈਲ ਗਈ। ਠੀਕ ਹੈ, ਇਹਨਾਂ ਸਾਰੇ ਕਾਰਨਾਂ ਕਰਕੇ ਕਿਹਾ ਜਾਂਦਾ ਵੀ ਸਿੰਧ ਘਾਟੀ ਸੱਭਿਅਤਾ ਖਤਮ ਹੋ ਗਈ। ਇਸ ਤੋਂ ਇਲਾਵਾ ਸਿੰਧ ਘਾਟੀ ਸੱਭਿਅਤਾ ਦੀ ਦੇਣ ਵਾਲਾ ਕੁਐਸਚਨ ਵੀ ਤੁਸੀਂ ਯਾਦ ਰੱਖਣਾ ਕਿ ਦੇਣ ਕੀ ਹੈ। ਬੇਸ਼ੱਕ ਸਿੰਧ ਘਾਟੀ ਸੱਭਿਅਤਾ ਲੋਪ ਹੋ ਗਈ, ਫਿਰ ਵੀ ਜਿਹੜੇ ਕਿ ਇਹਦੇ ਕਾਫੀ ਜ਼ਿਆਦਾ ਦੇਣ ਹੈ। ਇੱਕ ਤਾਂ ਜਿਹੜੇ ਕਿ ਆਪਾਂ ਨੂੰ ਉਸ ਸਮੇਂ ਦੀਆਂ ਸੜਕਾਂ, ਗਲੀਆਂ ਜਿਹੜੇ ਕਿ ਬਣੀਆਂ ਹੋਈਆਂ ਨੇ, ਖੁੱਲੀਆਂ ਚੌੜੀਆਂ ਸੜਕਾਂ ਦਾ ਪ੍ਰਬੰਧ, ਰੌਸ਼ਨੀ ਦਾ ਪ੍ਰਬੰਧ, ਪਾਣੀ ਦਾ ਵਧੀਆ ਨਿਕਾਸ ਹੈ ਜਿਹੜੇ ਕਿ ਉਹੀ ਅੱਗੇ ਤੱਕ ਚੱਲਦਾ ਆ, ਇਹ ਉਹਨਾਂ ਦੀ ਦੇਣ ਆ। ਇਸ ਤੋਂ ਇਲਾਵਾ ਹਾਰ ਸ਼ਿੰਗਾਰ, ਠੀਕ ਹੈ, ਤੇ ਭਾਂਡੇ ਬਣਾਉਣਾ, ਚਰਖਾ, ਆਟਾ ਪੀਸਣ ਵਾਲੀ ਚੱਕੀ, ਠੀਕ ਹੈ, ਤੇ ਸਿੱਖਿਆ ਦਾ ਢੰਗ, ਇਹ ਸਾਰੀ ਉਹਨਾਂ ਦੀ ਦੇਣ ਹੈ। ਤੇ ਇਸ ਤੋਂ ਇਲਾਵਾ ਧਾਰਮਿਕ ਜੀਵਨ ਦੇ ਵਿੱਚ ਉਹਨਾਂ ਦੀ ਬਹੁਤ ਵੱਡੀ ਦੇਣ ਹੈ ਕਿ ਜਿਵੇਂ ਲੋਕ ਦੇਵੀ ਦੇਵਤਿਆਂ ਦੀ ਜਿਹੜੀ ਕਿ ਪੂਜਾ ਕਰਦੇ ਨੇ ਅੱਜ ਵੀ, ਤੇ ਉਹ ਪਹਿਲਾਂ ਵੀ ਜਿਵੇਂ ਕਰਦੇ ਸੀ, ਦੇਵੀ ਮਾਂ ਦੀ, ਸ਼ਿਵ ਦੀ, ਅਗਨੀ, ਸੂਰਜ, ਠੀਕ ਹੈ, ਰੁੱਖਾਂ ਦੀ ਪੂਜਾ ਕਰਦੇ ਸੀ ਤੇ ਅੱਜ ਵੀ ਇਹ ਪ੍ਰਚਲਿਤ ਹੈ। ਤੇ ਇੱਕ ਉਹਨਾਂ ਦੇ ਵਿਸ਼ਾਲ ਇਸ਼ਨਾਨ ਘਰ ਤੋਂ ਇਹ ਪਤਾ ਲੱਗਦਾ ਕਿ ਉਹ ਇਸ਼ਨਾਨ ਨੂੰ ਬਹੁਤ ਜ਼ਿਆਦਾ ਮਹੱਤਵ ਦਿੰਦੇ ਸੀ, ਜਿਹੜਾ ਅੱਜ ਵੀ ਪ੍ਰਚਲਿਤ ਹੈ। ਨੈਕਸਟ ਅੱਗੇ ਅਗਲਾ ਚੈਪਟਰ ਦੇਖਦੇ ਹਾਂ, ਰਿਗਵੇਦੀ ਕਾਲ। ਹਾਂਜੀ, ਆਰੀਆ ਕੌਣ ਸੀ? ਆਰੀਆ ਦੀ ਗਿਣਤੀ ਸੰਸਾਰ ਦੀ ਸਭ ਤੋਂ ਸੱਭਿਅਕ ਜਾਤੀਆਂ ਦੇ ਵਿੱਚੋਂ ਕੀਤੀ ਜਾਂਦੀ ਹੈ ਤੇ ਆਰੀਆ ਦਾ ਸ਼ਬਦੀ ਅਰਥ ਹੈ ਸ੍ਰੇਸ਼ਟ। ਠੀਕ ਹੈ, ਤੇ ਆਰੀਆ ਲੋਕ ਗੋਰੇ ਰੰਗ ਦੇ ਸੀ, ਲੰਬੇ ਕੱਦ ਵਾਲੇ, ਰਿਸ਼ਟ ਪੁਸ਼ਟ ਸਰੀਰ ਵਾਲੇ, ਬਹਾਦਰ ਹੁੰਦੇ ਸੀ ਤੇ ਹਜ਼ਾਰਾਂ ਸਾਲ ਪਹਿਲਾਂ ਜਿਹੜੇ ਕਿ ਇਹ ਆਪਣਾ ਨਿਵਾਸ ਸਥਾਨ ਛੱਡ ਕੇ ਸੰਸਾਰ ਦੇ ਵੱਖ-ਵੱਖ ਦੇਸ਼ਾਂ ਵਿੱਚ ਚਲੇ ਗਏ ਤੇ ਇਹਨਾਂ ਦੇਸ਼ਾਂ ਦੀ ਸੱਭਿਅਤਾ ਦੀ ਸੰਸਕ੍ਰਿਤੀ ਨੂੰ ਜਿਹੜੇ ਕਿ ਇਹਨਾਂ ਨੇ ਪ੍ਰਭਾਵਿਤ ਕੀਤਾ। ਤੇ ਅੱਜ ਵੀ ਯੂਰਪ ਤੇ ਏਸ਼ੀਆ ਦੇ ਬਹੁਤ ਸਾਰੇ ਲੋਕ ਆਪਣੇ ਆਪ ਨੂੰ ਜਿਹੜੇ ਕਿ ਆਰੀਆ ਅਖਵਾਉਣ ਦੇ ਵਿੱਚ ਪ੍ਰਾਊਡ ਫੀਲ ਕਰਦੇ ਨੇ। ਤੇ ਮੂਲ ਨਿਵਾਸ ਸਥਾਨ ਇਹਨਾਂ ਦਾ ਕੀ ਸੀ? ਜਾਂ ਸਪਤ ਸਿੰਧੂ ਸਿਧਾਂਤ ਬਾਰੇ। ਠੀਕ ਆ, ਸਪਤ ਸਿੰਧੂ ਸਿਧਾਂਤ ਤੋਂ ਕੀ ਭਾਵ ਹੈ? ਤੇ ਆਰੀਆ ਦੇ ਮੂਲ ਨਿਵਾਸ ਸਥਾਨ ਅਲੱਗ-ਅਲੱਗ ਰਾਈਟਰਾਂ ਨੇ ਅਲੱਗ-ਅਲੱਗ ਵਿਚਾਰ ਦਿੱਤੇ ਨੇ। ਤੇ ਆਰੀਆ ਦੇ ਮੂਲ ਨਿਵਾਸ ਸਥਾਨ ਬਾਰੇ ACR ਕੇ MK ਮੁਨਸ਼ੀ ਇਹਨਾਂ ਨੇ ਕਿਹਾ ਤੇ ਡਾਕਟਰ ਸਪੂਰਨਾਨੰਦਾ ਨੇ ਕਿਹਾ ਸਪਤ ਸਿੰਧੂ ਵਾਲਾ। ਠੀਕ ਹੈ, ਇਹ ਕਹਿੰਦੇ ਨੇ ਕਿ ਰਿਗਵੇਦ ਦੇ ਵਿੱਚ ਕੇਵਲ ਸਪਤ ਸਿੰਧੂ ਦਾ ਹੀ ਵਰਣਨ ਹੈ, ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਇਹ ਸਿਰਫ, ਠੀਕ ਹੈ, ਸਪਤ ਸਿੰਧੂ ਦੇ ਵਿੱਚੋਂ ਹੀ ਸੀ। ਜੇ ਆਰੀਆ ਬਾਹਰੋਂ ਆਏ ਹੋਏ ਹੁੰਦੇ ਤਾਂ ਰਿਗਵੇਦ ਦੇ ਵਿੱਚ ਉਹਦਾ ਜ਼ਰੂਰ ਵਰਣਨ ਕਰਦੇ। ਮਤਲਬ ਕਿ ਇਹ ਕਹਿੰਦੇ ਨੇ ਵੀ ਇਹ ਲੋਕਾਂ ਦਾ ਮੂਲ ਨਿਵਾਸ ਸਥਾਨ ਸਪਤ ਸਿੰਧੂ ਇਲਾਕਾ ਹੀ ਸੀ। ਠੀਕ ਹੈ, ਜਿਹੜੀਆਂ ਨਦੀਆਂ, ਰੁੱਖ, ਪਸ਼ੂ ਪੰਛੀਆਂ ਦਾ ਉਪਜਾਂ ਦਾ ਵਰਣਨ ਹੈ ਉਹ ਸਪਤ ਸਿੰਧੂ ਦੇ ਵਿੱਚ ਮਿਲਦਾ ਸੀ। ਬਟ ਹਾਂਜੀ, ਅੱਗੇ ਹੈਗਾ ਉੱਤਰੀ ਧਰੁਵ ਦਾ ਵਿਚਾਰ ਕਿਹਨੇ ਦਿੱਤਾ ਸੀ? ਬਾਲ ਗੰਗਾਧਰ ਤਿਲਕ ਨੇ ਜਿਹੜੇ ਕਿ ਉੱਤਰੀ ਧਰੁਵ ਦਾ ਦਿੱਤਾ ਸੀ ਆਪਣੀ ਪੁਸਤਕ ਆਰਟਿਕ ਹੋਮ ਇਨ ਦੀ ਵੇਦਸ ਦੇ ਵਿੱਚ। ਉਹ ਕਹਿੰਦੇ ਨੇ ਕਿ ਇਹ ਉੱਤਰੀ ਧਰੁਵ ਦੇ ਰਹਿਣ ਵਾਲੇ ਸੀ, ਇੱਥੇ ਹੀ ਭਾਰਤ, ਈਰਾਨ ਤੇ ਯੂਰਪੀ ਦੇਸ਼ਾਂ ਦੇ ਵਿੱਚ ਗਏ ਤੇ ਰਿਗਵੇਦ ਦੇ ਵਿੱਚ ਵੀ ਆਪਾਂ ਨੂੰ ਮਿਲਦਾ ਕਿ ਆਰੀਆ ਦਾ ਮੂਲ ਨਿਵਾਸ ਸਥਾਨ ਦੇ ਵਿੱਚ ਸਰਦੀ ਬਹੁਤ ਪੈਂਦੀ ਸੀ, ਉੱਥੇ 6 ਮਹੀਨੇ ਦਾ ਦਿਨ ਤੇ 6 ਮਹੀਨੇ ਦੀ ਰਾਤ ਹੁੰਦੀ ਸੀ ਤੇ ਇਹ ਸਾਰੀਆਂ ਗੱਲਾਂ ਉੱਤਰੀ ਧਰੁਵ ਦੇ ਵਿੱਚ ਮਿਲਦੀਆਂ ਨੇ, ਜਿਸ ਕਰਕੇ ਬਾਲ ਗੰਗਾਧਰ ਤਿਲਕ ਕਹਿੰਦੇ ਸੀ ਕਿ ਆਰੀਆ ਲੋਕ ਉੱਤਰੀ ਧਰੁਵ ਦੇ ਵਿੱਚੋਂ ਆਏ ਨੇ। ਤੇ ਸਭ ਤੋਂ ਵੱਧ ਜਿਹੜੇ ਕਿ ਮੂਲ ਨਿਵਾਸ ਸਥਾਨ ਕਿਹੜਾ ਮੰਨਿਆ ਜਾਂਦਾ? ਠੀਕ ਹੈ, ਮੈਕਸ ਮੂਲਰ ਦਾ ਜਿਹੜਾ ਵਿਚਾਰ ਆ ਉਹ ਕਹਿੰਦੇ ਨੇ ਕਿ ਆਰੀਆ ਦਾ ਮੂਲ ਨਿਵਾਸ ਸਥਾਨ ਮੱਧ ਏਸ਼ੀਆ ਸੀ। ਠੀਕ ਹੈ, ਮੱਧ ਏਸ਼ੀਆ ਦੇ ਵਿੱਚੋਂ ਆਏ ਨੇ ਇਹ। ਭਾਸ਼ਾ ਵਿਗਿਆਨੀ ਇਸ ਮਹਾਨ ਵਿਦਵਾਨ ਨੇ ਇਸ ਗੱਲ ਉੱਪਰ ਜ਼ੋਰ ਦਿੱਤਾ ਕਿ ਭਾਰਤ, ਈਰਾਨੀ, ਲਾਤੀਨੀ, ਯੂਨਾਨੀ, ਰੋਮਨ, ਜਰਮਨ, ਅੰਗਰੇਜ਼ ਆਦਿ ਸਾਰੇ ਆਰੀਆ ਦੇ ਵੱਡੇ ਵਡੇਰੇ ਕਿਸੇ ਸਮੇਂ ਇੱਕ ਥਾਂ ਇਕੱਠੇ ਰਹੇ ਹੋਣਗੇ ਕਿਉਂਕਿ ਉਹਨਾਂ ਦੀ ਭਾਸ਼ਾ ਦੇ ਵਿੱਚ ਬਹੁਤ ਜ਼ਿਆਦਾ ਸਮਾਨਤਾ। ਤੇ ਮੈਕਸ ਮੂਲਰ ਦਾ ਇਹ ਵਿਚਾਰ ਹੈ ਕਿ ਆਰੀਆ ਲੋਕ ਮੱਧ ਏਸ਼ੀਆ ਤੋਂ ਹੀ ਸੰਸਾਰ ਦੇ ਹੋਰਨਾਂ ਭਾਗਾਂ ਦੇ ਵਿੱਚ ਗਏ ਨੇ। ਤਾਂ ਸੰਭਵ ਹੈ ਕਿ ਜਨਸੰਖਿਆ ਦੇ ਵਿੱਚ ਉਸ ਸਮੇਂ ਦੇ ਵਿੱਚ ਵਾਧਾ ਹੋ ਗਿਆ ਹੋਣਾ ਜਾਂ ਖਾਦ ਪਦਾਰਥਾਂ ਦੇ ਵਿੱਚ ਕਮੀ ਹੋ ਗਈ ਹੋਣੀ, ਜਿਸ ਕਰਕੇ ਉਹਨਾਂ ਨੂੰ ਜਿਹੜੇ ਕਿ ਕੁਝ ਇਲਾਕਿਆਂ ਨੂੰ ਛੱਡ ਕੇ ਦੂਜੇ ਇਲਾਕਿਆਂ ਦੇ ਵਿੱਚ ਜਾਣਾ ਪੈ ਗਿਆ। ਹਾਂਜੀ, ਅਗਲਾ ਹੈਗਾ ਕੁਐਸਚਨ, ਰਿਗਵੇਦਿਕ ਸੱਭਿਅਤਾ ਦੇ ਰਾਜਸੀ ਜੀਵਨ ਦੇ 2 ਮੁੱਖ ਲੱਛਣ ਦੱਸਣੇ ਨੇ। ਵੀ ਰਿਗਵੇਦਿਕ ਕਾਲ, ਜਿਹਨੂੰ ਮੁੱਢਲਾ ਵੈਦਿਕ ਕਾਲ ਵੀ ਕਹਿੰਦੇ ਨੇ। ਠੀਕ ਹੈ, ਰਿਗਵੇਦਿਕ ਕਾਲ ਨੂੰ ਆਰੀਆ ਕਾਲ ਵੀ ਕਿਹਾ ਜਾਂਦਾ, ਮੁੱਢਲਾ ਵੈਦਿਕ ਕਾਲ ਵੀ ਕਿਹਾ ਜਾਂਦਾ। ਤੇ ਇਹ 2 ਤਰ੍ਹਾਂ ਦਾ, ਉੱਤਰ ਵੈਦਿਕ ਕਾਲ ਵਾਲਾ, ਲੇਟਰ ਵੈਦਿਕ ਕਾਲ ਵਾਲਾ। ਹਾਂਜੀ, ਇਸ ਦੇ ਮੁੱਢਲੇ ਰਿਗਵੇਦੀ ਕਾਲ ਦੇ ਵਿੱਚ ਪ੍ਰਸ਼ਾਸਨਿਕ ਇਕਾਈਆਂ ਕੀ ਸੀ? ਰਿਗਵੇਦੀ ਕਾਲ ਨੇ ਆਰੀਆ ਪ੍ਰਸ਼ਾਸਨ ਦੀ ਸਹੂਲਤ ਲਈ ਆਪਣੇ ਪ੍ਰਸ਼ਾਸਨਿਕ ਢਾਂਚੇ ਨੂੰ ਛੋਟੀਆਂ-ਛੋਟੀਆਂ ਇਕਾਈਆਂ ਵਿੱਚ ਵੰਡਿਆ ਹੋਇਆ ਸੀ ਤੇ ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਸੀ? ਪਰਿਵਾਰ ਸੀ। ਤੇ ਪਰਿਵਾਰ ਦਾ ਮੁਖੀ ਹੁੰਦਾ ਸੀ ਗ੍ਰਹਿਪਤੀ ਜਾਂ ਕੁਲਪਤੀ। ਤੇ ਕੁਝ ਪਰਿਵਾਰਾਂ ਨੂੰ ਮਿਲ ਕੇ ਪਿੰਡ ਬਣਦਾ ਸੀ ਤਾਂ ਪਿੰਡ ਦਾ ਮੁਖੀ ਹੁੰਦਾ ਸੀ ਗ੍ਰਾਮਣੀ। ਤੇ ਪਿੰਡਾਂ ਨੂੰ ਮਿਲਾ ਕੇ ਜਿਹੜੇ ਕਿ
ਵਿਸ਼ ਬਣਦਾ ਸੀ, ਭਾਵ ਕਿ ਜ਼ਿਲ੍ਹਾ ਬਣਦੇ ਸੀ, ਜ਼ਿਲ੍ਹੇ ਨੂੰ ਵਿਸ਼ ਕਿਹਾ ਗਿਆ, ਤੇ ਵਿਸ਼ ਦੇ ਮੁਖੀ ਨੂੰ ਕਹਿੰਦੇ ਸੀ ਵਿਸ਼ਪਤੀ। ਫਿਰ ਵਿਸ਼ਿਆਂ ਨੂੰ ਮਿਲਾ ਕੇ ਕੀ ਬਣਦਾ ਸੀ, ਜਨ ਬਣਦਾ ਸੀ, ਜਨ। ਠੀਕ ਹੈ, ਜਨ ਦੇ ਮੁਖੀ ਨੂੰ ਕੀ ਕਹਿੰਦੇ ਸੀ, ਰਾਜਨ ਜਾਂ ਰਾਜਾ। ਹਾਂਜੀ, ਸਭ ਤੋਂ ਪਹਿਲਾਂ ਪਰਿਵਾਰ। ਠੀਕ ਹੈ, ਪਰਿਵਾਰ ਦੇ ਵਿੱਚ ਕੁਲਪਤੀ ਹੁੰਦਾ ਸੀ ਮੁਖੀ ਜਾਂ ਗ੍ਰਹਿਪਤੀ। ਪਰਿਵਾਰਾਂ ਤੋਂ ਮਿਲ ਕੇ ਪਿੰਡ ਬਣ ਗਏ। ਠੀਕ ਹੈ, ਫਿਰ ਪਿੰਡਾਂ ਤੋਂ ਮਿਲ ਕੇ ਵਿਸ਼ ਬਣ ਗਏ, ਫਿਰ ਵਿਸ਼ਾਂ ਤੋਂ ਮਿਲ ਕੇ ਜਿਹੜੇ ਕਿ ਜਨ ਬਣਿਆ। ਠੀਕ ਹੈ, ਜਨ ਦਾ ਮੁਖੀ ਹੁੰਦਾ ਸੀ ਰਾਜਨ ਜਾਂ ਰਾਜਾ। ਅੱਗੇ ਹੈਗਾ ਰਿਗਵੇਦੀ ਕਾਲ ਵਿੱਚ ਸਭਾ ਤੇ ਸਮਿਤੀ। ਹਾਂਜੀ, ਸਭਾ ਤੇ ਸਮਿਤੀ। ਸਭਾ ਤੇ ਸਮਿਤੀ ਰਿਗਵੇਦੀ ਕਾਲ ਦੇ ਦੋ ਮਹੱਤਵਪੂਰਨ ਸੰਸਥਾਵਾਂ ਸੀ। ਇਹਨਾਂ ਦੋਨਾਂ ਦੇ ਵਿੱਚ ਫਰਕ ਕੀ ਸੀ, ਇਸ ਦੇ ਬਾਰੇ ਇਤਿਹਾਸਕਾਰ ਦੇ ਵਿੱਚ ਅਸਲ ਦੇ ਵਿੱਚ ਮਤਭੇਦ ਨੇ, ਬਟ ਜ਼ਿਆਦਾਤਰ ਇਤਿਹਾਸਕਾਰ ਇਹ ਕਹਿੰਦੇ ਨੇ ਕਿ ਸਭਾ ਦੇ ਵਿੱਚ ਬਜ਼ੁਰਗ ਲੋਕ ਜਿਹੜੇ ਸ਼ਾਮਲ ਹੁੰਦੇ ਸੀ, ਬਜ਼ੁਰਗ ਵਿਅਕਤੀ ਹੁੰਦੇ ਸੀ ਜਿਹੜੇ, ਉਹ ਸਾਰੇ ਸਭਾ ਦੇ ਵਿੱਚ ਸ਼ਾਮਲ ਹੁੰਦੇ ਸੀ। ਸਮਿਤੀ ਦੇ ਵਿੱਚ ਜਿਹੜੇ ਕਿ ਸਾਰੇ ਕਬੀਲੇ ਦੇ ਮੈਂਬਰ ਹੁੰਦੇ ਸੀ। ਬਜ਼ੁਰਗ ਲੋਕ ਦੇ ਬਜ਼ੁਰਗ ਤਾਂ ਸਭਾ ਦੇ ਵਿੱਚ ਸ਼ਾਮਲ ਹੁੰਦੇ ਸੀ, ਜਦਕਿ ਸਮਿਤੀ ਦੇ ਵਿੱਚ ਸਾਰੇ ਕਬੀਲੇ ਦੇ ਮੈਂਬਰ ਹੁੰਦੇ ਸੀ। ਤੇ ਸੰਸਥਾਵਾਂ ਸ਼ਾਸਨ ਪ੍ਰਬੰਧ ਚਲਾਉਣ ਦੇ ਵਿੱਚ ਰਾਜੇ ਦੀ ਮਦਦ ਕਰਦੇ ਸੀ, ਤੇ ਰਾਜੇ ਨੂੰ ਉਹਨਾਂ ਦੀ ਮਰਜ਼ੀ ਅਨੁਸਾਰ ਹੀ ਸ਼ਾਸਨ ਪ੍ਰਬੰਧ ਚਲਾਉਂਦਾ ਸੀ। ਜੇ ਕੋਈ ਰਾਜਾ ਜ਼ੁਲਮ ਕਰਦਾ ਸੀ, ਤਾਂ ਜ਼ਾਲਮ ਹੋ ਜਾਂਦਾ ਸੀ, ਤਾਂ ਉਹਨੂੰ ਗੱਦੀ ਤੋਂ ਉਤਾਰਨ ਦੀਆਂ ਸ਼ਕਤੀਆਂ ਸੀ ਸਭਾ ਤੇ ਸਮਿਤੀ ਕੋਲ। ਠੀਕ ਹੈ, ਅੱਗੇ ਹੈਗਾ ਰਿਗਵੇਦੀ ਕਾਲ ਦੇ ਵਿੱਚ ਪਰਿਵਾਰ। ਹਾਂਜੀ, ਆਪਾਂ ਨੇ ਵੈਸੇ ਆਪਣਾ ਕੁਐਸਚਨ ਹੋਏਗਾ ਕਿ ਰਿਗਵੇਦੀ ਕਾਲ ਦੇ ਵਿੱਚ ਆਰੀਆ ਜੀਵਨ ਜਿਹੜੇ ਕਿ ਖੁਸ਼ਹਾਲ ਸੀ, ਉਸ ਸਮੇਂ ਸਾਂਝਾ ਪਰਿਵਾਰ ਪਰ ਚੱਲੇ ਸੀ। ਸਾਂਝਾ ਪਰਿਵਾਰ, ਜੁਆਇੰਟ ਫੈਮਿਲੀ ਸੀ, ਤੇ ਪਿਤਾ ਪ੍ਰਧਾਨ ਜਿਹੜੇ ਕਿ ਸਮਾਜ ਹੁੰਦਾ ਸੀ, ਭਾਵ ਕਿ ਘਰ ਦੇ ਵਿੱਚ ਪਿਤਾ ਜਿਹੜਾ ਬਜ਼ੁਰਗ ਸੀ, ਉਹਨੂੰ ਜਿਹੜੇ ਕਿ ਸਭ ਤੋਂ ਉੱਚਾ ਅਹੁਦਾ ਹਾਸਿਲ ਹੁੰਦਾ ਸੀ। ਸਾਰੇ ਹੀ ਜਿਹੜੇ ਪਰਿਵਾਰ ਉਸ ਮੁਖੀ ਦੇ ਅਕੋਰਡਿੰਗ ਆਪਣਾ ਜਿਹੜੇ ਕਿ ਜੀਵਨ ਬਤੀਤ ਕਰਦਾ ਸੀ, ਤੇ ਇਹਨੂੰ ਕੀ ਕਹਿੰਦੇ ਸੀ, ਗ੍ਰਹਿਪਤੀ ਜਾਂ ਕੁਲਪਤੀ ਕਿਹਾ ਜਾਂਦਾ ਸੀ। ਤੇ ਪਰਿਵਾਰ ਦੀ ਦੇਖਭਾਲ ਕਰਦਾ ਸੀ, ਤੇ ਪਰਿਵਾਰ ਦੇ ਸਾਰੇ ਮੈਂਬਰ ਉਹਦੀ ਆਗਿਆ ਦਾ ਪਾਲਣ ਕਰਦੇ ਸੀ। ਤੇ ਰਿਗਵੇਦੀ ਕਾਲ ਵਿੱਚ ਇਸਤਰੀਆਂ ਦਾ ਬਹੁਤ ਸਤਿਕਾਰ ਸੀ, ਤੇ ਉਹਨਾਂ ਨੂੰ ਪੁਰਸ਼ਾਂ ਦੇ ਬਰਾਬਰ ਅਧਿਕਾਰ ਸੀ। ਬਟ ਜਦੋਂ ਉੱਤਰਵੈਦੀ ਕਾਲ ਆ ਜਾਂਦਾ, ਫਿਰ ਇਸਤਰੀਆਂ ਦੀ ਦਸ਼ਾ ਜਿਹੜੀ ਕਿ ਚੰਗੀ ਨਹੀਂ ਸੀ। ਇਸਤਰੀਆਂ ਦੀ ਦਸ਼ਾ ਰਿਗਵੇਦੀ ਕਾਲ ਦੇ ਵਿੱਚ ਇਸਤਰੀਆਂ ਦਾ ਬਹੁਤ ਜ਼ਿਆਦਾ ਸਤਿਕਾਰ ਸੀ, ਪੜ੍ਹੀਆਂ ਲਿਖੀਆਂ ਇਸਤਰੀਆਂ ਸੀ। ਤੇ ਰਿਗਵੇਦ ਦੇ ਵਿੱਚ ਵੀ ਆਪਾਂ ਨੂੰ ਜਿਹੜੇ ਕਿ ਨਾਮ ਮਿਲਦੇ ਨੇ ਜਿਨ੍ਹਾਂ ਨੇ ਅਨੇਕਾਂ ਮੰਤਰ ਲਿਖੇ ਨੇ, ਜਿਵੇਂ ਅਪਾਲਾ, ਘੋਸ਼ਾ, ਵਿਸ਼ਵਰਾ, ਮੁਦਗਾਲਨੀ। ਠੀਕ ਹੈ, ਇਹ ਵਰਗੀਆਂ ਇਸਤਰੀਆਂ ਸੀ। ਤੇ ਇਸਤਰੀਆਂ ਆਪਣੀ ਮਰਜ਼ੀ ਅਨੁਸਾਰ ਆਪਣਾ ਪਤੀ ਚੁਣ ਸਕਦੇ ਸੀ। ਉਹਨਾਂ ਦੇ ਸਹਿਯੋਗ ਤੋਂ ਬਿਨਾਂ ਕੋਈ ਵੀ ਧਾਰਮਿਕ ਕਾਰਜ ਪੂਰਾ ਨਹੀਂ ਸਮਝਿਆ ਜਾਂਦਾ ਸੀ, ਜਿਸ ਕਰਕੇ ਉਹਨਾਂ ਨੂੰ ਸਹਿਜ ਧਰਮੀ ਵੀ ਕਿਹਾ ਜਾਂਦਾ ਸੀ, ਭਾਵ ਕਿ ਸਾਰੇ ਧਰਮਾਂ ਦੇ ਵਿੱਚ ਉਹਨਾਂ ਦੀ ਸਾਂਝੇਦਾਰੀ ਹੁੰਦੀ ਸੀ ਜੱਗਾਂ ਦੇ ਵਿੱਚ। ਤੇ ਉਹ ਨਾਚ ਗਾਣੇ, ਮੇਲਿਆਂ ਤੇ ਧਾਰਮਿਕ ਰਸਮਾਂ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੀਆਂ ਸੀ। ਤੇ ਬਾਲ ਵਿਆਹ, ਸਤੀ ਪ੍ਰਥਾ, ਪਰਦਾ ਪ੍ਰਥਾ ਵਰਗੀਆਂ ਘ੍ਰਿਣਾਯੋਗ ਬੁਰਾਈਆਂ ਹਾਲੇ ਉਸ ਸਮੇਂ ਦੇ ਸਮਾਜ ਦੇ ਵਿੱਚ ਨਹੀਂ ਸੀ। ਠੀਕ ਹੈ, ਬਾਅਦ ਦੇ ਵਿੱਚ ਉੱਤਰਵੈਦੀ ਕਾਲ ਦੇ ਵਿੱਚ ਆ ਜਾਂਦੇ ਨੇ, ਬਟ ਰਿਗਵੇਦੀ ਕਾਲ ਦੇ ਵਿੱਚ, ਮੁੱਢਲੇ ਵੈਦੀ ਕਾਲ ਦੇ ਵਿੱਚ ਇਹ ਚੀਜ਼ਾਂ ਨਹੀਂ ਸੀ। ਠੀਕ ਹੈ, ਅੱਗੇ ਹੈਗਾ ਰਿਗਵੇਦੀ ਕਾਲ ਵਿੱਚ ਜਾਤੀ ਪ੍ਰਥਾ ਕਿਵੇਂ ਦੀ ਸੀ। ਹਾਂਜੀ, 4 ਵਰਣ। ਰਿਗਵੇਦੀ ਕਾਲ ਆਰੀਆ ਸਮਾਜ ਵਿੱਚ ਜਿਹੜੀ ਜਾਤੀ ਪ੍ਰਥਾ ਨਹੀਂ ਸੀ, ਬਟ ਬਾਅਦ ਦੇ ਵਿੱਚ ਹੋਈ ਹੈ। ਇਹ ਆਪਾਂ ਮੁੱਢਲਾ ਵੈਦੀ ਕਾਲ ਕਰ ਰਹੇ, ਜਿਹਨੂੰ ਆਰੀਆ ਦਾ ਸਮਾਂ ਕਿਹਾ ਜਾਂਦਾ। ਸਮਾਜ ਜਿਹੜੇ ਕਿ ਧੰਦਿਆਂ ਦੇ ਆਧਾਰ ਤੇ 4 ਵਰਗਾਂ ਵਿੱਚ ਵੰਡਿਆ ਸੀ, ਮਤਲਬ ਕਿ ਜਾਤੀ ਦੇ ਅਕੋਰਡਿੰਗ ਨਹੀਂ ਸੀ ਕਿ ਵੀ ਉਸ ਸਮੇਂ ਜਾਤੀ ਪ੍ਰਥਾ ਜ਼ਿਆਦਾ ਪ੍ਰਚਲਨ ਸੀ, ਬਟ ਸਮਾਜ ਬੇਸ਼ੱਕ 4 ਵਰਗਾਂ ਦੇ ਵਿੱਚ ਵੰਡਿਆ ਹੋਇਆ ਸੀ। ਮਤਲਬ ਕਿ ਉਹਨਾਂ ਦੇ ਵਿੱਚ ਹਜੇ ਜਿਹੜੀ ਛੂਤ ਛਾਤ ਜੀ ਪ੍ਰਥਾ ਸੀ ਕਿ ਬ੍ਰਾਹਮਣਾਂ ਨੇ ਸ਼ੂਦਰਾਂ ਨੂੰ ਜਿਹੜੇ ਕਿ ਕੋਈ ਅਧਿਕਾਰ ਨਹੀਂ ਦੇਣੇ ਜਾਂ ਉਹਨਾਂ ਨਾਲ ਕੋਈ ਕਾਰ ਵਿਹਾਰ ਨਹੀਂ ਰੱਖਣਾ, ਉਹ ਹਜੇ ਪ੍ਰਚਲਿਤ ਨਹੀਂ ਸੀ। ਠੀਕ ਹੈ, 4 ਵਰਨਾਂ ਦੇ ਆਧਾਰ ਤੇ ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ ਵੰਡੇ ਹੋਏ ਸੀ, ਤੇ ਆਪਣੀ ਯੋਗਤਾ ਦੇ ਆਧਾਰ ਤੇ ਕਿਸੇ ਵੀ ਧੰਦੇ ਨੂੰ ਅਪਣਾ ਸਕਦੇ ਸੀ। ਠੀਕ ਹੈ, ਤੇ ਸਮਾਜ ਵਿੱਚ ਕਿਸੇ ਵੀ ਜਾਤੀ ਨਾਲ ਨਫ਼ਰਤ ਨਹੀਂ ਕੀਤੀ ਜਾਂਦੀ ਸੀ। ਛੂਤ ਛਾਤ ਦੀ ਪ੍ਰਥਾ ਹਜੇ ਉਸ ਸਮੇਂ ਪ੍ਰਚਲਿਤ ਨਹੀਂ ਸੀ। ਆਰੀਆ ਦਾ ਧਾਰਮਿਕ ਜੀਵਨ। ਹਾਂਜੀ, ਆਰੀਆ ਲੋਕ ਆ ਜਿਹੜੇ ਕਿ ਅਸਲ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਕਿ ਧਾਰਮਿਕ ਪਵਿੱਤਰ ਜੀਵਨ ਬਤੀਤ ਸੀ ਉਹਨਾਂ ਦਾ, ਤੇ ਸਾਦਾ ਸੀ। ਤੇ ਉਹ ਜਿਹੜੀਆਂ ਵੀ ਕੁਦਰਤੀ ਸ਼ਕਤੀਆਂ ਉਹਨਾਂ ਨੂੰ ਅਜੀਬ ਲੱਗਦੀਆਂ ਸੀ, ਉਹਨਾਂ ਦੀ ਉਹ ਪੂਜਾ ਕਰਨੀ ਸ਼ੁਰੂ ਕਰ ਦਿੰਦੇ ਸੀ। ਮਤਲਬ ਕਿ ਜੋ ਵੀ ਉਹਨਾਂ ਨੂੰ ਦੁਨੀਆ ਦੇ ਵਿੱਚ ਅਜੀਬ ਲੱਗਿਆ ਆਰੀਆ ਲੋਕਾਂ ਨੂੰ, ਉਹਨਾਂ ਨੇ ਪੂਜਾ ਕਰਨੀ ਸ਼ੁਰੂ ਕਰਤੀ ਰਿਗਵੇਦੀ ਕਾਲ ਦੇ ਵਿੱਚ। ਤੇ ਉਹਨਾਂ ਦੇ ਦੇਵਤਿਆਂ ਦੀ ਗਿਣਤੀ, ਠੀਕ ਹੈ, ਦੇਵੀਆਂ ਦੀ ਗਿਣਤੀ ਥੋੜੀ ਸੀ ਦੇਵਤਿਆਂ ਦੇ ਮੁਕਾਬਲੇ, ਮਤਲਬ ਕਿ ਦੇਵਤਿਆਂ ਦੀ ਗਿਣਤੀ ਜ਼ਿਆਦਾ ਸੀ। ਤੇ ਰਿਗਵੇਦ ਦੇ ਵਿੱਚ 33 ਦੇਵੀ ਦੇਵਤਿਆਂ ਦਾ ਵਰਣਨ ਮਿਲਦਾ, ਜਿਨ੍ਹਾਂ ਨੂੰ 3 ਹਿੱਸਿਆਂ ਵਿੱਚ ਵੰਡਿਆ ਗਿਆ। ਠੀਕ ਹੈ, ਆਕਾਸ਼ ਦੇ ਦੇਵੀ ਦੇਵਤੇ, ਧਰਤੀ ਦੇ ਦੇਵੀ ਦੇਵਤੇ, ਤੇ ਵਾਯੂਮੰਡਲ ਦੇ ਦੇਵੀ ਦੇਵਤੇ। ਤੇ ਇਹਨਾਂ ਦੇ ਵਿੱਚ ਜਿਹੜੇ ਕਿ ਵਰੁਣ ਦੇਵਤਾ ਸੀ, ਵਰੁਣ ਦੇਵਤਾ ਆਰੀਆ ਦਾ ਮੁੱਖ ਦੇਵਤਾ ਸੀ। ਠੀਕ ਹੈ, ਤੇ ਉਹਨੂੰ ਉਹ ਆਕਾਸ਼ ਦਾ ਦੇਵਤਾ ਮੰਨਦੇ ਸੀ। ਜਿਹੜਾ ਵਰੁਣ ਦੇਵਤਾ ਸੀ, ਵਰੁਣ ਦੇਵਤਾ ਨੂੰ ਉਹ ਜਿਹੜੇ ਕਿ ਵਰੁਣ, ਭਾਵ ਕਿ ਵਰੁਣ ਤੇ ਇੰਦਰ ਦੇਵਤਾ ਸਭ ਤੋਂ ਉਹਨਾਂ ਦੇ ਵੱਡੇ ਦੇਵਤੇ ਸੀ। ਵਰੁਣ ਸਭ ਤੋਂ ਜ਼ਿਆਦਾ ਜਿਹੜੇ ਕਿ ਇਹਦਾ ਮੁੱਖ ਦੇਵਤਾ ਮੰਨਦੇ ਸੀ, ਤੇ ਇਹਨੂੰ ਆਕਾਸ਼ ਦਾ ਦੇਵਤਾ ਮੰਨਿਆ ਜਾਂਦਾ ਸੀ ਇਹ। ਤੇ ਆਰੀਆ ਦੇ ਅਨੁਸਾਰ ਆ ਜਿਹੜੇ ਕਿ ਵਰੁਣ ਜਿਹੜੇ ਸਾਰੇ ਸੰਸਾਰ ਦੇ ਵਿੱਚ ਜਿਹੜੀ ਕਿ ਜਗਤ ਜਿਹੜਾ ਚੱਲ ਰਿਹਾ ਉਹਦਾ ਮਾਰਗਦਰਸ਼ਨ ਕਰਦਾ। ਠੀਕ ਹੈ, ਤੇ ਵਰੁਣ ਨੂੰ ਸੰਸਾਰ ਦੇ ਵਿੱਚ ਜਿਹੜੀਆਂ ਵੀ ਘਟਨਾਵਾਂ ਘਟਦੀਆਂ ਨੇ ਉਹਨਾਂ ਦੀ ਪਹਿਲਾਂ ਹੀ ਜਾਣਕਾਰੀ ਹੁੰਦੀ ਹੈ। ਠੀਕ ਹੈ, ਤੇ ਦੂਜੇ ਨੰਬਰ ਦਾ ਇਹਨਾਂ ਦਾ ਦੇਵਤਾ ਸੀ ਇੰਦਰ। ਤੇ ਇੰਦਰ ਨੂੰ ਜਿਹੜੇ ਕਿ ਯੁੱਧ ਤੇ ਰੁੱਤਾਂ ਦਾ ਦੇਵਤਾ ਮੰਨਿਆ ਜਾਂਦਾ ਸੀ, ਯੁੱਧ ਤੇ ਵਰਖਾ ਦਾ ਦੇਵਤਾ ਮੰਨਿਆ ਜਾਂਦਾ ਸੀ। ਤੇ ਆਰੀਆ ਦਾ ਵਿਸ਼ਵਾਸ ਸੀ ਕਿ ਇੰਦਰ ਨੂੰ ਖੁਸ਼ ਰੱਖ ਕੇ ਦੁਸ਼ਮਣੀ ਤੇ ਆਸਾਨੀ ਨਾਲ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ। ਠੀਕ ਹੈ,
ਤਾਂ ਤੇ ਰਿਗਵੇਦ ਦੇ ਵਿੱਚ ਕਿਹਾ ਹੋਇਆ ਵੀ ਇਹ ਇੰਦਰ ਸਾਡੇ ਕੋਲ ਲੜਨ ਦੀ ਪੂਰੀ ਤਾਕਤ ਹੈ, ਕਿਉਂਕਿ ਤੁਸੀਂ ਸਾਡੇ ਰੱਖਿਅਕ ਹੋ, ਅਸੀਂ ਤੁਹਾਡੀ ਰੱਖਿਆ ਨਾਲ ਜਿੱਤ ਲਵਾਂਗੇ। ਭਾਵ ਕਿ ਉਹਨੂੰ ਯੁੱਧ ਦੇ ਵਿੱਚ ਜਿਹੜੇ ਕਿ ਆਜ਼ਾਦ ਕੀਤਾ ਜਾਂਦਾ ਸੀ ਇੰਦਰ ਦੇਵਤਾ ਨੂੰ। ਤੇ ਇੱਕ ਵਰਖਾ ਦੇ ਸਮੇਂ ਵੀ ਜੇ ਮੀਂਹ ਨਹੀਂ ਪੈਂਦਾ ਸੀ ਤਾਂ ਜਿਹੜੇ ਕਿ ਇੰਦਰ ਦੇਵਤੇ ਦੇ ਲਈ ਯੱਗ ਕਰ ਦਿੰਦੇ ਸੀ। ਤੇ ਆਰੀਆ ਦੇ ਮੁੱਖ ਦੇਵੀ ਦੇਵਤੇ, ਇਹ ਮੈਂ ਆਪਾਂ ਨੇ ਕੁਐਸਚਨ ਕਰ ਲਿਆ ਕਿ ਆਰੀਆ ਦੇ ਦੇਵੀ ਦੇਵਤਿਆਂ ਨੂੰ 3 ਹਿੱਸਿਆਂ ਵਿੱਚ ਵੰਡਿਆ ਗਿਆ ਸੀ। ਵੱਲ ਤੇ ਇਹ ਯਾਦ ਰੱਖਣਾ। 33 ਦੇਵੀ ਦੇਵਤੇ ਸੀ। ਆਕਾਸ਼ ਦੇ ਦੇਵਤੇ, ਵਾਯੂ ਦੇ ਦੇਵਤੇ, ਧਰਤੀ ਦੇ ਦੇਵਤੇ, ਠੀਕ ਹੈ। ਤੇ ਇਹਨਾਂ ਦੇਵਤਿਆਂ ਵਿੱਚ ਸਭ ਤੋਂ ਵੱਡਾ ਦੇਵਤਾ ਸੀ ਵਰੁਣ ਦੇਵਤਾ, ਤੇ ਉਹਨੂੰ ਆਕਾਸ਼ ਦਾ ਦੇਵਤਾ ਮੰਨਿਆ ਜਾਂਦਾ ਸੀ ਕਿ ਸਾਰੇ ਸੰਸਾਰ ਦੇ ਵਿੱਚ ਜਿੰਨੇ ਵੀ ਭੇਦ ਨੇ, ਸਾਰੀ ਜਿਹੜੀ ਕਿ ਜਾਣਕਾਰੀ ਵਰੁਣ ਦੇਵਤੇ ਕੋਲ ਆ। ਤੇ ਆਰੀਆ ਉਸ ਤੋਂ ਆਪਣੇ ਕਸੂਰਾਂ ਲਈ ਮਾਫੀ ਵੀ ਮੰਗਦੇ ਸੀ। ਤੇ ਦੂਜਾ ਸਥਾਨ ਸੀ ਇੰਦਰ ਦੇਵਤਾ, ਜਿਹਨੂੰ ਯੁੱਧ ਤੇ ਵਰਖਾ ਦੇਵਤਾ ਕਹਿੰਦੇ ਸੀ, ਆਪਣਾ ਹੋਏ ਗਿਆ ਹਨਾ। ਅਗਨੀ ਦੇਵਤਾ ਦਾ ਵੀ ਸਤਿਕਾਰ ਹੁੰਦਾ ਸੀ। ਇਹ ਦੇਵਤੇ ਅਤੇ ਮਨੁੱਖਾਂ ਦੇ ਵਿਚਕਾਰ ਜਿਹੜੇ ਕਿ ਸੰਪਰਕ ਦਾ ਸਾਧਨ ਸੀ, ਭਾਵ ਕਿ ਜੱਗ ਕਰਦੇ ਸੀ ਅਗਨੀ ਦੇ ਰਾਹੀਂ ਹੀ, ਜਿਹੜੇ ਕਿ ਆਪਣੀ ਪ੍ਰਾਰਥਨਾ ਪ੍ਰਮਾਤਮਾ ਤੱਕ ਪਹੁੰਚਾਉਂਦੇ ਸੀ। ਤੇ ਵਿਆਹ ਦੇ ਵਿੱਚ ਵੀ ਅਗਨੀ ਦੀ ਜਿਹੜੀ ਕਿ ਹਾਜ਼ਰੀ ਦੇ ਵਿੱਚ ਵਿਆਹ ਹੁੰਦਾ ਸੀ, ਤੇ ਮੁਰਦਿਆਂ ਨੂੰ ਵੀ ਦਾਹ ਸੰਸਕਾਰ ਕੀਤਾ ਜਾਂਦਾ ਸੀ। ਇਹਨਾਂ ਤੋਂ ਇਲਾਵਾ ਆਰੀਆ ਲੋਕ ਸੂਰਜ, ਰੁਦਰ, ਯਮ, ਵਾਯੂ ਤੇ ਤ੍ਰਵਸਤ ਦੇਵੀ ਦੇਵਤਿਆਂ ਦੀ ਵੀ ਜਿਹੜੀ ਕਿ ਦੇਵਤਿਆਂ ਦੀ ਪੂਜਾ ਕਰਦੇ ਸੀ। ਤੇ ਦੇਵੀਆਂ ਦੇ ਵਿੱਚੋਂ ਜਿਹੜੀ ਕਿ ਊਸ਼ਾ ਜਿਹਨੂੰ ਪ੍ਰਭਾਤ ਦੀ ਦੇਵੀ ਕਿਹਾ ਜਾਂਦਾ ਸੀ, ਇਹਦੀ ਜਿਹੜੀ ਕਿ ਇਹਨੂੰ ਇੱਕ ਸੁੰਦਰ ਮੁਟਿਆਰ ਮੰਨਦੇ ਸੀ, ਠੀਕ ਹੈ। ਇਹਦੀ ਪੂਜਾ ਕਰਦੇ ਸੀ ਤੇ ਇਹਨੂੰ ਸੂਰਜ ਦੀ ਪਤਨੀ ਕਿਹਾ ਜਾਂਦਾ, ਊਸ਼ਾ ਨੂੰ। ਅਗਲਾ ਹੈਗਾ ਆਰਥਿਕ ਜੀਵਨ ਕਿਵੇਂ ਦਾ ਸੀ ਆਰੀਆ ਦਾ। ਆਰੀਆ ਲੋਕਾਂ ਦਾ ਮੁੱਖ ਧੰਦਾ ਖੇਤੀਬਾੜੀ ਸੀ। ਖੇਤਾਂ ਨੂੰ ਜਿਹੜਾ ਕਿ ਹਲਾਂ ਦੇ ਨਾਲ ਵਾਹਿਆ ਜਾਂਦਾ ਸੀ। ਸਿੰਚਾਈ ਦਾ ਸਾਧਨ ਵਰਖਾ ਸੀ। ਫਸਲਾਂ ਦੀ ਭਰਪੂਰ ਵਰਤੋਂ ਦੇ ਲਈ, ਭਰਪੂਰ ਉਪਜ ਦੇ ਲਈ ਜਿਹੜੇ ਕਿ ਖਾਦ ਦੀ ਵਰਤੋਂ ਕੀਤੀ ਜਾਂਦੀ ਸੀ। ਪਸ਼ੂ ਪਾਲਣ ਆਰੀਆ ਦਾ ਦੂਜਾ ਧੰਦਾ ਸੀ। ਉਹ ਗਾਵਾਂ, ਭੇਡਾਂ, ਬੱਕਰੀਆਂ, ਬਲਦ, ਕੁੱਤੇ ਇਹ ਪਾਲਦੇ ਸੀ ਤੇ ਵਪਾਰ ਦਾ ਧੰਦਾ ਵੀ ਕਰਦੇ ਸੀ। ਦੇ ਵਪਾਰ ਦੀ ਇਹ ਚੀਜ਼ਾਂ ਦੀ ਅਦਲਾ ਬਦਲੀ ਰਾਹੀਂ ਹੁੰਦਾ ਸੀ, ਠੀਕ ਹੈ। ਵਸਤੂ ਵਟਾਂਦਰਾ ਪ੍ਰਣਾਲੀ ਪ੍ਰਚਲਿਤ ਸੀ ਰਿਗਵੇਦੀ ਕਾਲ ਦੇ ਵਿੱਚ, ਮਤਲਬ ਕਿ ਪੈਸੇ ਦੇ ਰਾਹੀਂ ਨਹੀਂ ਵਪਾਰ ਹੁੰਦਾ ਸੀ, ਜਦ ਕਿ ਕੋਈ ਇੱਕ ਵਸਤੂ ਦੇ ਕੇ ਦੂਜੀ ਵਸਤੂ ਲੈ ਲਈ ਜਾਂਦੀ ਸੀ। ਜ਼ਿਆਦਾਤਰ ਜਿਹੜੀ ਕਿ ਗਾਂ ਨੂੰ ਦੇ ਕੇ ਜਿਹੜੀ ਕਿ ਵਸਤੂ ਵਟਾਂਦਰਾ ਦੇ ਵਿੱਚ ਗਾਂ ਦਾ ਜਿਹੜੇ ਕਿ ਕਾਫੀ ਜ਼ਿਆਦਾ ਪ੍ਰਚਲਨ ਸੀ। ਤੇ ਇਹਨਾਂ ਤੋਂ ਇਲਾਵਾ ਕੱਪੜਾ ਰੰਗਣ, ਚਮੜੇ ਦਾ ਗਹਿਣੇ ਬਣਾਉਣੇ, ਇਹ ਸਾਰੇ ਧੰਦੇ ਵੀ ਪ੍ਰਚਲਿਤ ਸੀ। ਤੇ ਗਊ ਨੂੰ ਪਵਿੱਤਰ ਵੀ ਬਹੁਤ ਮੰਨਦੇ ਸੀ। ਤੇ ਇਸ ਤੋਂ ਇਲਾਵਾ ਰਿਗਵੇਦਿਕ ਕਾਲ ਦੇ ਵਿੱਚ ਜਿਹੜੀ ਕਿ ਖੇਤੀ 2 ਹਿੱਸਿਆਂ ਵਿੱਚ ਵੰਡੀ ਹੋਈ ਸੀ। 2 ਹਿੱਸੇ ਕਿਹੜੇ ਸੀ? ਇੱਕ ਉਰਵਰਾ, ਠੀਕ ਹੈ, ਇੱਕ ਉਰਵਰਾ ਤੇ ਇੱਕ ਖਿਲਿਆ। ਇਹ 2 ਹਿੱਸੇ ਸੀ ਖੇਤੀਬਾੜੀ ਦੇ। ਤੇ ਜਿਹੜੀ ਸਭ ਤੋਂ ਉਪਜਾਊ ਹੁੰਦੀ ਸੀ, ਜਿਹੜੀ ਧਰਤੀ ਦੇ ਵਿੱਚ ਖੇਤੀ ਹੁੰਦੀ ਸੀ, ਉਹ ਹੁੰਦੀ ਸੀ ਉਰਵਰਾ, ਠੀਕ ਹੈ। ਤੇ ਖਿਲਿਆ ਧਰਤੀ ਜਿਹਦੇ ਵਿੱਚ ਘਾਹ ਹੁੰਦਾ ਸੀ, ਜਿਹੜੇ ਸਾਰੇ ਪਿੰਡ ਦੀ ਸਾਂਝੀ ਜਾਇਦਾਦ ਹੁੰਦੀ ਸੀ। ਇਹਦੇ ਵਿੱਚ ਲੋਕ ਆ ਜਿਹੜੇ ਕਿ ਆਪਣੇ ਪਸ਼ੂ ਚਰਾਉਂਦੇ ਸੀ ਖਿਲਿਆ ਦੇ ਵਿੱਚ, ਠੀਕ ਹੈ। ਨੈਕਸਟ ਅੱਗੇ ਆਪਣਾ ਚੈਪਟਰ ਆ ਗਿਆ ਉੱਤਰ ਵੈਦਿਕ ਕਾਲ। ਹਾਂਜੀ, ਉੱਤਰ ਵੈਦਿਕ ਕਾਲ ਵਿੱਚ ਔਰਤਾਂ ਦੀ ਕੀ ਸਥਿਤੀ ਸੀ, ਪਹਿਲਾਂ ਤਾਂ ਇਹੀ ਕੁਐਸਚਨ ਆ ਜਾਣਾ। ਉੱਤਰ ਵੈਦਿਕ ਕਾਲ ਦੇ ਵਿੱਚ ਇਸਤਰੀ ਦਸ਼ਾ ਦੇ ਵਿੱਚ ਕਾਫੀ ਗਿਰਾਵਟ ਆ ਚੁੱਕੀ ਸੀ। ਲੜਕੀ ਦਾ ਭਾਵ ਕਿ ਇਹਦੇ ਵਿੱਚ ਕਾਫੀ ਜ਼ਿਆਦਾ ਇਸਤਰੀ ਸਮਾਜ ਦੇ ਵਿੱਚ ਕਾਫੀ ਜ਼ਿਆਦਾ ਬੁਰਾਈਆਂ ਆ ਗਈਆਂ ਸੀ। ਲੜਕੀ ਦਾ ਜਨਮ ਲੈਣਾ ਬੁਰਾ ਮੰਨਿਆ ਜਾਣ ਲੱਗਿਆ ਸੀ, ਦੁੱਖ ਦਾ ਕਾਰਨ ਮੰਨਦੇ ਸੀ। ਤੇ ਉਹਨਾਂ ਨੂੰ ਉਹ ਸੋਚਦੇ ਸੀ ਕਿ ਆਪਣੇ ਪਿਤਾ ਦੀ ਜਾਇਦਾਦ ਦੇ ਅਧਿਕਾਰ ਤੋਂ ਵਾਂਝਾ ਕਰ ਦਿੱਤਾ ਗਿਆ, ਠੀਕ ਹੈ। ਤੇ ਇਸ ਕਾਲ ਦੇ ਵਿੱਚ ਬਾਲ ਵਿਆਹ ਪ੍ਰਥਾ ਵੀ ਪ੍ਰਚਲਿਤ ਹੋ ਗਈ, ਜਦਕਿ ਰਿਗਵੇਦੀ ਕਾਲ ਦੇ ਵਿੱਚ ਇਸਤਰੀ ਦਾ ਪੂਰਾ ਸਤਿਕਾਰ ਸੀ, ਉਹਨੂੰ ਸਹਿਜ ਧਰਮੀ ਮੰਨਿਆ ਜਾਂਦਾ ਸੀ। ਤੇ ਹੁਣ ਜੱਗਾਂ ਦੇ ਵਿੱਚ ਵੀ ਹਿੱਸਾ ਲੈਣਾ ਉਹਦਾ ਜ਼ਰੂਰੀ ਨਹੀਂ ਸੀ ਉੱਤਰ ਵੈਦਿਕ ਕਾਲ ਦੇ ਵਿੱਚ, ਲੇਟਰ ਵੈਦਿਕ, ਠੀਕ ਹੈ। ਤੇ ਇਸਤਰੀਆਂ ਨੂੰ ਜੂਏ ਦੇ ਵਿੱਚ ਲਗਾ ਦਿੱਤਾ ਜਾਂਦਾ ਸੀ। ਤੇ ਇਹਨਾਂ ਬੁਰਾਈਆਂ ਦੇ ਬਾਵਜੂਦ ਇਸ ਕਾਲ ਦੇ ਵਿੱਚ ਲੜਕੀਆਂ ਦੀ ਹੱਤਿਆ, ਸਤੀ ਪ੍ਰਥਾ, ਪਰਦਾ ਪ੍ਰਥਾ ਵਰਗੇ ਜਿਹੜੇ ਕਿ ਸਾਰੀਆਂ ਬੁਰਾਈਆਂ ਹਜੇ ਸਮਾਜ ਦੇ ਵਿੱਚ ਨਹੀਂ ਪ੍ਰਚਲਿਤ ਸੀ। ਬਟ ਬੇਸ਼ੱਕ ਹਜੇ ਕੁਛ ਬੁਰਾਈਆਂ ਆ ਗਈਆਂ ਸੀ, ਬਟ ਫਿਰ ਵੀ ਹਜੇ ਉਸ ਸਮੇਂ ਦੇ ਵਿੱਚ ਸਤੀ ਪ੍ਰਥਾ ਨਹੀਂ ਸੀ, ਨਾ ਹੀ ਪਰਦਾ ਪ੍ਰਥਾ ਸੀ, ਠੀਕ ਹੈ। ਬਾਕੀ ਹਾਂ, ਉਹਨੂੰ ਆਪਣੇ ਅਧਿਕਾਰ ਤੋਂ ਵਾਂਝਾ ਰੱਖ ਦਿੱਤਾ, ਠੀਕ ਹੈ। ਤੇ ਜੂਏ ਦੇ ਤੌਰ ਤੇ ਉਹਨੂੰ ਵੇਚਣ ਲੱਗੇ ਸੀ। ਤੇ ਬਾਲ ਵਿਆਹ ਹੋ ਗਿਆ ਸੀ, ਬਾਲ ਵਿਆਹ ਪ੍ਰਥਾ ਹੋ ਗਈ ਸੀ। ਤੇ ਜਨਮ ਲੈਣਾ ਜਿਹੜੇ ਕਿ ਬੁਰਾ ਸਮਝਿਆ ਜਾਂਦਾ ਸੀ, ਵੀ ਜੇ ਘਰ ਦੇ ਵਿੱਚ ਲੜਕੀ ਪੈਦਾ ਹੋ ਗਈ ਤਾਂ ਇਹ ਜਿਹੜੇ ਕਿ ਬੁਰੇ ਕਰਮ ਨੇ। ਅੱਗੇ ਹੈਗਾ 4 ਆਸ਼ਰਮ। ਹਾਂਜੀ, ਵਰਨ ਆਸ਼ਰਮ ਵੀ ਕਹਿੰਦੇ ਨੇ ਉਹਨੂੰ, 4 ਆਸ਼ਰਮ, ਵਰਨ ਆਸ਼ਰਮ। ਉੱਤਰ ਵੈਦਿਕ ਕਾਲ ਦੇ ਵਿੱਚ ਜਿਹੜੇ ਕਿ ਸਮਾਜਿਕ ਜੀਵਨ ਦੀ ਇੱਕ ਵਿਸ਼ੇਸ਼ਤਾ ਸੀ ਕਿ ਇਸ ਦੇ ਵਿੱਚ 100 ਸਾਲਾਂ ਦੇ ਜੀਵਨ ਨੂੰ ਜਿਹੜੇ ਕਿ 4 ਹਿੱਸਿਆਂ ਵਿੱਚ ਵੰਡਿਆ ਗਿਆ। 100 ਸਾਲਾਂ ਦੇ ਜੀਵਨ ਨੂੰ 4 ਹਿੱਸਿਆਂ ਦੇ ਵਿੱਚ ਵੰਡਿਆ ਗਿਆ, 25-25 ਕਰਕੇ, ਠੀਕ ਹੈ। 25-25 ਕਰਕੇ 4 ਹਿੱਸਿਆਂ ਵਿੱਚ ਵੰਡਿਆ ਗਿਆ, ਠੀਕ ਹੈ। ਪਹਿਲਾ ਕੀ ਸੀ? ਪਹਿਲੇ 25 ਸਾਲਾਂ ਦੇ ਵਿੱਚ ਜਿਹਨੂੰ ਕਹਿੰਦੇ ਸੀ ਬ੍ਰਹਮਚਾਰੀਆ, ਜਿਸ ਦੇ ਵਿੱਚ 25 ਸਾਲਾਂ ਦੇ ਵਿੱਚ ਵਿਦਿਆਰਥੀ ਨੇ ਆਪਣੇ ਗੁਰੂ ਕੋਲ ਰਹਿ ਕੇ ਸਿੱਖਿਆ ਹਾਸਲ ਕਰਨੀ ਸੀ। ਉਸ ਤੋਂ ਬਾਅਦ ਸੀ ਅਗਲਾ ਗ੍ਰਹਿਸਥ, ਜਿਹਦੇ ਵਿੱਚ 25 ਤੋਂ ਲੈ ਕੇ 50 ਤੱਕ ਉਹਨੇ ਆਪਣਾ ਗ੍ਰਹਿਸਥ ਜੀਵਨ ਬਤੀਤ ਕਰਨਾ ਸੀ, ਠੀਕ ਹੈ। ਗ੍ਰਹਿਸਥ ਦੇ ਵਿੱਚ ਦੇਖਭਾਲ ਕਰਨੀ ਸੀ। ਫਿਰ ਜਿਹੜਾ ਆ ਗਿਆ ਸੀ 50 ਤੋਂ 75 ਦੇ ਵਿੱਚ ਉਹਨੇ ਜੰਗਲਾਂ ਦੇ ਵਿੱਚ ਜਾ ਕੇ ਅਧਿਆਤਮਕ ਅਤੇ ਦਾਰਸ਼ਨਿਕ ਸਿੱਖਿਆ ਹਾਸਲ ਕਰਨੀ ਸੀ। ਤੇ ਚੌਥਾ ਸੀ 75 ਤੋਂ ਲੈ ਕੇ 100 ਦੇ ਵਿੱਚ, ਜਿਹਦੇ ਵਿੱਚ ਉਹਨੇ ਸੰਨਿਆਸ ਧਾਰਨ ਕਰਨਾ ਸੀ। ਇਸ ਦੇ ਵਿੱਚ ਉਹ ਮਨੁੱਖ ਹਮੇਸ਼ਾ ਲਈ ਆਪਣਾ ਘਰ-ਬਾਰ ਛੱਡ ਕੇ ਜੰਗਲਾਂ ਦੇ ਵਿੱਚ ਜਿਹੜੇ ਕਿ ਤਪ ਕਰਨ, ਮੁਕਤੀ ਪ੍ਰਾਪਤ ਕਰਨ ਲਈ ਜਾਂਦਾ ਸੀ। ਤਾਂ ਰਿਗਵੇਦੀ ਕਾਲ ਦੇ ਵਿੱਚ ਜਿਹੜੇ ਕਿ ਜੀਵਨ ਨੂੰ 4 ਹਿੱਸਿਆਂ ਵਿੱਚ ਵੰਡਿਆ ਗਿਆ, ਬ੍ਰਹਮਚਾਰੀਆ, ਗ੍ਰਹਿਸਥ, ਵਾਨਪ੍ਰਸਥ ਤੇ ਸੰਨਿਆਸ। ਬ੍ਰਹਮਚਾਰੀਆ, ਗ੍ਰਹਿਸਥ, ਵਾਨਪ੍ਰਸਥ ਤੇ ਸੰਨਿਆਸ, ਇਹਨਾਂ ਵਿੱਚ 25-25 ਕਰਕੇ ਜਿਹੜੇ ਕਿ ਜੀਵਨ ਦੇ 100 ਸਾਲ ਡਿਵਾਈਡ ਕੀਤੇ ਗਏ ਸੀ 4 ਹਿੱਸਿਆਂ ਦੇ ਵਿੱਚ।
ਉੱਤਰ ਵੈਦਿਕ ਕਾਲ ਵਿੱਚ ਰਾਜੇ ਦੀ ਸਥਿਤੀ ਦੇ ਵਿੱਚ ਕਾਫੀ ਅੰਤਰ ਆ ਗਿਆ ਸੀ। ਹੁਣ ਜਿਹੜੇ ਕਿ ਰਾਜੇ ਦੀਆਂ ਸ਼ਕਤੀਆਂ ਵੱਧ ਗਈਆਂ ਸੀ ਤੇ ਰਾਜੇ ਨੇ ਏਕਾਰਾਟ ਸਰਵਭੌਮ ਵਿਸ਼ਵ ਜਾਣਨਾ ਰਾਜਾ ਤੇ ਰਾਜ ਚੱਕਰਵਰਤੀ ਉਪਾਧੀਆਂ ਧਾਰਨ ਕਰ ਲਿਆ ਸੀ ਤੇ ਹੁਣ ਰਾਜਾ ਦੇ ਦੇਵੀ ਦੀ ਘਰਾਂ ਦੇ ਸਿਧਾਂਤਾਂ ਵਿੱਚ ਵਿਸ਼ਵਾਸ ਰੱਖਣ ਲੱਗੇ ਸੀ। ਰਾਜੇ ਦੀ ਪਦਵੀ ਹੁਣ ਜੱਦੀ ਹੋ ਗਈ ਸੀ ਤੇ ਰਾਜੇ ਦੀ ਮੌਤ ਤੋਂ ਬਾਅਦ ਉਹਦਾ ਵੱਡਾ ਬੇਟਾ ਹੀ ਜਿਹੜੇ ਕਿ ਰਾਜਗੱਦੀ ਤੇ ਬੈਠਦਾ ਸੀ ਤੇ ਅਸ਼ਵਮੇਧ ਰਾਜਸੂਆ ਵਾਜਪੇਈ ਜਿਹੜੇ ਕਿ ਜੱਗ ਹੁੰਦੇ ਸੀ। ਉੱਤਰ ਵੈਦਿਕ ਕਾਲ ਵਿੱਚ ਜਾਤੀ ਪ੍ਰਥਾ, ਹਾਂਜੀ ਉੱਤਰ ਵੈਦਿਕ ਕਾਲ ਦੇ ਵਿੱਚ ਜਾਤੀ ਪ੍ਰਥਾ ਵਿੱਚ ਜਟਿਲਤਾ ਆ ਗਈ ਸੀ। ਜਿਵੇਂ ਰਿਗਵੇਦੀ ਕਾਲ ਦੇ ਵਿੱਚ ਵੀ 4 ਜਾਤਾਂ ਸੀ ਬਟ ਉਹਨਾਂ ਵਿੱਚ ਜਟਿਲਤਾ ਨਹੀਂ ਸੀ, ਇਹਦੇ ਵਿੱਚ ਜਟਿਲਤਾ ਆ ਗਈ ਸੀ। ਠੀਕ ਆ, ਜਿਹਦੇ ਵਿੱਚ ਬ੍ਰਾਹਮਣਾਂ ਨੂੰ ਸਰਵਉੱਚ ਸਥਾਨ ਪ੍ਰਾਪਤ ਸੀ। ਬ੍ਰਾਹਮਣਾਂ ਦਾ ਕੰਮ ਸੀ ਪੂਜਾ ਪਾਠ ਕਰਨਾ ਤੇ ਖੱਤਰੀ ਯੁੱਧ ਦੇ ਵਿੱਚ ਹਿੱਸਾ ਲੈਂਦੇ ਸੀ ਤੇ ਵੈਸ਼ ਸੀ ਜਿਹੜੇ ਕਿ ਵਪਾਰ ਕਰਦੇ ਸੀ ਤੇ ਸ਼ੂਦਰਾਂ ਦਾ ਜਿਹੜੇ ਕਿ ਕੰਮ ਸੀ ਇਹਨਾਂ ਤਿੰਨਾਂ ਜਾਤੀਆਂ ਦੀ ਸੇਵਾ ਕਰਨੀ ਤੇ ਬ੍ਰਾਹਮਣ ਕਸ਼ਤਰੀ ਵੈਸ਼ ਨੂੰ ਦਵਿਜ ਭਾਵ ਕਿ ਦੂਜਾ ਜਨਮ ਦੀ ਪਦਵੀ ਪ੍ਰਾਪਤ ਸੀ ਜਦ ਕਿ ਸ਼ੂਦਰਾਂ ਨੂੰ ਇਹ ਤੋਂ ਬਾਹਰ ਰੱਖਿਆ ਗਿਆ ਸੀ ਤੇ ਇਸ ਕਾਲ ਦੇ ਵਿੱਚ ਪਹਿਲੀਆਂ 3 ਜਾਤੀਆਂ ਦੇ ਵਿੱਚ ਆਪਸ ਦੇ ਵਿੱਚ ਸਮਾਜਿਕ ਮੇਲ ਜੋਲ ਤੇ ਵਿਆਹ ਸੰਬੰਧ ਸੀ ਤੇ ਸ਼ੂਦਰਾਂ ਨੂੰ ਸਭ ਤੋਂ ਨੀਵਾਂ ਸਮਝਿਆ ਜਾਂਦਾ ਸੀ ਤੇ ਉਹਨਾਂ ਨਾਲ ਨਫ਼ਰਤ ਕੀਤੀ ਜਾਂਦੀ ਸੀ। ਹਾਂਜੀ, ਅੱਗੇ ਹੈਗਾ ਅਸ਼ਵਮੇਧ ਯੱਗ, ਬਹੁਤ ਜ਼ਿਆਦਾ ਫੇਮਸ ਕੁਐਸਚਨ ਹੈ ਵੈਸੇ ਵੀ। ਅਸ਼ਵਮੇਧ ਯੱਗ, ਇਹਦੇ ਵਿੱਚ ਉੱਤਰ ਵੈਦਿਕ ਕਾਲ ਦੇ ਵਿੱਚ ਰਾਜਾ ਆਪਣੀ ਸ਼ਕਤੀਆਂ ਦਾ ਪ੍ਰਗਟਾਵਾ ਕਰਨ ਲਈ ਰਾਜਸੂਆ ਵਾਜਪੇਈ ਤੇ ਅਸ਼ਵਮੇਧ ਯੱਗ ਕਰਦਾ ਹੁੰਦਾ ਸੀ। ਰਾਜਸੂਆ ਯੱਗ ਦੇ ਵਿੱਚ ਇਹ ਸੀ ਵੀ ਪੂਰਾ 1 ਸਾਲ ਯੱਗ ਚੱਲਦਾ ਸੀ ਰਾਜਸੂਆ, ਜਿਹਦੇ ਵਿੱਚ ਇਹ ਕਹਿੰਦੇ ਸੀ ਕਿ ਵੀ 1 ਸਾਲ ਰਾਜੇ ਨੇ ਜਿਹੜੇ ਕਿ ਯੱਗ ਕਰਨ ਤੋਂ ਬਾਅਦ ਰਾਜ ਦੇ ਵਿੱਚ ਦੇਵੀ ਦੇਵਤਿਆਂ ਦੀ ਤਰ੍ਹਾਂ ਜਿਹੜੇ ਕਿ ਰੱਬ ਦੀ ਤਰ੍ਹਾਂ ਉਹਨੂੰ ਪੂਜਣ ਲੱਗ ਜਾਂਦੇ ਸੀ ਵੀ ਜੋ ਰਾਜੇ ਨੇ ਕਿਹਾ ਸੋ ਹੀ ਪ੍ਰਮਾਤਮਾ ਨੇ ਕਿਹਾ। ਠੀਕ ਹੈ, ਤੇ ਅਸ਼ਵਮੇਧ ਯੱਗ ਦੇ ਵਿੱਚ ਕੀ ਸੀ ਕਿ ਇਸ ਦੇ ਵਿੱਚ ਰਾਜਾ ਯੱਗ ਕਰਨ ਤੋਂ ਪਹਿਲਾਂ ਇੱਕ ਘੋੜੇ ਨੂੰ ਛੱਡ ਦਿੰਦਾ ਸੀ। ਘੋੜਾ ਜਿੱਥੋਂ ਤੱਕ ਦੌੜਦਾ ਜਾਂਦਾ ਸੀ ਘੋੜੇ ਨੂੰ ਪੂਰਾ ਸ਼ਿੰਗਾਰ ਕੇ, ਠੀਕ ਹੈ, ਸ਼ਿੰਗਾਰ ਕੇ ਦੌੜਾ ਦਿੱਤਾ ਜਾਂਦਾ ਸੀ। ਘੋੜਾ ਜਿੱਥੋਂ ਤੱਕ ਦੌੜਦਾ ਜਾਂਦਾ ਸੀ ਉਹ ਸਾਰਾ ਏਰੀਆ ਜਿਹੜੇ ਰਾਜੇ ਨੇ ਘੋੜਾ ਛੱਡੇ ਸੀ ਉਹਦਾ ਹੋ ਜਾਂਦਾ ਸੀ। ਠੀਕ ਹੈ, ਜੇ ਕਿਸੇ ਨੇ ਘੋੜੇ ਨੂੰ ਪਕੜ ਲਿਆ ਤਾਂ ਉਸ ਬੰਦੇ ਨੂੰ ਉਸ ਰਾਜੇ ਦੇ ਨਾਲ ਜਿਹੜੇ ਕਿ ਯੁੱਧ ਕਰਨਾ ਪੈਂਦਾ ਸੀ ਤਾਂ ਜਿਹੜਾ ਯੁੱਧ ਦੇ ਵਿੱਚ ਜਿੱਤ ਜਾਂਦਾ ਸੀ ਉਹਨੂੰ ਉਸ ਜਿਹੜਾ ਹਾਰ ਜਾਂਦਾ ਸੀ ਉਹਦਾ ਸਾਰਾ ਰਾਜ ਉਹਦੇ ਅੰਡਰ ਆ ਜਾਂਦਾ ਸੀ। ਠੀਕ ਹੈ, ਉਹ ਸੀ ਅਸ਼ਵਮੇਧ ਯੱਗ ਤੇ ਬਾਅਦ ਦੇ ਵਿੱਚ ਫਿਰ ਉਸੇ ਘੋੜੇ ਦੀ ਬਾਅਦ ਦੇ ਵਿੱਚ ਬਲੀ ਦਿੱਤੀ ਜਾਂਦੀ ਸੀ। ਠੀਕ ਹੈ, ਤੇ ਗੁਜਰਦਾ ਉੱਥੋਂ ਦੇ ਜਾਂ ਤਾਂ ਉਹਦੀ ਅਧੀਨਤਾ ਮੰਨੀ ਜਾਂਦੀ ਸੀ ਜਾਂ ਉਹਨਾਂ ਨਾਲ ਯੁੱਧ ਕਰਨਾ ਪੈਂਦਾ ਸੀ। ਠੀਕ ਹੈ, ਫਿਰ ਸਾਰਾ ਉਹਦੇ ਰਾਜ ਦੇ ਵਿੱਚ ਆ ਜਾਣਾ ਸੀ। ਅੱਗੇ ਹੈਗਾ ਉੱਤਰ ਵੈਦਿਕ ਕਾਲ ਦੇ ਵਿੱਚ ਧਰਮ ਵਿੱਚ ਤਬਦੀਲੀ। ਹਾਂਜੀ, ਲੇਟਰ ਵੈਦਿਕ ਕਾਲ ਦੇ ਵਿੱਚ ਰਿਗਵੇਦੀ ਕਾਲ ਦੇ ਵਿੱਚ ਪੂਜੇ ਜਾਣ ਵਾਲੇ ਦੇਵੀ ਦੇਵਤਿਆਂ ਦਾ ਮਹੱਤਵ ਘਟ ਗਿਆ ਸੀ ਤੇ ਇਸ ਕਾਲ ਦੇ ਵਿੱਚ ਨਵੇਂ ਦੇਵੀ ਦੇਵਤਿਆਂ ਦੀ ਪੂਜਾ ਸ਼ੁਰੂ ਹੋ ਗਈ ਸੀ ਜਿਨ੍ਹਾਂ ਦੇ ਵਿੱਚੋਂ ਬ੍ਰਹਮਾ ਨੂੰ ਸਰਵਉੱਚ ਸਥਾਨ ਪ੍ਰਾਪਤ ਸੀ, ਦੂਜਾ ਸਥਾਨ ਸੀ ਵਿਸ਼ਨੂੰ ਨੂੰ, ਤੀਜਾ ਸਥਾਨ ਸੀ ਸ਼ਿਵ ਨੂੰ। ਠੀਕ ਹੈ, ਉੱਤਰ ਵੈਦਿਕ ਕਾਲ ਦੇ ਵਿੱਚ ਤੇ ਇਸ ਕਾਲ ਦੇ ਵਿੱਚ ਦੁਰਗਾ, ਕਾਲੀ ਤੇ ਪਾਰਵਤੀ ਇਹਨਾਂ ਦੇਵੀਆਂ ਦਾ ਵੀ ਜਿਹੜੇ ਕਿ ਮਹੱਤਵ ਵੱਧ ਗਿਆ ਸੀ ਤੇ ਇਸ ਕਾਲ ਦੇ ਵਿੱਚ ਯੱਗ ਆ ਜਿਹੜੇ ਕਿ ਬਹੁਤ ਜਟਿਲ ਹੋ ਗਏ ਸੀ ਤੇ ਆਵਾਗੁਣ ਤੇ ਕਰਮ ਸਿਧਾਂਤ ਵਿੱਚ ਵਿਸ਼ਵਾਸ ਰੱਖਣ ਲੱਗੇ ਸੀ। ਆਵਾਗੁਣ ਭਾਵ ਕਿ ਮਨੁੱਖਾਂ ਦੇ ਹੀ ਵਾਰ-ਵਾਰ ਜਿਹੜੇ ਕਿ ਜਨਮ ਲੈਂਦੀ ਹੈ ਤੇ ਕਰਮਾਂ ਦੇ ਅਕੋਰਡਿੰਗ ਆ ਜਿਹੜੇ ਕਿ ਉਹਨਾਂ ਦਾ ਸਾਰਾ ਲੇਖਾ ਜੋਖਾ ਹੁੰਦਾ। ਆਰਥਿਕਤਾ ਵਿੱਚ ਕੀ ਤਬਦੀਲੀ ਆ ਗਈ ਸੀ? ਖੇਤੀਬਾੜੀ ਦਾ ਧੰਦਾ ਉੱਨਤ ਹੋ ਗਿਆ ਸੀ। ਠੀਕ ਹੈ, ਉੱਤਰ ਵੈਦਿਕ ਕਾਲ ਦੇ ਵਿੱਚ ਤੇ ਆਰੀਆਂ ਨੇ ਫਸਲਾਂ ਦੀ ਭਰਪੂਰ ਉਪਜ ਦੇ ਲਈ ਖਾਦਾਂ ਦੀ ਵਧੇਰੇ ਵਰਤੋਂ ਕਰਨੀ ਸ਼ੁਰੂ ਕਰਤੀ। ਇਸ ਕਾਲ ਦੇ ਵਿੱਚ ਵਪਾਰ ਦੇ ਧੰਦੇ ਕਾਫੀ ਵਿਕਸਿਤ ਹੋ ਗਏ, ਸਿੱਕਿਆਂ ਦੀ ਪ੍ਰਸਾਰ ਵਪਾਰ ਕਾਫੀ ਜ਼ਿਆਦਾ ਸੰਭਵ ਹੋ ਗਿਆ, ਮਾਲ ਲੈ ਜਾਣ ਲਈ ਕਿਸ਼ਤੀਆਂ ਤੇ ਛੋਟੇ ਜਹਾਜ਼ਾਂ ਦੀ ਵਰਤੋਂ ਹੋ ਗਈ। ਠੀਕ ਹੈ, ਧੰਦੇ ਵੀ ਪ੍ਰਚਲਿਤ ਹੋ ਗਏ ਜਿਨ੍ਹਾਂ ਵਿੱਚੋਂ ਧਾਤ ਦਾ ਧੰਦਾ ਸੀ। ਹਾਂਜੀ, ਆਰੀਆ ਸੱਭਿਅਤਾ ਦੀ ਕੀ ਦੇਣ ਹੈ? ਆਰੀਆ ਨੇ ਭਾਰਤੀ ਸੱਭਿਅਤਾ ਨੂੰ ਕਾਫੀ ਜ਼ਿਆਦਾ ਦੇਣ ਦਿੱਤੀ ਹੈ ਜਿਨ੍ਹਾਂ ਦੇ ਵਿੱਚੋਂ ਉਹਨਾਂ ਦੁਆਰਾ ਰਚਿਤ ਵੈਦਿਕ ਸਾਹਿਤ ਜਿਹੜੇ ਕਿ ਗਿਆਨ ਦਾ ਭੰਡਾਰ ਨੇ। ਆਪਾਂ ਵੈਦਿਕ ਸਾਹਿਤ ਵਾਲੇ ਸਾਰੇ ਕੁਐਸਚਨ ਕਰੇ ਲਏ ਸਰੋਤਾਂ ਵਾਲੇ 'ਚ, ਹੈ ਨਾ, ਤੇ ਉਹਨਾਂ ਨੂੰ ਸਾਨੂੰ ਲੋਕ ਰਾਜੀ ਢੰਗ ਨਾਲ ਰਾਜ ਕਰਨਾ ਸਿਖਾਇਆ। ਆਰੀਆ ਨੇ ਸਾਨੂੰ ਇਹ ਦੱਸਿਆ ਕਿ ਉੱਨਤ ਸਮਾਜ ਲਈ ਇਸਤਰੀ ਦੀ ਇੱਜ਼ਤ ਮਾਣ ਸਤਿਕਾਰ ਕਰਨਾ ਬਹੁਤ ਜ਼ਰੂਰੀ ਹੈ। ਠੀਕ ਹੈ, ਤੇ ਜੇ ਇਹਨਾਂ ਦੇ ਵਿੱਚ ਫਰਕ ਵਾਲਾ ਕੁਐਸਚਨ ਆ ਜੇ ਵੈਸੇ ਤਾਂ ਸ਼ਾਰਟ ਦੇ ਵਿੱਚ ਆਉਂਦਾ ਨਹੀਂ। ਇੱਕ ਤਾਂ ਪਹਿਲਾਂ ਇਸਤਰੀ ਦੀ ਦਸ਼ਾ ਵਧੀਆ ਸੀ, ਇੱਧਰ ਉਹ ਲੇਟਰ ਵੈਦਿਕ ਕਾਲ ਦੇ ਵਿੱਚ ਜਿਹੜੇ ਕਿ ਇਸਤਰੀਆਂ ਦੀ ਦਸ਼ਾ ਦੇ ਵਿੱਚ ਬੁਰਾਈਆਂ ਆ ਗਈਆਂ ਥੋੜ੍ਹੀਆਂ ਜਿਹਾ ਤੇ ਇੱਧਰ ਜਿਹੜੇ ਕਿ ਸਭਾ ਤੇ ਸਮਿਤੀ ਨੂੰ ਬਹੁਤ ਜ਼ਿਆਦਾ ਮਹੱਤਤਾ ਸੀ, ਇੱਧਰ ਸਭਾ ਤੇ ਸਮਿਤੀ ਜਿਹੜੀ ਕਿ ਮਹੱਤਤਾ ਘੱਟ ਗਈ ਸੀ ਉੱਤਰ ਵੈਦਿਕ ਕਾਲ ਦੇ ਵਿੱਚ। ਰਾਜੇ ਦੀ ਜਿਹੜੇ ਕਿ ਰਾਜਾ ਜਨਤਾ ਦੀ ਭਲਾਈ ਦੇ ਲਈ ਕੰਮ ਕਰਦਾ ਸੀ, ਇੱਥੇ ਰਾਜੇ ਦੀ ਜਿਹੜੇ ਕਿ ਅਧਿਕਾਰ ਭਾਵ ਕਿ ਉਹਦੇ ਤੱਕ ਹੀ ਸੀਮਿਤ ਹੋ ਗਏ ਸੀ, ਰਾਜਾ ਨਿਰਕੁਸ਼ ਬਣ ਗਿਆ ਸੀ। ਤੇ ਉੱਤਰ ਵੈਦਿਕ ਕਾਲ ਦੇ ਵਿੱਚ ਇੱਕ ਇਹ ਫਰਕ ਪੈ ਗਿਆ ਸੀ ਕਿ ਇੱਧਰ ਧਾਰਮਿਕ ਅਵਸਥਾ ਦੇ ਵਿੱਚ ਜਿਹੜੀ ਕਿ ਜਟਿਲਤਾ ਵਗੈਰਾ ਆ ਗਈ ਸੀ। ਠੀਕ ਹੈ, ਇਹ ਇਹਨਾਂ ਦੇ ਵਿੱਚ ਡਿਫਰੈਂਸ ਵਾਲਾ ਅਗਰ ਤੁਹਾਨੂੰ ਕੁਐਸਚਨ ਆ ਜਾਂਦਾ। ਤੇ ਅੱਗੇ ਹੈਗਾ ਸਮਾਜਿਕ ਧਾਰਮਿਕ ਅੰਦੋਲਨ ਦੇ ਵਿੱਚ। ਹਾਂਜੀ, ਪ੍ਰਾਚੀਨ ਕਾਲ ਵਿੱਚ ਧਾਰਮਿਕ ਲਹਿਰ ਉਥਾਨ ਦੇ ਕਾਰਨ ਕੀ ਸੀ? 6ਵੀਂ ਸਦੀ ਈਸਵੀ ਦੇ ਵਿੱਚ ਹਿੰਦੂ ਧਰਮ ਦੇ ਵਿੱਚ ਕਾਫੀ ਦੇ ਵਿੱਚ ਅਣਗਿਣਤ ਜਿਹੜੀ ਕਿ ਕੁਰੀਤੀਆਂ ਆ ਗਈਆਂ ਸੀ। ਜਾਤੀ ਪ੍ਰਥਾ ਬਹੁਤ ਜ਼ਿਆਦਾ ਕਠੋਰ ਹੋ ਗਈ ਸੀ। ਸ਼ੂਦਰ ਸੀ ਜਿਹੜੇ ਉਹਨਾਂ ਨਾਲ ਜਾਨਵਰਾਂ ਦੀ ਤਰ੍ਹਾਂ ਸਲੂਕ ਕੀਤਾ ਜਾਂਦਾ ਸੀ ਤੇ ਲੜਕੀ ਦਾ ਜਨਮ ਦੁੱਖ ਦਾ ਕਾਰਨ ਮੰਨਿਆ ਜਾਣ ਗਿਆ। ਲੋਕ ਅੰਧ ਵਿਸ਼ਵਾਸਾਂ ਵਿੱਚ ਪੈ ਗਏ ਜਿਸ ਕਰਕੇ ਇਸ ਧਰਮ ਦੇ ਵਿੱਚ ਜਿਹੜੇ ਕਿ ਇਹ ਧਰਮ ਬਹੁਤ ਖਰਚੀਲਾ ਹੋ ਗਿਆ ਸੀ ਜੱਗ ਕਰਨ ਦੇ ਨਾਲ। ਹਿੰਦੂ ਧਰਮ ਤੇ ਬ੍ਰਾਹਮਣ ਬਹੁਤ ਜ਼ਿਆਦਾ ਭ੍ਰਿਸ਼ਟਾਚਾਰੀ ਹੋ ਗਏ ਸੀ, ਸਵਾਰਥੀ ਹੋ ਗਏ ਸੀ, ਜਿਸ ਕਰਕੇ ਹਿੰਦੂ ਧਰਮ ਕੇਵਲ ਬਾਹਰੀ ਦਿਖਾਵਾ ਬਣ ਕੇ ਰਹਿ ਗਏ ਸੀ। ਤਾਂ ਕਰਕੇ ਜਿਹੜੇ ਕਿ ਬਾਕੀ ਧਰਮਾਂ ਨੇ ਜਨਮ ਹੋਇਆ। ਪਾਰਸ਼ਵਨਾਥ, ਹਾਂਜੀ, ਜੈਨ ਧਰਮ ਦੇ ਵਿੱਚ ਜਿਹੜੇ ਕਿ 24 ਤੀਰਥੰਕਰ ਹੋਏ ਨੇ। ਠੀਕ ਆ, ਉਹਨਾਂ ਦੇ ਵਿੱਚੋਂ 23ਵਾਂ ਹੈਗਾ ਪਾਰਸ਼ਵਨਾਥ। ਪਹਿਲਾ ਸੀ ਰਿਸ਼ਵਨਾਥ। ਠੀਕ ਹੈ,
ਰਿਸ਼ਵਨਾਥ ਪਹਿਲਾ 24 ਤੀਰਥੰਕਰਾਂ ਦੇ ਵਿੱਚੋਂ ਪਹਿਲਾ ਰਿਸ਼ਵਨਾਥ ਅਤੇ 23ਵਾਂ ਜਿਹੜੇ ਕਿ ਪਾਰਸ਼ਵਨਾਥ ਤੇ 24ਵਾਂ ਵਰਧਮਾਨ ਮਹਾਵੀਰ ਹੋਏ ਨੇ। 23ਵਾਂ ਪਾਰਸ਼ਵਨਾਥ ਸੀ ਤੇ ਉਹਨਾਂ ਦੀ ਸਿੱਖਿਆਵਾਂ ਕੀ ਸੀ ਕਿ ਜਿਉਂਦੀਆਂ ਵਸਤੂਆਂ ਨੂੰ ਦੁੱਖ ਨਾ ਪਹੁੰਚਾਓ, ਅਹਿੰਸਾ ਰੱਖੋ, ਝੂਠ ਨਾ ਬੋਲੋ, ਠੀਕ ਆ, ਸੁਨਿੱਤਰ, ਬਿਨਾਂ ਦਿੱਤੇ ਕੁਝ ਨਾ ਖਾਓ, ਵੀ ਜੇ ਕਿਸੇ ਨੇ ਕੁਝ ਦਿੱਤਾ ਨਹੀਂ ਤਾਂ ਕੁਝ ਨਹੀਂ ਖਾਣਾ, ਬਿਨਾਂ ਦਿੱਤੇ ਕੁਝ ਨਾ ਖਾਓ, ਅਸੇਤਿਆ, ਸੰਸਾਰਿਕ ਪਦਾਰਥਾਂ ਨਾਲ ਮੋਹ ਤਿਆਗ ਦਿਓ, ਅਪ੍ਰਹਿ, ਠੀਕ ਆ। ਉਹਨਾਂ ਨੇ 777 ਈਸਵੀ ਪੂਰਵ ਦੇ ਵਿੱਚ ਬਿਹਾਰ ਦੀ ਮਾਊਂਟ ਸਮੇਤਾ ਨਾਮਕ ਪਹਾੜੀ ਤੇ ਨਿਰਵਾਣ ਪ੍ਰਾਪਤ ਕੀਤਾ ਸੀ। ਹਾਂਜੀ, ਅੱਗੇ ਹੈਗੇ ਨੇ ਵਰਧਮਾਨ ਮਹਾਵੀਰ। ਵਰਧਮਾਨ ਮਹਾਵੀਰ ਦਾ ਜਨਮ ਜਿਹੜੇ ਕਿ 599 ਈਸਵੀ ਪੂਰਵ ਦੇ ਵਿੱਚ ਵਿਸ਼ਾਲੀ ਦੇ ਨੇੜੇ ਕੁੰਡਗ੍ਰਾਮ ਦੇ ਵਿੱਚ ਹੋਇਆ, ਠੀਕ ਹੈ। ਵਿਸ਼ਾਲੀ ਦੇ ਨੇੜੇ ਕੁੰਡਗ੍ਰਾਮ ਦੇ ਵਿੱਚ ਹੋਇਆ। ਇਹ ਮੁਜ਼ੱਫਰਪੁਰ ਦੇ ਵਿੱਚ ਸਥਿਤ ਹੈ, ਠੀਕ ਹੈ। ਤੇ ਇਹਨਾਂ ਦੇ ਪਿਤਾ ਨਾਂ ਸੀ ਸਿਧਾਰਥ ਤੇ ਮਾਤਾ ਨਾਂ ਸੀ ਤ੍ਰਿਸ਼ਲਾ। ਤੇ ਵਰਧਮਾਨ ਮਹਾਵੀਰ ਦਾ ਮੁੱਢਲਾ ਨਾਂ ਸੀ ਵਰਧਮਾਨ, ਠੀਕ ਹੈ। ਤੇ ਵਿਆਹ ਹੋਇਆ ਸੀ ਇਹਨਾਂ ਦਾ ਯਸ਼ੋਦਾ ਦੇ ਨਾਲ। ਤੇ ਇਹਨਾਂ ਦੇ ਘਰ ਜਿਹੜੇ ਕਿ ਇੱਕ ਲੜਕੀ ਪੈਦਾ ਹੋਈ ਸੀ ਜਿਹਦਾ ਨਾਂ ਸੀ ਪ੍ਰਿਆ ਦਰਸ਼ਨਾ, ਜਿਸ ਨੂੰ ਅਨੋਜਾ ਵੀ ਕਿਹਾ ਜਾਂਦਾ, ਠੀਕ ਹੈ, ਅਨੋਜਾ ਜਾਂ ਪ੍ਰਿਆ ਦਰਸ਼ਨਾ। ਤੇ ਵਰਧਮਾਨ ਮਹਾਵੀਰ ਨੇ ਜਿਹੜੇ ਕਿ 30 ਸਾਲ ਦੀ ਉਮਰ ਦੇ ਵਿੱਚ ਆਪਣਾ ਘਰ ਤਿਆਗ ਦਿੱਤਾ ਸੀ ਤੇ 12 ਸਾਲ ਫਿਰ ਕਠੋਰ ਤਪੱਸਿਆ ਕਰਨ ਤੋਂ ਬਾਅਦ ਉਹਨਾਂ ਨੂੰ ਜਦੋਂ 42 ਸਾਲ ਦੇ ਹੋ ਗਏ ਸੀ ਤਾਂ ਗਿਆਨ ਦੀ ਪ੍ਰਾਪਤੀ ਹੋਈ, ਠੀਕ ਹੈ। 42 ਸਾਲ ਜਦੋਂ ਉਹਨਾਂ ਦੀ ਏਜ ਹੋ ਗਈ ਸੀ ਤਾਂ ਗਿਆਨ ਦੀ ਪ੍ਰਾਪਤੀ ਹੋਈ। ਤਾਂ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ ਜਿਹੜੇ ਕਿ ਜਰਵਿਕ ਗ੍ਰਾਮ ਦੇ ਵਿੱਚ, ਠੀਕ ਹੈ, ਜਰਵਿਕ ਗ੍ਰਾਮ ਦੇ ਵਿੱਚ ਰਿਜੂਪਾਲਿਕਾ ਨਦੀ ਦੇ ਕਿਨਾਰੇ ਰਿਜੂਪਾਲਿਕਾ ਨਦੀ ਦੇ ਕਿਨਾਰੇ, ਠੀਕ ਹੈ, ਸ਼ਾਲ ਰੁੱਖ ਦੇ ਹੇਠਾਂ, ਰੁੱਖ ਕਿਹੜਾ ਸੀ, ਸ਼ਾਲ, ਠੀਕ ਹੈ, ਸ਼ਾਲ ਰੁੱਖ ਦੇ ਨੇੜੇ ਉਹਨਾਂ ਨੂੰ ਜਿਹੜੀ ਕਿ ਗਿਆਨ ਦੀ ਪ੍ਰਾਪਤੀ ਹੋਈ। ਤੇ ਗਿਆਨ ਪ੍ਰਾਪਤ ਕੀ, ਕਵਲਿਆ ਗਿਆਨ ਦੀ ਪ੍ਰਾਪਤੀ ਹੋਈ, ਠੀਕ ਹੈ। ਤੇ ਵਰਧਮਾਨ ਮਹਾਵੀਰ ਨੇ ਫਿਰ 30 ਸਾਲ ਮਤਲਬ ਕਿ ਆਪਣੇ ਗਿਆਨ ਦਾ ਪ੍ਰਚਾਰ ਕੀਤਾ। ਭਾਵ ਕਿ ਵਰਧਮਾਨ ਮਹਾਵੀਰ ਆ ਜਿਹੜੇ ਕਿ 30 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਘਰ ਤਿਆਗਿਆ, 12 ਸਾਲ ਤਪੱਸਿਆ ਕੀਤੀ, 42 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਜਿਹੜੇ ਕਿ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ। ਫਿਰ ਅੱਗੇ 30 ਸਾਲ ਉਹਨਾਂ ਨੇ ਪ੍ਰਚਾਰ ਕੀਤਾ। ਤਾਂ ਉਹ ਜਿਹੜੇ ਕਿ ਫਿਰ 72 ਸਾਲਾਂ ਦੀ ਉਮਰ ਦੇ ਵਿੱਚ, ਭਾਵ ਕਿ ਉਹਨਾਂ ਦਾ ਜਿਹੜੇ ਕਿ ਉਹਨਾਂ ਨੂੰ ਨਿਰਵਾਣ ਦੀ ਪ੍ਰਾਪਤੀ ਹੋਈ ਪਾਵਾ ਦੇ ਵਿੱਚ 527 ਈਸਵੀ ਪੂਰਵ ਦੇ ਵਿੱਚ। ਅੱਗੇ ਹੈਗਾ ਤੀਰਥੰਕਰ। ਹਾਂਜੀ, ਜੈਨ ਆਚਾਰੀਆ ਜਿਹੜੇ ਕਿ ਜੈਨ ਜਿਹੜੇ ਆਚਾਰੀਆ ਨੇ ਉਹਨਾਂ ਨੂੰ ਤੀਰਥੰਕਰ ਕਿਹਾ ਜਾਂਦਾ। ਤੀਰਥੰਕਰ ਤੋਂ ਭਾਵ ਕੀ ਹੈ, ਜਿਹੜਾ ਕਿ ਸੰਸਾਰਿਕ ਭਵ ਸਾਗਰ ਆ, ਇਸ ਭਵ ਸਾਗਰ ਤੋਂ ਪਾਰ ਕਰਨ ਵਾਲਾ ਜਿਹੜੇ ਕਿ ਗੁਰੂ ਆ ਉਹ ਹੈਗਾ ਤੀਰਥੰਕਰ। ਜੈਨ ਧਰਮ ਦੇ ਵਿੱਚ 24 ਤੀਰਥੰਕਰ ਹੋਏ ਨੇ। ਪਹਿਲੇ ਹੈਗੇ ਨੇ ਰਿਸ਼ਵਨਾਥ ਜਾਂ ਰਿਸ਼ਵਦੇਵ, 23ਵੇਂ ਹੈਗੇ ਨੇ ਪਾਰਸ਼ਵਨਾਥ। ਤੇ ਪਾਰਸ਼ਵਨਾਥ ਵਰਧਮਾਨ ਮਹਾਵੀਰ ਤੋਂ 250 ਸਾਲ ਪਹਿਲਾਂ ਹੋਏ ਸੀ। ਤੇ 24ਵੇਂ ਤੀਰਥੰਕਰ ਹੋਏ ਨੇ ਵਰਧਮਾਨ ਮਹਾਵੀਰ, ਜਿਨ੍ਹਾਂ ਨੂੰ ਜਿਹੜਾ ਅਸਲ ਸੰਸਥਾਪਕ ਮੰਨਿਆ ਜਾਂਦਾ ਜੈਨ ਧਰਮ ਦੇ। ਤੇ ਉਹਨਾਂ ਦੇ ਸਮੇਂ ਜੈਨ ਧਰਮ ਜਿਹੜੇ ਕਿ ਅਦੁੱਤੇ ਵਿਕਾਸ ਹੋਇਆ ਜੈਨ ਧਰਮ ਦਾ। ਹਾਂਜੀ, ਜੈਨ ਧਰਮ ਦੀਆਂ ਸਿੱਖਿਆਵਾਂ ਜਾਂ ਆਪਾਂ ਕਹਿ ਸਕਦੇ ਜੈਨ ਧਰਮ ਦੇ ਜਿਹੜੇ ਕਿ ਸਿਧਾਂਤ, ਠੀਕ ਹੈ, ਇੱਕੋ ਗੱਲ ਹੋ ਗਏ। ਤਾਂ ਪਹਿਲਾਂ ਇਹਨਾਂ ਦੇ ਵਿੱਚ ਆਉਂਦਾ ਤ੍ਰਿਰਤਨ, ਠੀਕ ਹੈ, ਤ੍ਰਿਰਤਨ। ਤਾਂ ਸਭ ਤੋਂ ਪਹਿਲਾਂ ਜੈਨ ਧਰਮ ਦੇ ਵਿੱਚ ਆਉਂਦਾ ਤ੍ਰਿਰਤਨ ਦੇ ਵਿੱਚ ਕੀ ਸੀ, ਜਿਹਨੂੰ 3 ਰਤਨ ਕਿਹਾ ਜਾਂਦਾ। ਸੱਚਾ ਵਿਸ਼ਵਾਸ ਹੋਣਾ ਚਾਹੀਦਾ, ਠੀਕ ਹੈ, ਆਪਣੇ ਤੀਰਥੰਕਰਾਂ ਤੇ ਸੱਚਾ ਗਿਆਨ ਹੋਣਾ ਚਾਹੀਦਾ, ਸੱਚਾ ਆਚਾਰ ਹੋਣਾ ਚਾਹੀਦਾ। ਸੱਚਾ ਆਚਾਰ ਭਾਵ ਕਿ ਸੱਚਾ ਚਰਿੱਤਰ। ਆਈ ਰਿਪੀਟ, ਸੱਚਾ ਵਿਸ਼ਵਾਸ, ਸੱਚਾ ਗਿਆਨ, ਸੱਚਾ ਚਰਿੱਤਰ, ਠੀਕ ਹੈ। ਇਹ ਨੇ 3 ਤ੍ਰਿਰਤਨ। ਤੇ ਇਹਨਾਂ ਤੋਂ ਇਲਾਵਾ ਉਹਨਾਂ ਨੇ ਕਿਹਾ ਸੀ ਕਠੋਰ ਤਪ ਕਰਨਾ ਚਾਹੀਦਾ, ਅਹਿੰਸਾ ਤੇ ਸ਼ੁੱਧ ਆਚਰਣ ਤੇ ਜ਼ੋਰ ਦਿੱਤਾ। ਤੇ ਕਿਹਾ ਕਿ ਸਮਾਨਤਾਵਾਂ, ਆਵਾਗੌਣ ਤੇ ਕਰਮ ਸਿਧਾਂਤ ਵਿੱਚ ਵਿਸ਼ਵਾਸ ਰੱਖਣ ਤੇ ਉਹ ਈਸ਼ਵਰ, ਜੱਗ, ਬੋਲੀਆਂ, ਵੇਦਾਂ, ਸੰਸਕ੍ਰਿਤਾਂ ਵਿੱਚ ਵਿਸ਼ਵਾਸ ਨਹੀਂ ਰੱਖਦੇ ਸੀ। ਤੇ ਉਹਨਾਂ ਅਨੁਸਾਰ ਜੈਨ ਨੂੰ ਆਪਣੇ ਜੀਵਨ ਦੇ ਵਿੱਚ 5 ਅਨੁਵਰਤਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ, ਠੀਕ ਹੈ, 5 ਅਨੁਵਰਤਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ। ਤੇ ਇਸ ਤੋਂ ਇਲਾਵਾ ਜਿਹੜੇ ਕਿ ਮਨੁੱਖੀ ਜੀਵਨ ਦਾ ਉਦੇਸ਼ ਹੈ ਜਿਹੜੇ ਕਿ ਨਿਰਵਾਣ ਪ੍ਰਾਪਤ ਕਰਨਾ ਹੁੰਦਾ। ਅੱਗੇ ਤ੍ਰਿਰਤਨ ਆਏਗਾ ਕੁਐਸਚਨ, ਮੈਂ ਤੁਹਾਨੂੰ ਹੁਣੀ ਦੱਸ ਰਹੀ ਸੀ। ਸੱਚੀ ਸ਼ਰਧਾ, ਸੱਚਾ ਗਿਆਨ, ਸੱਚਾ ਆਚਰਣ, ਠੀਕ ਹੈ। ਸੱਚੀ ਸ਼ਰਧਾ ਭਾਵ ਕਿ ਸੱਚਾ ਵਿਸ਼ਵਾਸ। ਸ਼ਰਧਾ ਤੇ ਵਿਸ਼ਵਾਸ ਇੱਕੋ ਗੱਲ ਹੋ ਗਈ, ਵਿਸ਼ਵਾਸ ਵੀ ਕਿਹਾ ਜਾ ਸਕਦਾ ਇਹਨੂੰ, ਸ਼ਰਧਾ ਨੂੰ, ਠੀਕ ਹੈ। ਸੱਚਾ ਵਿਸ਼ਵਾਸ ਜਾਂ ਸੱਚੀ ਸ਼ਰਧਾ, ਸੱਚਾ ਗਿਆਨ ਤੇ ਸੱਚਾ ਆਚਰਣ ਭਾਵ ਕਿ ਚਰਿੱਤਰ, ਠੀਕ ਹੈ। ਪਹਿਲੇ ਰਤਨ ਦੇ ਵਿੱਚ ਕੀ ਹੈ ਕਿ ਹਰੇਕ ਜੈਨ ਨੂੰ 24 ਤੀਰਥੰਕਰਾਂ ਵਿੱਚ ਪੱਕਾ ਵਿਸ਼ਵਾਸ ਹੋਣਾ ਚਾਹੀਦਾ। ਦੂਜੇ ਦੇ ਵਿੱਚ ਤੀਰਥੰਕਰਾਂ ਰਾਹੀਂ ਜਿਹੜੇ ਉਪਦੇਸ਼ ਨੇ, ਉਪਦੇਸ਼ਾਂ ਤੋਂ ਸੱਚਾ ਗਿਆਨ ਹਾਸਲ ਕਰਨਾ ਚਾਹੀਦਾ ਤੇ ਉਹਨਾਂ ਨੂੰ ਫਾਲਤੂ ਦੇ ਰੀਤੀ ਰਿਵਾਜਾਂ ਵਿੱਚ ਨਹੀਂ ਚੱਲਣਾ ਚਾਹੀਦਾ, ਵਿਸ਼ਵਾਸ ਨਹੀਂ ਰੱਖਣਾ ਚਾਹੀਦਾ। ਤੀਜੇ ਦੇ ਵਿੱਚ ਕਿ ਮਨੁੱਖ ਨੂੰ ਹਮੇਸ਼ਾ ਸੱਚ ਬੋਲਣਾ ਚਾਹੀਦਾ ਤੇ ਪਵਿੱਤਰ ਜੀਵਨ ਬਤੀਤ ਕਰਨਾ ਚਾਹੀਦਾ। ਇਹਨਾਂ ਵਿੱਚੋਂ ਕਿਸੇ ਵੀ ਦੀ ਅਣਹੋਂਦ ਨਾਲ ਜਿਹੜੇ ਕਿ ਉਹਨੂੰ ਆਪਣੀ ਮੰਜ਼ਿਲ ਹਾਸਿਲ ਨਹੀਂ ਹੋ ਸਕਦੀ। ਅਹਿੰਸਾ। ਹਾਂਜੀ, ਜੈਨ ਧਰਮ ਦੇ ਵਿੱਚ ਅਹਿੰਸਾ ਦੀ ਨੀਤੀ ਨੂੰ ਜਿੰਨਾ ਮਹੱਤਵ ਦਿੱਤਾ ਗਿਆ ਉਹਨਾਂ ਕਿਸੇ ਧਰਮ ਦੇ ਵਿੱਚ ਨਹੀਂ ਦਿੱਤਾ ਗਿਆ। ਜੇ ਅਹਿੰਸਾ ਨੂੰ ਜੈਨ ਧਰਮ ਦੀ ਆਧਾਰਸ਼ਿਲਾ ਕਹਿ ਦਿੱਤਾ ਜਾਵੇ ਤਾਂ ਇਹਦੇ ਵਿੱਚ ਵੀ ਕੋਈ ਅਤਕਥਨੀ ਨਹੀਂ ਹੋਊਗੀ। ਭਾਵ ਕਿ ਜੈਨ ਧਰਮ ਦੇ ਵਿੱਚ ਅਹਿੰਸਾ ਨੂੰ ਬਹੁਤ ਜ਼ਿਆਦਾ ਜਿਹੜੇ ਕਿ ਸਥਾਨ ਦਿੱਤਾ ਗਿਆ, ਮਹੱਤਵਪੂਰਨ। ਅਹਿੰਸਾ ਕੀ ਹੈ ਵੀ ਕਿਸੇ ਵੀ ਜੀਵ ਨੂੰ ਕਿਸੇ ਵੀ ਤਰੀਕੇ ਦਾ ਨੁਕਸਾਨ ਨਹੀਂ ਪਹੁੰਚਾਉਣਾ। ਇੱਥੋਂ ਤੱਕ ਵੀ ਕਹਿੰਦੇ ਨੇ ਕਿ ਪੇੜ ਪੌਦਿਆਂ ਨੂੰ ਵੀ ਨਹੀਂ ਕੱਟਣਾ ਹੈਗਾ, ਉਹਨਾਂ 'ਚ ਵੀ ਕਹਿੰਦੇ ਨੇ ਵੀ ਜਾਨ ਵਸਦੀ ਹੈ। ਮਤਲਬ ਕਿਸੇ ਨੂੰ ਵੀ ਨਾ ਤਾਂ ਜਾਨੀ, ਠੀਕ ਹੈ, ਨਾ ਹੀ ਮਾਲੀ ਤੇ ਨਾ ਹੀ ਉਹਨਾਂ ਨੂੰ ਮੈਂਟਰੀ
ਕਿਸੇ ਨੂੰ ਵੀ ਟੌਰਚ ਕਰਨਾ, ਕਿਸੇ ਨੂੰ ਵੀ ਕਿਸੇ ਤਰੀਕੇ ਦੇ ਦੁੱਖ ਨਹੀਂ ਪਹੁੰਚਾਉਣਾ ਹੁੰਦਾ, ਠੀਕ ਹੈ। ਦੇ ਜੈਨ ਦਰਸ਼ਨ ਦੇ ਅਨੁਸਾਰ ਮਨੁੱਖਾਂ ਤੇ ਪਸ਼ੂਆਂ ਤੋਂ ਇਲਾਵਾ ਰੁੱਖਾਂ ਪੱਥਰਾਂ 'ਚ ਵੀ ਜਾਨ ਵਸਦੀ ਹੈ, ਇਸ ਕਰਕੇ ਸਾਨੂੰ ਕਿਸੇ ਜੀਵ ਜਾਂ ਨਿਰਜੀਵ ਨੂੰ ਕਸ਼ਟ ਨਹੀਂ ਦੇਣਾ ਚਾਹੀਦਾ। ਤੇ ਇਸੇ ਕਰਕੇ ਜੈਨੀ ਜਿਹੜੇ ਕਿ ਨੰਗੇ ਪੈਰ ਚੱਲਦੇ ਨੇ ਤੇ ਮੂੰਹ ਉੱਪਰ ਪੱਟੀ ਬੰਨ੍ਹਦੇ ਨੇ ਤੇ ਪਾਣੀ ਛਾਣ ਕੇ ਪੀਂਦੇ ਨੇ ਤੇ ਸੂਰਜ ਛਿਪਣ ਤੋਂ ਬਾਅਦ ਜਿਹੜੇ ਕਿ ਭੋਜਨ ਨਹੀਂ ਕਰਦੇ। ਅੱਗੇ ਹੈਗਾ ਕੈਵਲਿਆ ਗਿਆਨ ਤੋਂ ਕੀ ਭਾਵ ਆ। ਹਾਂਜੀ, ਜੈਨ ਧਰਮ ਦੇ ਵਿੱਚ ਕੈਵਲਿਆ ਗਿਆਨ ਤੋਂ ਭਾਵ ਆ ਸਰਬ ਉੱਚ ਸੱਚ, ਤੇ ਇਸ ਗਿਆਨ ਦੀ ਪ੍ਰਾਪਤੀ ਲਈ ਹਰੇਕ ਮਨੁੱਖ ਦੇ ਜੀਵਨ ਦਾ ਜਿਹੜਾ ਕਿ ਪਰਮ ਉਦੇਸ਼ ਹੈ ਇਹ, ਤੇ ਇਸ ਗਿਆਨ ਨੂੰ ਪ੍ਰਾਪਤ ਕਰਨ ਵਾਲੇ ਜਿਹੜੇ ਕਿ ਵਿਅਕਤੀ ਨੂੰ ਸਿੱਧ ਕਿਹਾ ਜਾਂਦਾ। ਤੇ ਜਿਹੜਾ ਵਿਅਕਤੀ ਇਸ ਗਿਆਨ ਨੂੰ ਪ੍ਰਾਪਤ ਕਰ ਲੈਂਦਾ ਉਹ ਨਾ ਕੇਵਲ ਮੋਕਸ਼ ਪ੍ਰਾਪਤ ਕਰ ਲੈਂਦਾ, ਸਗੋਂ ਸੁੱਖ ਦੁੱਖ ਦਾ ਜਿਹੜੇ ਕਿ ਅੰਤ ਆ ਉਹ ਵੀ ਉਹਨੂੰ ਦੂਰ ਹੋ ਜਾਂਦਾ। ਤੇ ਵਰਧਮਾਨ ਮਹਾਵੀਰ ਨੂੰ 42 ਸਾਲ ਦੀ ਉਮਰ ਦੇ ਵਿੱਚ, ਠੀਕ ਹੈ, ਜਦੋਂ ਉਹਨਾਂ ਨੇ 12 ਸਾਲ ਕਠੋਰ ਤਪੱਸਿਆ ਕੀਤੀ ਸੀ, ਫਿਰ ਉਹਨਾਂ ਨੂੰ ਕੈਵਲਿਆ ਜਿਹੜੇ ਕਿ ਗਿਆਨ ਦੀ ਪ੍ਰਾਪਤੀ ਹੋਈ ਸੀ। ਅੱਗੇ ਹੈਗਾ ਨਿਰਵਾਣ। ਹਾਂਜੀ, ਵਰਧਮਾਨ ਮਹਾਵੀਰ ਠੀਕ ਹੈ, ਉਹਨਾਂ ਨੂੰ ਨਿਰਵਾਣ ਆ ਜਿਹੜੇ ਕਿ 72 ਸਾਲਾਂ ਦੀ ਉਮਰ ਦੇ ਵਿੱਚ ਪ੍ਰਾਪਤ ਹੋਇਆ ਸੀ। ਮਹਾਵੀਰ ਜੀ ਅਨੁਸਾਰ ਮਨੁੱਖ ਦੇ ਜੀਵਨ ਦਾ ਪਰਮ ਉਦੇਸ਼ ਕੀ ਆ, ਨਿਰਵਾਣ। ਜਿਵੇਂ ਆਪਾਂ ਕਹਿੰਦੇ ਨੇ ਕਿ ਆਪਣਾ ਉਦੇਸ਼ ਕੀ ਹੈ ਕਿ ਸੱਚਖੰਡ ਦੀ ਪ੍ਰਾਪਤੀ ਹੋ ਜਾਏ, ਐਵੇਂ, ਠੀਕ ਹੈ, ਨਿਰਵਾਣ ਪ੍ਰਾਪਤ ਕਰਨਾ। ਤੇ ਜੈਨ ਮਤ ਦੇ ਵਿੱਚ ਨਿਰਵਾਣ ਤੋਂ ਭਾਵ ਕੀ ਹੈ ਵੀ ਆਵਾਗਾਉਣ ਦੇ ਚੱਕਰਾਂ ਤੋਂ ਮੁਕਤੀ ਹੋ ਜਾਣਾ, ਠੀਕ ਹੈ। ਤੇ ਨਿਰਵਾਣ ਪ੍ਰਾਪਤ ਕਰਨ ਤੋਂ ਬਾਅਦ ਮਨੁੱਖ ਦਾ ਇਸ ਸੰਸਾਰ ਦੇ ਵਿੱਚੋਂ ਜਨਮ ਮਰਨ ਦਾ ਜਿਹੜਾ ਚੱਕਰ ਉਹ ਖਤਮ ਹੋ ਜਾਂਦਾ ਤੇ ਉਹਨੂੰ ਸ਼ਾਂਤੀ ਮਿਲਦੀ ਹੈ ਤੇ ਸਾਰੇ ਦੁੱਖਾਂ ਦਾ ਨਾਸ਼ ਹੋ ਜਾਂਦਾ। ਨੈਕਸਟ ਹੈ ਅੱਗੇ ਦਿਗੰਬਰ। ਹਾਂਜੀ, ਜੈਨੀਆਂ ਦਾ ਜਿਹੜੇ ਕਿ ਮੁੱਖ ਜੈਨ ਧਰਮ ਦੇ ਵਿੱਚ ਜਿਹੜੇ ਕਿ ਫਿਰਕੇ ਪ੍ਰਚਲਿਤ ਹੋ ਗਏ ਸੀ ਦਿਗੰਬਰ ਤੇ ਸ਼ਤੰਬਰ, ਠੀਕ ਹੈ। ਦਿਗੰਬਰ ਜੈਨੀਆਂ ਦਾ ਪ੍ਰਮੁੱਖ ਫਿਰਕਾ ਸੀ। ਦਿਗੰਬਰ ਤੋਂ ਭਾਵ ਹੈ ਕਿ ਨੰਗਣ ਰਹਿਣ ਵਾਲੇ, ਤੇ ਫਿਰਕੇ ਵਾਲੇ ਜਿਹੜੇ ਕਿ ਨੰਗੇ ਰਹਿੰਦੇ ਸੀ। ਤੇ ਇਸ ਫਿਰਕੇ ਵਾਲਿਆਂ ਦਾ ਕਹਿਣਾ ਸੀ ਕਿ ਇਸਤਰੀ ਤਦ ਤੱਕ ਮੋਕਸ਼ ਪ੍ਰਾਪਤ ਨਹੀਂ ਕਰ ਸਕਦੀ ਜਦ ਤੱਕ ਉਹ ਪੁਰਸ਼ ਦੇ ਰੂਪ ਦੇ ਵਿੱਚ ਜਨਮ ਨਹੀਂ ਲੈਂਦੀ, ਠੀਕ ਹੈ। ਭਾਵ ਕਿ ਇਸਤਰੀ ਨੂੰ ਇਸ ਫਿਰਕੇ ਦੇ ਵਿੱਚ ਜਿਹੜੇ ਕਿ ਸ਼ਾਮਲ ਨਹੀਂ ਕੀਤਾ ਜਾਂਦਾ ਸੀ ਤੇ ਜੈਨ ਸੰਘ ਦੇ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਸੀ ਇਸਤਰੀ ਨੂੰ। ਤੇ ਇਸ ਫਿਰਕੇ ਦਾ ਕਹਿਣਾ ਸੀ ਕਿ ਸਵਾਮੀ ਮਹਾਵੀਰ ਨੇ ਵਿਆਹ ਨਹੀਂ ਕਰਾਇਆ ਸੀ ਤੇ ਇਹਨਾਂ ਦਾ ਆਪਣਾ ਇੱਕ ਵੱਖਰਾ ਸਾਹਿਤ ਹੈ, ਠੀਕ ਹੈ। ਤੇ ਦਿਗੰਬਰ ਦੇ ਜਿਹੜੇ ਕਿ ਭਦਰਵਾਹੂ ਉਹਦੀ ਅਗਵਾਈ ਦੇ ਵਿੱਚ ਸੀ ਇਹ, ਠੀਕ ਹੈ, ਫਿਰਕਾ। ਤੇ ਸ਼ਤੰਬਰ ਸੀ ਸਤੂਲ ਭੱਦਰ ਦੇ, ਠੀਕ ਹੈ। ਤੇ ਸਤੰਬਰ ਜੈਨ ਧਰਮ ਦਾ ਪ੍ਰਮੁੱਖ ਫੈਸਲਾ ਸੀ। ਸਤੰਬਰ ਦਾ ਭਾਵ ਸੀ ਚਿੱਟੇ ਕੱਪੜੇ ਪਹਿਨਣ ਵਾਲੇ ਵੀ ਜਿਹੜੇ ਚਿੱਟੇ ਕੱਪੜੇ ਪਹਿਨਦੇ ਸੀ। ਤੇ ਇਹਨਾਂ ਦਾ ਕਹਿਣਾ ਸੀ ਕਿ ਇਸਤਰੀ ਨੂੰ ਮੋਕਸ਼ ਪ੍ਰਾਪਤ ਕਰ ਸਕਦੇ ਨੇ ਤੇ ਇਸਤਰੀ ਨੂੰ ਸੰਘ ਦੇ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਸੀ, ਠੀਕ ਹੈ। ਤੇ ਉਹਨਾਂ ਦਾ ਕਹਿਣਾ ਸੀ ਕਿ ਵਰਧਮਾਨ ਮਹਾਵੀਰ ਨੇ ਵਿਆਹ ਵੀ ਕਰਵਾਇਆ ਸੀ, ਇਸ ਕਰਕੇ ਇਹ ਫਿਰਕਾ ਜਿਹੜੇ ਕਿ ਇਹਨਾਂ ਦਾ ਵੀ ਆਪਣਾ ਇੱਕ ਸਾਹਿਤ ਸੀ। ਅੱਗੇ ਹੈ ਦਿਗੰਬਰ ਤੇ ਇਹ ਹੋ ਗਿਆ ਜੈਨ ਮਤ ਦੇ ਜਿਹੜੇ ਕਿ ਦੇਣ ਕੀ ਆ। ਜੈਨ ਮਤ ਦਾ ਪ੍ਰਭਾਵ। ਜੈਨ ਧਰਮ ਨੇ ਭਾਰਤੀ ਜੀਵਨ ਦੇ ਵਿਭਿੰਨ ਅਲੱਗ-ਅਲੱਗ ਖੇਤਰਾਂ ਦੇ ਵਿੱਚ ਆਪਣਾ ਜਿਹੜਾ ਕਿ ਯੋਗਦਾਨ ਦਿੱਤਾ। ਉਹਨਾਂ ਨੇ ਮਨੁੱਖ ਦੇ ਆਪਸੀ ਭਾਈਚਾਰੇ ਤੇ ਸਮਾਨਤਾ ਦਾ ਪ੍ਰਚਾਰ ਕੀਤਾ। ਲੋਕਾਂ ਨੂੰ ਧਰਮ ਦੇ ਵਿੱਚ ਜਿਹੜਾ ਅੰਧ ਵਿਸ਼ਵਾਸ ਫੈਲ ਗਿਆ ਸੀ ਉਹਦਾ ਤਿਆਗ ਕਰਨ ਲਈ ਕਿਹਾ। ਸਾਦਾ ਜੀਵਨ ਬਤੀਤ ਕਰਨ ਲਈ ਕਿਹਾ। ਜਿਹੜੇ ਕਿ ਆਪਣੇ ਸਾਹਿਤ ਦੀ ਰਚਨਾ ਖੇਤਰੀ ਭਾਸ਼ਾ ਦੇ ਵਿੱਚ ਕਰਨ ਲਈ ਇੱਕ ਨਵਾਂ ਉਤਸ਼ਾਹ ਦਿੱਤਾ। ਤੇ ਉਹਨਾਂ ਨੇ ਪ੍ਰਕਿਰਤ ਭਾਸ਼ਾ ਦੇ ਵਿੱਚ ਸਾਹਿਤ ਰਚਨਾ ਕੀਤੀ ਗਈ ਸੀ, ਠੀਕ ਹੈ। ਪ੍ਰਕਿਰਤ ਭਾਸ਼ਾ ਦੇ ਵਿੱਚ ਉਪਦੇਸ਼ਾਂ ਦਾ ਪ੍ਰਚਾਰ ਕੀਤਾ ਸੀ ਤੇ ਖੂਬਸੂਰਤ ਮੰਦਰ, ਮੂਰਤੀਆਂ ਤੇ ਸਤੂਪਾਂ ਦਾ ਨਿਰਮਾਣ ਕਰਾ ਕੇ ਕਲਾ ਦੇ ਖੇਤਰ ਵਿੱਚ ਯੋਗਦਾਨ ਪਾਇਆ। ਤੇ ਇਹਨਾਂ ਨੇ ਲੋਕਾਂ ਨੂੰ ਭਲਾਈ ਦਾ ਸੰਦੇਸ਼ ਪੜ੍ਹਾਇਆ ਤੇ ਲੋਕਾਂ ਨੂੰ ਅਮਨ ਸ਼ਾਂਤੀ ਦਾ ਸਬਕ ਸਿਖਾਇਆ। ਅੱਗੇ ਹੈਗਾ ਮਹਾਤਮਾ ਬੁੱਧ ਦੇ ਜੀਵਨ ਬਾਰੇ। ਹਾਂਜੀ, ਬੁੱਧ, ਠੀਕ ਹੈ। ਮਹਾਤਮਾ ਬੁੱਧ ਜਿਹੜੇ ਕਿ ਬੁੱਧ ਧਰਮ ਦੇ ਸੰਸਥਾਪਕ ਸੀ। ਇਹਨਾਂ ਦਾ ਜਨਮ 567 ਈਸਵੀ ਪੂਰਵ ਲੁਬੀਨੀ ਦੇ ਵਿੱਚ ਹੋਇਆ ਸੀ ਤੇ ਮਾਤਾ ਨਾਂ ਸੀ ਮਹਾਮਾਇਆ ਤੇ ਪਿਤਾ ਨਾਂ ਸੀ ਸੁਸ਼ੋਧਨ, ਠੀਕ ਹੈ। ਵਿਆਹ ਇਹਨਾਂ ਦਾ ਸੁਸ਼ੋਧਰਾ ਨਾਲ ਹੋਇਆ ਸੀ। ਇਹਨਾਂ ਨੇ ਘਰ ਤਿਆਗ ਕੀਤਾ ਸੀ 29 ਸਾਲਾਂ ਦੀ ਉਮਰ ਦੇ ਵਿੱਚ, ਠੀਕ ਹੈ। 29 ਸਾਲਾਂ ਦੀ ਉਮਰ ਦੇ ਵਿੱਚ ਘਰ ਤਿਆਗਦਾ ਸੀ ਤੇ 35 ਸਾਲਾਂ ਦੀ ਉਮਰ ਦੇ ਵਿੱਚ ਇਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋ ਗਈ ਸੀ ਬੋਧ ਗਿਆ ਦੇ ਵਿੱਚ। ਵਰਧਮਾਨ ਮਹਾਵੀਰ ਨੂੰ 42 ਸਾਲ ਦੀ ਉਮਰ ਦੇ ਵਿੱਚ ਹੋਈ ਸੀ, ਇਹਨਾਂ ਨੂੰ 35 ਸਾਲ ਦੀ ਉਮਰ ਦੇ ਵਿੱਚ। ਤੇ ਇਹਨਾਂ ਨੇ 45 ਸਾਲਾਂ ਤੱਕ ਆਪਣੇ ਗਿਆਨ ਦਾ ਪ੍ਰਚਾਰ ਕੀਤਾ ਸੀ ਤੇ ਵਰਧਮਾਨ ਮਹਾਵੀਰ ਨੇ 30 ਸਾਲਾਂ ਤੱਕ। ਤੇ ਇਹਨਾਂ ਨੇ ਜਿਹੜੇ ਕਿ ਬੋਧ ਗਿਆ ਦੇ ਵਿੱਚ, ਠੀਕ ਹੈ, ਇਹਨਾਂ ਨੂੰ ਗਿਆਨ ਪ੍ਰਾਪਤੀ ਹੋਈ ਸੀ। ਦਰਖਤ ਸੀ ਪੀਪਲ ਸੀ, ਠੀਕ ਹੈ, ਉਹਦੇ ਨੀਚੇ ਇਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ ਬੋਧ ਗਿਆ ਦੇ ਵਿੱਚ। ਤੇ ਜਿਹੜੇ ਕਿ ਮਹਾਤਮਾ ਬੁੱਧ ਨੇ ਸਭ ਤੋਂ ਪਹਿਲਾਂ ਉਪਦੇਸ਼ ਦਿੱਤਾ ਸੀ ਉਹ ਦਿੱਤਾ ਸੀ ਸਾਰਨਾਥ ਦੇ ਵਿੱਚ। ਸਾਰਨਾਥ ਦੇ ਵਿੱਚ ਜਿਹੜੇ ਕਿ 5 ਜਿਹੜੇ ਕਿ ਚੇਲਿਆਂ ਨੂੰ ਜਿਹੜੇ ਕਿ ਇਹਨਾਂ ਨੇ ਉਪਦੇਸ਼ ਦਿੱਤਾ ਸੀ ਸਾਰਨਾਥ ਦੇ ਵਿੱਚ, ਪਹਿਲਾ ਉਪਦੇਸ਼ ਦਿੱਤਾ ਸੀ ਸਾਰਨਾਥ ਦੇ ਵਿੱਚ, ਠੀਕ ਹੈ। ਤੇ ਮਗਧ ਕੌਸ਼ਾਂਬੀ ਵਿਸ਼ਾਲੀ ਇਹਨਾਂ ਦੇ ਵਿੱਚ ਇਹਨਾਂ ਨੇ ਪ੍ਰਚਾਰ ਕੀਤਾ। 587 ਈਸਵੀ ਦੇ ਵਿੱਚ ਕੁਸ਼ੀਨਗਰ ਦੇ ਵਿੱਚ ਇਹਨਾਂ ਨੇ ਸੰਸਾਰ ਨੂੰ ਅਲਵਿਦਾ ਕਹੀ। ਅੱਗੇ ਹੈਗਾ ਲੁਬੀਨੀ। ਲੁਬੀਨੀ ਭਾਰਤ ਦੇ ਵਿੱਚ ਬੋਧੀਆਂ ਦਾ ਸਭ ਤੋਂ ਪਵਿੱਤਰ ਸਥਾਨਾਂ ਦੇ ਵਿੱਚੋਂ ਇੱਕ ਹੈ ਤੇ ਨੇਪਾਲ ਦੀ ਤਰਾਈ ਭਾਰਤ ਦੀ ਨੇਪਾਲੀ ਸੀਮਾ ਦੇ ਵਿੱਚ ਸਥਿਤ ਹੈ। ਇਹਨੂੰ ਇੱਕ ਵਾਰ ਰੀਡ ਕਰ ਲੈਣਾ। ਤੇ ਇੱਥੇ ਵਰਧਮਾਨ ਮਹਾਵੀਰ ਦਾ ਜਿਹੜੇ ਕਿ ਜਨਮ ਹੋਇਆ ਸੀ, ਠੀਕ ਹੈ। ਤੇ ਇਸ ਬਾਲਕ ਦੇ ਜਨਮ ਸਮੇਂ ਜਿਹੜੇ ਕਿ ਮਹਾਤਮਾ ਬੁੱਧ ਦਾ ਜਨਮ ਵਿਸ਼ਾਖ ਦੀ ਪੂਰਨਮਾਸ਼ੀ ਨੂੰ ਜਨਮ ਹੋਇਆ ਸੀ। ਵਿਸ਼ਾਖ ਦੀ ਪੂਰਨਮਾਸ਼ੀ ਨੂੰ ਇਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ ਤੇ ਵਿਸ਼ਾਖ ਦੀ ਪੂਰਨਮਾਸ਼ੀ ਨੂੰ ਹੀ ਜਿਹੜੇ ਕਿ ਇਹਨਾਂ ਨੂੰ ਜਿਹੜੇ ਕਿ ਨਿਰਵਾਣ ਦੀ ਪ੍ਰਾਪਤੀ ਹੋਈ ਸੀ 80 ਸਾਲਾਂ ਦੀ ਉਮਰ ਦੇ ਵਿੱਚ ਕੁਸ਼ੀਨਗਰ ਦੇ ਵਿੱਚ। ਤੇ ਅਗਲਾ ਹੈਗਾ ਕੁਐਸਚਨ, ਹਾਂਜੀ, ਬੋਧ ਗਿਆ। ਬੋਧ ਗਿਆ ਦੇ ਵਿੱਚ ਆਪਾਂ ਨੇ ਹੁਣੇ ਕੁਐਸਚਨ ਕੀਤਾ ਹੀ ਹੈ ਕਿ ਉਹਨਾਂ ਨੂੰ ਜਿਹੜੇ ਕਿ ਉੱਥੇ ਗਿਆਨ ਦੀ ਪ੍ਰਾਪਤੀ ਹੋਈ ਸੀ, ਠੀਕ ਹੈ। ਬਾਕੀ ਤੁਸੀਂ ਇਹਨੂੰ ਰੀਡ ਕਰ ਲੈਣਾ।
ਅੱਗੇ ਹੈਗਾ ਸਾਰਨਾਥ ਦੇ ਵਿੱਚ ਉਹਨਾਂ ਨੇ ਪਹਿਲਾਂ ਆਪਣਾ ਉਪਦੇਸ਼ ਦਿੱਤਾ ਸੀ 5 ਸਾਥੀਆਂ ਨੂੰ, ਜਿਸ ਕਰਕੇ ਇਹਨੂੰ ਧਰਮ ਚੱਕਰ ਪਰਿਵਰਤਨ ਦੇ ਨਾਮ ਨਾਲ ਯਾਦ ਕੀਤਾ ਜਾਂਦਾ। ਤੇ ਇੱਥੇ ਅਸ਼ੋਕ ਨੇ ਪ੍ਰਸਿੱਧ ਸਤੰਭ ਬਣਾਇਆ ਸੀ, ਠੀਕ ਹੈ। ਤੇ ਗੁਪਤ ਕਾਲ ਤੇ ਕੁਸ਼ਾਣ ਕਾਲ ਦੇ ਮਹਾਤਮਾ ਬੁੱਧ ਦੀਆਂ ਅਤੀ ਸੁੰਦਰ ਮੂਰਤੀਆਂ ਨੇ। ਕੁਸ਼ੀਨਗਰ ਦੇ ਵਿੱਚ ਮਹਾਤਮਾ ਬੁੱਧ ਨੂੰ ਜਿਹੜੇ ਕਿ ਉਹਨਾਂ ਨੇ ਆਪਣਾ ਅੰਤਿਮ ਵਰ੍ਹਾ ਜਿਹੜੇ ਕਿ ਕੁਸ਼ੀਨਗਰ ਦੇ ਵਿੱਚ ਹੋਇਆ ਸੀ, ਠੀਕ ਹੈ। ਕੁਸ਼ੀਨਗਰ ਦੇ ਵਿੱਚ ਆਪਣਾ ਜਿਹੜੇ ਕਿ ਸਰੀਰ ਤਿਆਗਿਆ ਸੀ 80 ਸਾਲ ਦੀ ਉਮਰ ਦੇ ਵਿੱਚ। ਤੇ ਕੁਸ਼ੀਨਗਰ ਉੱਤਰ ਪ੍ਰਦੇਸ਼ ਦੇ ਵਿੱਚ ਗੋਰਖਪੁਰ ਨਗਰ ਤੋਂ 55 ਕਿਲੋਮੀਟਰ ਦੀ ਦੂਰੀ ਤੇ ਸਥਿਤ ਆ, ਭਾਵ ਕਿ ਇਹ ਯੂਪੀ ਦੇ ਵਿੱਚ ਆ, ਠੀਕ ਹੈ। ਤੇ ਵਿਸਾਖ ਦੀ ਪੂਰਨਮਾਸ਼ੀ ਨੂੰ ਜਿਹੜੇ ਕਿ ਇਹਨਾਂ ਨੂੰ ਜਿਹੜਾ ਕਿ ਨਿਰਵਾਣ ਪ੍ਰਾਪਤ ਹੋਇਆ ਸੀ, ਤੇ ਇਸ ਘਟਨਾ ਨੂੰ ਮਹਾਪਰਿਨਿਰਵਾਣ ਕਿਹਾ ਜਾਂਦਾ। ਤੇ ਉੱਥੇ ਮਹਾਤਮਾ ਬੁੱਧ ਦੀ ਮੂਰਤੀ ਤੇ ਇੱਕ ਵਿਸ਼ਾਲ ਸਤੂਪ ਬਣਿਆ ਹੋਇਆ। ਅੱਗੇ ਹੈਗਾ ਰਾਜਗ੍ਰਹਿ। ਹਾਂਜੀ, ਰਾਜਗ੍ਰਹਿ ਦੇ ਵਿੱਚ ਇਹ ਜੈਨ ਤੇ ਬੁੱਧ ਧਰਮ ਦੋਨੋਂ ਨਾਲ ਸੰਬੰਧਿਤ ਆ, ਠੀਕ ਹੈ। ਤੇ ਇੱਥੇ ਮਹਾਤਮਾ ਬੁੱਧ ਨੇ ਜਿਹੜੇ ਕਿ ਬਿੰਬੀਸਾਰ ਤੇ ਅਜਾਤਸ਼ਤਰੂ ਨੂੰ ਆਪਣਾ ਬੁੱਧ ਧਰਮ ਅਪਣਾਇਆ ਸੀ ਉਹਨਾਂ ਨੇ। ਤੇ ਇੱਥੇ ਪਹਿਲਾ ਉਪਦੇਸ਼ ਦਿੱਤਾ ਸੀ। ਵਰਤਮਾਨ ਇਸ ਥਾਂ ਤੇ ਵਿਪੁਲਾ ਪਰਬਤ ਤੇ ਮਹਾਵੀਰ ਨੇ ਆਪਣਾ ਪਹਿਲਾ ਉਪਦੇਸ਼ ਦਿੱਤਾ ਸੀ, ਠੀਕ ਹੈ, ਰਾਜਗ੍ਰਹਿ ਦੇ ਵਿੱਚ। ਬਾਕੀ ਕੋਈ ਇਹਨਾਂ ਖਾਸ ਇੰਪੋਰਟੈਂਟ ਇੱਕ ਵਾਰ ਰੀਡ ਕਰ ਲਿਓ। ਹਾਂਜੀ, 4 ਮਹਾਦ੍ਰਿਸ਼, ਇਹ ਇੰਪੋਰਟੈਂਟ ਆ। 4 ਮਹਾਦ੍ਰਿਸ਼ ਕੀ ਆ ਕਿ ਵਰਧਮਾਨ ਮਹਾਵੀਰ ਨੇ ਜਿਹੜੇ ਕਿ 4 ਦ੍ਰਿਸ਼ ਦੇਖੇ ਸੀ। ਤੇ ਜਦੋਂ ਇੱਕ ਦਿਨ ਉਹ ਆਪਣੇ ਰਥਵਾਨ ਚੰਨ ਨੂੰ ਲੈ ਕੇ ਮਹਿਲ ਤੋਂ ਬਾਹਰ ਨਿਕਲੇ ਤਾਂ ਉਹਨਾਂ ਨੇ ਇੱਕ ਬੁੱਢਾ, ਇੱਕ ਰੋਗੀ, ਇੱਕ ਆਦਮੀ ਦੀ ਅਰਥੀ ਤੇ ਇੱਕ ਸਾਧੂ ਦੇਖਿਆ ਸੀ। ਇਹਨਾਂ 4 ਦ੍ਰਿਸ਼ਾਂ ਦੇ ਉਹਨਾਂ ਨੂੰ ਡੂੰਘਾ ਅਸਰ ਪਿਆ, ਜਿਸ ਕਰਕੇ ਉਹਨਾਂ ਨੇ ਫਿਰ ਆਪਣਾ ਘਰ ਤਿਆਗ ਦਿੱਤਾ ਸੀ, ਠੀਕ ਹੈ, 29 ਸਾਲਾਂ ਦੀ ਉਮਰ ਦੇ ਵਿੱਚ। ਅੱਗੇ ਧਰਮ ਚੱਕਰ ਪਰਿਵਰਤਨ। ਹਾਂਜੀ, ਗਿਆਨ ਦੀ ਪ੍ਰਾਪਤੀ ਤੋਂ ਬਾਅਦ ਮਹਾਤਮਾ ਬੁੱਧ ਨੇ ਸਭ ਤੋਂ ਪਹਿਲਾਂ ਬਨਾਰਸ ਦੇ ਕੋਲ ਸਾਰਨਾਥ ਦੇ ਵਿੱਚ ਪਹੁੰਚੇ, ਜਿੱਥੇ ਉਹਨਾਂ ਨੇ ਆਪਣਾ ਪਹਿਲਾ ਉਪਦੇਸ਼ ਦਿੱਤਾ ਸੀ ਆਪਣੇ ਪੁਰਾਣੇ 5 ਸਾਥੀਆਂ ਨੂੰ। ਤੇ ਇਹ ਬੁੱਧ ਧਰਮ ਦੇ ਫਿਰ ਪੈਰੋਕਾਰ ਬਣ ਗਏ, ਚੇਲੇ ਬਣ ਗਏ। ਤੇ ਮਹਾਤਮਾ ਬੁੱਧ ਨੇ ਉਹਨਾਂ ਨੂੰ 4 ਮਹਾਨ ਸੱਚਾਈਆਂ ਤੇ ਅਸ਼ਟ ਮਾਰਗ ਬਾਰੇ ਦੱਸਿਆ। ਤੇ ਇਸ ਘਟਨਾ ਨੂੰ ਧਰਮ ਚੱਕਰ ਪਰਿਵਰਤਨ ਕਿਹਾ ਜਾਂਦਾ, ਠੀਕ ਹੈ। ਹਾਂਜੀ, ਤਾਂ 4 ਮਹਾਨ ਸੱਚਾਈਆਂ ਕੀ ਨੇ ਜਾਂ ਮੂਲ ਸੱਚਾਈਆਂ ਕੀ ਨੇ 4? ਇਹਨਾਂ ਦੇ ਵਿੱਚ ਪਹਿਲਾ ਕੀ ਹੈ ਕਿ ਸੰਸਾਰ ਦੁੱਖਾਂ ਦਾ ਘਰ ਹੈ, ਵੀ ਸੰਸਾਰ ਦੁੱਖਾਂ ਨਾਲ ਭਰਿਆ ਹੋਇਆ। ਜਨਮ, ਬਿਮਾਰੀ, ਬੁਢਾਪਾ, ਮੌਤ, ਇਹ ਸਾਰੇ ਦੁੱਖਾਂ ਦੇ ਕਾਰਨ ਨੇ। ਤੇ ਦੁੱਖਾਂ ਦਾ ਕਾਰਨ ਮਨੁੱਖ ਦੀਆਂ ਜਿਹੜੇ ਕਿ ਖਾਹਿਸ਼ਾਂ ਨੇ, ਮਨੁੱਖ ਦੀਆਂ ਇੱਛਾਵਾਂ ਨੇ, ਠੀਕ ਹੈ। ਇਹਨਾਂ ਖਾਹਿਸ਼ਾਂ ਇੱਛਾ ਦੇ ਕਾਰਨ ਹੀ ਮਨੁੱਖ ਆਵਾਗਾਉਣ ਦੇ ਚੱਕਰਾਂ ਵਿੱਚ ਭਟਕਦਾ। ਤੀਜਾ ਕੀ ਹੈ ਕਿ ਇਹਨਾਂ ਖਾਹਿਸ਼ਾਂ ਇੱਛਾਵਾਂ ਨੂੰ ਤਿਆਗਣ ਦੇ ਨਾਲ ਮਨੁੱਖ ਦੇ ਦੁੱਖ ਤਕਲੀਫ ਦੂਰ ਹੋ ਸਕਦੇ ਨੇ। ਚੌਥਾ ਕੀ, ਇਹਨਾਂ ਖਾਹਿਸ਼ਾਂ ਦਾ ਅੰਤ ਆ ਜਿਹੜੇ ਕਿ ਅਸ਼ਟ ਮਾਰਗ ਰਾਹੀਂ ਜਿਹੜਾ ਕਿ ਚੱਲ ਕੇ ਕੀਤਾ ਜਾ ਸਕਦਾ। ਹਾਂਜੀ, ਅਸ਼ਟ ਮਾਰਗ ਜਾਂ ਮੱਧ ਮਾਰਗ ਕਿਹਨੂੰ ਕਹਿੰਦੇ ਨੇ? ਅਸ਼ਟ ਮਾਰਗ ਜਾਂ ਮੱਧ ਮਾਰਗ ਜਿਹੜੇ ਕਿ 8 ਉਪਦੇਸ਼ ਨੇ ਜਿਹਦੇ ਵਿੱਚ, ਠੀਕ ਹੈ। ਇਹਦੇ ਵਿੱਚ ਕੀ ਹੈ ਕਿ ਸੱਚਾ ਕਰਮ ਕਰਨਾ ਚਾਹੀਦਾ, ਸੱਚਾ ਵਿਚਾਰ ਹੋਣਾ ਚਾਹੀਦਾ, ਸੱਚਾ ਵਿਸ਼ਵਾਸ ਹੋਣਾ ਚਾਹੀਦਾ, ਸੱਚਾ ਰਹਿਣ ਸਹਿਣ ਹੋਣਾ ਚਾਹੀਦਾ, ਸੱਚਾ ਭਾਵ ਹੋਣਾ ਚਾਹੀਦਾ, ਸੱਚਾ ਬਚਨ ਹੋਣਾ ਚਾਹੀਦਾ, ਸੱਚਾ ਗਿਆਨ ਹੋਣਾ ਚਾਹੀਦਾ, ਸੱਚੀ ਸਮਾਧੀ ਹੋਣੀ ਚਾਹੀਦੀ ਹੈ। ਤੇ ਇਹ ਪਵਿੱਤਰ ਅਸ਼ਟ ਮਾਰਗ ਬੁੱਧ ਧਰਮ ਦੀ ਸਿੱਖਿਆਵਾਂ ਦੀ ਅਸਲ ਕੁੰਜੀ ਆ, ਠੀਕ ਹੈ, ਜਿਸ ਨਾਲ ਮਨੁੱਖੀ ਜੀਵਨ ਦੇ ਦੁੱਖਾਂ ਤੋਂ ਮੁਕਤੀ ਪ੍ਰਾਪਤ ਕਰ ਸਕਦਾ। ਅੱਗੇ ਹੈਗਾ ਨਿਰਵਾਣ ਤੋਂ ਕੀ ਭਾਵ ਆ? ਹਾਂਜੀ, ਮਹਾਤਮਾ ਬੁੱਧ ਨੇ ਮਨੁੱਖ ਦੇ ਜੀਵਨ ਦਾ ਸਭ ਤੋਂ ਵੱਡਾ ਉਪਦੇਸ਼ ਕੀ ਆ? ਨਿਰਵਾਣ ਦੀ ਪ੍ਰਾਪਤੀ, ਠੀਕ ਹੈ। ਨਿਰਵਾਣ ਪ੍ਰਾਪਤ ਕਰਨ ਨਾਲ ਮਨੁੱਖ ਨੂੰ ਆਨੰਦ, ਸੁੱਖ ਤੇ ਸ਼ਾਂਤੀ ਦੀ ਪ੍ਰਾਪਤੀ ਹੋ ਜਾਂਦੀ ਹੈ, ਤੋਂ ਜਨਮ ਮਰਨ ਦੇ ਚੱਕਰਾਂ ਤੋਂ ਛੁਟਕਾਰਾ ਹੋ ਜਾਂਦਾ। ਤੇ ਇਸ ਅਵਸਥਾ ਦੇ ਵਿੱਚ ਦੁੱਖਾਂ ਦਾ ਅੰਤ ਹੋ ਜਾਂਦਾ। ਤੇ ਹੋਰਨਾਂ ਧਰਮਾਂ ਦੇ ਵਿੱਚ ਨਿਰਵਾਣ ਕੇਵਲ ਮੌਤ ਤੋਂ ਬਾਅਦ ਹੀ ਪ੍ਰਾਪਤ ਕੀਤਾ ਜਾਂਦਾ, ਪਰ ਬੁੱਧ ਧਰਮ ਦੇ ਵਿੱਚ ਇਸ ਨੂੰ ਜੀਵਨ ਦੇ ਵਿੱਚ ਹੀ ਪ੍ਰਾਪਤ ਕੀਤਾ ਜਾ ਸਕਦਾ, ਠੀਕ ਹੈ, ਜੀਵਨ ਵਿੱਚ ਪ੍ਰਾਪਤ ਕੀਤਾ ਜਾ ਸਕਦਾ। ਸਿੱਖਿਆਵਾਂ ਮਹਾਤਮਾ ਬੁੱਧ ਦੀਆਂ। ਸਿੱਖਿਆਵਾਂ ਸਿਧਾਂਤ ਇੱਕੋ ਗੱਲ ਹੋ ਗਏ, ਲੌਂਗ ਕੁਐਸਚਨ ਲਈ ਵੀ ਬਹੁਤ ਇੰਪੋਰਟੈਂਟ ਹੈ ਇਹ। 4 ਮਹਾਨ ਸੱਚਾਈਆਂ ਪਹਿਲਾਂ ਤਾਂ, ਫਿਰ ਅਸ਼ਟ ਮਾਰਗ, ਆਵਾਗਾਉਣ, ਕਰਮ ਸਿਧਾਂਤ, ਅਹਿੰਸਾ, ਮਨੁੱਖਾਂ ਦੇ ਆਪਸੀ ਭਾਈਚਾਰੇ ਦੇ ਵਿੱਚ ਵਿਸ਼ਵਾਸ ਰੱਖਦੇ ਸੀ। ਤੇ ਉਹਨਾਂ ਨੇ ਆਪਣੇ ਪੈਰੋਕਾਰਾਂ ਨੂੰ ਸਾਦਾ ਪਵਿੱਤਰ ਜੀਵਨ ਬਤੀਤ ਕਰਨ ਲਈ ਕਿਹਾ। ਜਾਤੀ ਪ੍ਰਥਾ, ਜੱਗ ਵਲੀਆਂ, ਵੇਦਾਂ, ਸੰਸਕ੍ਰਿਤ ਭਾਸ਼ਾ, ਘੋਰ ਤਪੱਸਿਆ ਵਿੱਚ ਜਿਹੜੇ ਕਿ ਵਿਸ਼ਵਾਸ ਨਹੀਂ ਰੱਖਦੇ ਸੀ। ਤੇ ਉਹ ਪਰਮਾਤਮਾ ਸੰਬੰਧੀ ਜਿਹੜੇ ਕਿ ਚੁੱਪ ਸੀ, ਪਰਮਾਤਮਾ ਸੰਬੰਧੀ ਇਹਨਾਂ ਨੇ ਕੋਈ ਆਪਣੇ ਵਿਚਾਰ ਨਹੀਂ ਦਿੱਤੇ। ਹੀਨ ਜਾਣ ਜਿਹੜੇ ਕਿ ਬੁੱਧ ਧਰਮ ਦਾ ਪ੍ਰਮੁੱਖ ਫਿਰਕਾ ਸੀ। ਦੋ ਧਰਮਾਂ ਦੇ ਇਹ ਧਰਮ ਜਿਹੜੇ ਕਿ 2 ਸੰਪਰਦਾਵਾਂ ਵਿੱਚ ਵੰਡਿਆ ਗਿਆ ਸੀ, ਹੀਨ ਜਾਣ ਤੇ ਮਹਾਜਾਨ। ਹੀਨ ਜਾਣ ਤੋਂ ਭਾਵ ਸੀ ਛੋਟਾ ਚੱਕਰ, ਛੋਟਾ ਰੱਥ, ਠੀਕ ਹੈ। ਇਸ ਫਿਰਕੇ ਵਾਲੇ ਮਹਾਤਮਾ ਬੁੱਧ ਦੀਆਂ ਸਿੱਖਿਆਵਾਂ ਦੇ ਵਿੱਚ ਵਿਸ਼ਵਾਸ ਰੱਖਦੇ ਸੀ, ਠੀਕ ਹੈ। ਤੇ ਉਹ ਕਹਿੰਦੇ ਸੀ ਕਿ ਮਹਾਤਮਾ ਬੁੱਧ ਦੀਆਂ ਸਿੱਖਿਆਵਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਤਬਦੀਲੀ ਨਹੀਂ ਕੀਤੀ ਜਾਣੀ ਚਾਹੀਦੀ, ਮਤਲਬ ਕਿ ਵਿਰੁੱਧ ਸੀ। ਤੇ ਇਹ ਮੂਰਤੀ ਪੂਜਾ ਦੇ ਵੀ ਵਿਰੁੱਧ ਸੀ। ਤੇ ਇਹ ਬੋਧੀ ਸੱਤਵਾਂ ਵਿੱਚ ਵਿਸ਼ਵਾਸ ਨਹੀਂ ਰੱਖਦੇ ਸੀ। ਤੇ ਇਹ ਤਰਕ ਅਤੇ ਅਸ਼ਟ ਮਾਰਗ ਵਿੱਚ ਵਿਸ਼ਵਾਸ ਰੱਖਦੇ ਸੀ। ਤੇ ਆਪਣਾ ਪ੍ਰਚਾਰ ਪਾਲੀ ਭਾਸ਼ਾ ਦੇ ਵਿੱਚ ਕੀਤਾ ਸੀ ਇਹਨਾਂ ਨੇ। ਤੇ ਇਹਨਾਂ ਦੇ ਧਾਰਮਿਕ ਗ੍ਰੰਥ ਅਲੱਗ ਨੇ। ਮਹਾਜਾਨ ਜਿਹੜੇ ਕਿ ਬੁੱਧ ਧਰਮ ਦਾ ਵੀ ਇਹ ਵੀ ਇੱਕ ਫਿਰਕਾ ਸੀ। ਇਹਦਾ ਸੀ ਵੱਡਾ ਰੱਥ। ਮਹਾਜਾਨ ਦਾ ਅਰਥ ਕੀ ਸੀ? ਵੱਡਾ ਚੱਕਰ ਜਾਂ ਵੱਡਾ ਰੱਥ। ਤੇ ਇਸ ਫਿਰਕੇ ਵਾਲੇ ਬੁੱਧ ਧਰਮ ਦੀਆਂ ਸਿੱਖਿਆਵਾਂ ਦੇ ਵਿੱਚ ਸਮੇਂ ਦੇ ਅਨੁਸਾਰ ਕੁਝ ਤਬਦੀਲੀਆਂ ਇਹਨਾਂ ਨੇ ਕੀਤੀਆਂ, ਠੀਕ ਹੈ। ਤੇ ਇਹ ਮੂਰਤੀ ਵੀ ਮਹਾਤਮਾ ਬੁੱਧ ਦੀ ਬਣਾਉਣ ਲੱਗੇ, ਠੀਕ ਹੈ। ਮੂਰਤੀ ਪੂਜਾ ਤੇ ਬੋਧੀ ਸੱਤਵਾਂ ਵਿੱਚ ਵਿਸ਼ਵਾਸ ਰੱਖਣ ਲੱਗੇ। ਤੇ ਇਹ ਸ਼ਰਧਾ ਤੇ ਵਧੇਰੇ ਜ਼ੋਰ ਦਿੰਦੇ ਸੀ। ਤੇ ਪਾਠ ਪੂਜਾ ਨੂੰ ਧਰਮ ਦਾ ਜ਼ਰੂਰੀ ਅੰਗ ਮੰਨਦੇ ਸੀ। ਤੇ ਇਹਨਾਂ ਨੇ ਆਪਣਾ ਪ੍ਰਚਾਰ ਆ ਜਿਹੜੇ ਕਿ ਸੰਸਕ੍ਰਿਤ ਭਾਸ਼ਾ ਦੇ ਵਿੱਚ ਕੀਤਾ। ਅੱਗੇ ਹੈਗਾ ਬੁੱਧ ਧਰਮ ਦੇ ਵਿੱਚ ਸੰਘ ਤੋਂ ਕੀ ਭਾਵ ਹੈ ਜਾਂ ਬੋਧੀ ਸੰਘ। ਹਾਂਜੀ,
ਮਹਾਤਮਾ ਬੁੱਧ ਨੇ ਆਪਣੇ ਪੈਰੋਕਾਰਾਂ ਨੂੰ ਸੰਗਠਿਤ ਕਰਨ ਲਈ ਬੋਧੀ ਸੰਘਾਂ ਦੀ ਸਥਾਪਨਾ ਕੀਤੀ। ਹਰ ਕੋਈ ਪੁਰਸ਼ ਜਾਂ ਇਸਤਰੀ ਜਿਹਦੀ ਉਮਰ 15 ਸਾਲ ਤੋਂ ਵੱਧ ਆ ਉਹ ਬੋਧੀ ਸੰਘ ਦਾ ਜਿਹੜੇ ਕਿ ਮੈਂਬਰ ਬਣ ਸਕਦਾ ਸੀ, ਵੀ ਜਿਹੜੇ ਵੀ 15 ਸਾਲ ਤੋਂ ਵੱਧ ਆ ਉਹ ਬੋਧੀ ਸੰਘ ਦਾ ਮੈਂਬਰ ਬਣ ਸਕਦਾ ਸੀ। ਅਪਰਾਧੀਆਂ, ਰੋਗੀਆਂ, ਜਿਹੜੇ ਕਰਜ਼ਾਈ ਸੀ ਜਾਂ ਦਾਸ ਸੀ, ਉਹਨਾਂ ਨੂੰ ਮੈਂਬਰ ਬਣਨ ਦੀ ਇਜਾਜ਼ਤ ਪਰਮਿਸ਼ਨ ਨਹੀਂ ਸੀ। ਮੈਂਬਰ ਬਣਨ ਤੋਂ ਪਹਿਲਾਂ ਘਰ ਵਾਲਿਆਂ ਤੋਂ ਜਿਹੜੇ ਕਿ ਆਗਿਆ ਲੈਣੀ ਪੈਂਦੀ ਸੀ ਤੇ ਨਵੇਂ ਭਿਕਸ਼ੂ ਨੂੰ ਸੰਘ ਵਿੱਚ ਦਾਖਲ ਸਮੇਂ ਮੁੰਡਨ ਕਰਵਾ ਕੇ ਪੀਲੇ ਕੱਪੜੇ ਪਾਉਣੇ ਪੈਂਦੇ ਸੀ। ਠੀਕ ਹੈ, ਤੇ ਇਹ ਸਹੁੰ ਚੁੱਕਣੀ ਪੈਂਦੀ ਸੀ ਕਿ ਮੈਂ ਬੁੱਧ ਦੀ ਸ਼ਰਨ ਲੈਂਦਾ ਹਾਂ, ਮੈਂ ਧੰਮ ਦੀ ਸ਼ਰਨ ਲੈਂਦਾ ਹਾਂ, ਮੈਂ ਸੰਘ ਦੀ ਸ਼ਰਨ ਲੈਂਦਾ ਹਾਂ। ਤੇ ਸੰਘ ਦੇ ਮੈਂਬਰਾਂ ਨੂੰ ਬੜੇ ਅਨੁਸ਼ਾਸਿਤ ਜੀਵਨ ਬਤੀਤ ਕਰਨਾ ਪੈਂਦਾ ਸੀ ਤੇ ਸੰਘ ਦੇ ਫੈਸਲੇ ਬਹੁਮਤ ਨਾਲ ਲਏ ਜਾਂਦੇ ਸੀ। ਅਗਲਾ ਹੈਗਾ ਤ੍ਰਿਪਿਟਕ। ਹਾਂਜੀ, ਤ੍ਰਿਪਿਟਕ ਜਾਂ ਪਵਿੱਤਰ ਬੋਧੀ ਗ੍ਰੰਥ ਆਪਾਂ ਨੇ ਪਹਿਲਾਂ ਹੋਏ ਗਿਆ। ਠੀਕ ਹੈ, ਤ੍ਰਿਪਿਟਕ ਜਿਹਨੂੰ ਟੋਕਰੀ ਵੀ ਕਿਹਾ ਗਿਆ ਪਿਟਕ ਨੂੰ। ਠੀਕ ਹੈ, ਜਿਹਦੇ ਵਿੱਚ ਗ੍ਰੰਥ ਰੱਖੇ ਗਏ ਨੇ। ਤੇ ਤ੍ਰਿਪਿਟਕ 3 ਗ੍ਰੰਥ ਸੀ, ਜਿਹਨੇ ਵਿਨੇ ਪਿਟਕ, ਸੁੱਤੇ ਪਿਟਕ, ਅਭਿਧਮ ਪਿਟਕ, ਠੀਕ ਹੈ, ਪਾਲੀ ਭਾਸ਼ਾ ਦੇ ਵਿੱਚ ਰਚੇ ਗਏ ਸੀ। ਤੇ ਬੁੱਧ ਧਰਮ ਦਾ ਪਤਨ, ਬੁੱਧ ਸਮੇਂ ਦੇ ਨਾਲ ਨਾਲ ਬੁੱਧ ਧਰਮ ਦੇ ਵਿੱਚ ਜਿਹੜੇ ਕਿ ਜਟਿਲ ਹੋ ਗਿਆ, ਬੋਧੀ ਸੰਘਾਂ ਦੇ ਵਿੱਚ ਭ੍ਰਿਸ਼ਟਾਚਾਰ ਫੈਲ ਗਿਆ ਤੇ ਬੁੱਧ ਧਰਮ ਦੇ ਵਿੱਚ ਵੀ ਫੁੱਟ ਪੈ ਗਈ ਤੇ ਬੁੱਧ ਧਰਮ ਨੇ ਹਿੰਦੂ ਧਰਮ ਦੇ ਸਿਧਾਂਤਾਂ ਨੂੰ ਅਪਣਾ ਲਿਆ, ਜਿਸ ਕਰਕੇ ਇਸ ਨੂੰ ਸ਼ਾਹੀ ਸਰਪ੍ਰਸਤੀ ਮਿਲਣੀ ਬੰਦ ਹੋ ਗਈ ਤੇ ਪੁਸ਼ਯ ਮਿੱਤਰ ਹੁਣਾਂ ਤੇ ਮੁਸਲਮਾਨਾਂ ਦੇ ਹਮਲੇ ਦੇ ਨਾਲ ਬੁੱਧ ਮਤ ਲਈ ਜਿਹੜੇ ਕਿ ਮਾਰੂ ਸਾਬਿਤ ਹੋਏ ਤੇ ਰਾਜਪੂਤਾਂ ਨੇ ਵੀ ਬੁੱਧ ਧਰਮ ਦਾ ਵਿਰੋਧ ਕੀਤਾ। ਸਿੱਟੇ ਵਜੋਂ ਬੁੱਧ ਧਰਮ ਦਾ ਜਿਹੜੇ ਕਿ ਪਤਨ ਹੋਣਾ ਸ਼ੁਰੂ ਹੋ ਗਿਆ। ਅੱਗੇ ਹੈਗਾ ਬੁੱਧ ਧਰਮ ਦੀ ਦੇਣ। ਹਾਂਜੀ, ਬੁੱਧ ਧਰਮ ਦੀ ਦੇਣ ਕੀ ਆ ਕਿ ਇਹਨਾਂ ਨੇ ਸ਼ਾਂਤੀ ਤੇ ਅਹਿੰਸਾ ਦਾ ਸੰਦੇਸ਼ ਦਿੱਤਾ, ਇਸ ਕਰਕੇ ਨਵੇਂ ਯੁੱਗ ਦੀ ਸ਼ੁਰੂਆਤ ਹੋਈ। ਧਰਮ ਦੇ ਵਿੱਚ ਪ੍ਰਚਲਿਤ ਜਿਹੜਾ ਅੰਧ ਵਿਸ਼ਵਾਸਾਂ ਸੀ ਉਹਨਾਂ ਦਾ ਖੰਡਨ ਕਰਕੇ ਨਵੀਂ ਰੋਸ਼ਨੀ ਦਿੱਤੀ ਲੋਕਾਂ ਨੂੰ ਤੇ ਲੋਕਾਂ ਨੂੰ ਸਾਦਾ ਪਵਿੱਤਰ ਜੀਵਨ ਬਤੀਤ ਕਰਨ ਦੀ ਪ੍ਰੇਰਨਾ ਕੀਤੀ। ਜਾਤੀ ਪ੍ਰਥਾ ਦਾ ਵਿਰੋਧ ਕੀਤਾ, ਵੀ ਜਿਹੜੀ ਜਾਤੀ ਪ੍ਰਥਾ ਦੇ ਵਿੱਚ ਉਹਦਾ ਖੰਡਨ ਕੀਤਾ ਭਾਵ। ਠੀਕ ਹੈ, ਤੇ ਬੋਧੀ ਸਤੂਪਾਂ, ਵਿਹਾਰਾਂ ਤੇ ਮੂਰਤੀਆਂ ਕਲਾ ਦੇ ਖੇਤਰ ਦੇ ਵਿੱਚ ਵੀ ਯੋਗਦਾਨ ਦਿੱਤਾ ਤੇ ਸਾਹਿਤ ਦੇ ਵਿੱਚ। ਸਤੂਪ, ਹਾਂਜੀ, ਮਹਾਤਮਾ ਬੁੱਧ ਤੇ ਬੋਧੀ ਸਤਵਾਂ ਦੀ ਯਾਦਗਾਰ ਦੇ ਵਿੱਚ ਜਿਹੜੇ ਕਿ ਬਣਾਏ ਗਏ ਭਵਨਾਂ ਨੂੰ ਕੀ ਕਿਹਾ ਜਾਂਦਾ? ਸਤੂਪ। ਮਹਾਤਮਾ ਬੁੱਧ ਤੇ ਜਿਹੜੇ ਬੋਧੀ ਸਤਵ ਨੇ ਉਹਨਾਂ ਦੀ ਯਾਦਗਾਰੀ ਵਸਤੂਆਂ ਉੱਪਰ ਬਣਾਏ ਗਏ ਭਵਨ, ਠੀਕ ਹੈ, ਇਸ ਆਕਾਰ ਦੇ ਹੁੰਦੇ ਨੇ, ਇਹ ਅਰਧ ਅੰਡਾਕਾਰ ਆਕਾਰ ਦੇ। ਠੀਕ ਹੈ, ਉਹਨਾਂ ਨੂੰ ਕੀ ਕਹਿੰਦੇ ਨੇ? ਸਤੂਪ। ਠੀਕ ਹੈ, ਤੇ ਅਰਧ ਗੋਲਾਕਾਰ ਹੁੰਦੇ ਨੇ ਇਹ। ਅੰਦਰ ਜਾਣ ਦੇ ਲਈ ਇੱਕ ਜਾਂ ਵਧੇਰੇ ਤੋਰਟ ਦੁਆਰ ਬਣਾਏ ਜਾਂਦੇ, ਵੀ ਇਹਦੇ ਅੰਦਰ ਜਾਣ ਲਈ ਇੱਕ ਜਾਂ ਵਧੇਰੇ ਜਿਹੜੇ ਕਿ ਤੋਰਟ ਦੁਆਰ ਬਣਾਏ ਜਾਂਦੇ ਨੇ ਤੇ ਇਹਨਾਂ ਉੱਤੇ ਅਤੀ ਸੁੰਦਰ ਮੂਰਤੀਕਾਰੀ ਕੀਤੀ ਹੁੰਦੀ ਹੈ। ਠੀਕ ਹੈ, ਸਤੂਪ ਦੇ ਚਾਰੇ ਪਾਸੇ ਮਾਰਗ ਬਣਾਇਆ ਜਾਂਦਾ। ਠੀਕ ਹੈ, ਜਿਹਨੂੰ ਕਹਿੰਦੇ ਨੇ ਪ੍ਰਦਕਸ਼ਨਾ ਪਥ। ਤੇ ਮਹਾਰਾਜਾ ਅਸ਼ੋਕ ਤੇ ਹੋਰ ਸ਼ਾਸਕਾਂ ਨੇ ਹਜ਼ਾਰਾਂ ਸਤੂਪਾਂ ਦਾ ਨਿਰਮਾਣ ਕਰਵਾਇਆ ਤੇ ਇਹਨਾਂ ਵਿੱਚੋਂ ਸਾਂਚੀ ਤੇ ਪਰਹੂਤ ਦਾ ਨਾਂ ਦਾ ਜਿਹੜਾ ਸਤੂਪ ਆ ਵਿਸ਼ਵਾਸ ਜਿਹੜੇ ਕਿ ਸਭ ਤੋਂ ਜਿਹੜੇ ਕਿ ਵਿਸ਼ੇਸ਼ ਮਹੱਤਤਾ ਰੱਖਣ ਵਾਲੇ ਨੇ। ਹਾਂਜੀ, ਵਿਹਾਰ ਉਹ ਸੀ, ਉਹ ਸਥਾਨ ਜਿੱਥੇ ਬੌਧ ਭਿਕਸ਼ੂ ਆਪਣਾ ਰਹਿੰਦੇ ਸੀ, ਨਿਵਾਸ ਸਥਾਨ ਸੀ ਬੌਧ ਭਿਕਸ਼ੂਆਂ ਦਾ, ਉਹਨੂੰ ਕਹਿੰਦੇ ਸੀ ਵਿਹਾਰ। ਠੀਕ ਹੈ, ਤੇ ਇਹ ਚੱਕਰ ਆਕਾਰ ਦੇ ਹੁੰਦੇ ਸੀ ਤੇ ਇਹਨਾਂ ਦੇ ਅੰਦਰ ਜਾਣ ਲਈ ਇੱਕ ਵਿਸ਼ੇਸ਼ ਰਸਤਾ ਹੁੰਦਾ ਸੀ, ਚੱਕਰ ਦੇ ਆਕਾਰ ਦੇ ਹੁੰਦੇ ਸੀ ਤੇ ਵਿਹਾਰ ਦੇ ਚਾਰੇ ਪਾਸੇ ਛੋਟੇ ਛੋਟੇ ਕਮਰੇ ਬਣਾਏ ਜਾਂਦੇ ਸੀ, ਇਹਨਾਂ ਕਮਰਿਆਂ ਦੇ ਮੱਧ ਦੇ ਵਿੱਚ ਇੱਕ ਵੱਡਾ ਹਾਲ ਹੁੰਦਾ ਸੀ। ਇਸ ਹਾਲ ਦੇ ਵਿੱਚ ਬੌਧੂ ਭਿਕਸ਼ੂ ਜਿਹੜੇ ਇਕੱਠੇ ਹੋ ਕੇ ਪੂਜਾ ਕਰਦੇ ਸੀ ਤੇ ਅਸ਼ੋਕ ਤੇ ਹੋਰ ਸ਼ਾਸਕਾਂ ਨੇ ਵੱਡੀ ਗਿਣਤੀ ਵਿੱਚ ਵਿਹਾਰਾਂ ਦਾ ਵੀ ਨਿਰਮਾਣ ਕਰਵਾਇਆ। ਸੋ ਇਹ ਸੀ ਤੁਹਾਡੇ ਕੁਐਸਚਨ। ਬਾਕੀ ਜਿਹੜੇ ਰਹਿੰਦੇ ਚੈਪਟਰ ਨੇ ਆਪਾਂ ਨੈਕਸਟ ਵੀਡੀਓ 'ਚ ਕਰਾਂਗੇ। ਥੈਂਕਸ।